वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 166 ਭਾਗ 11 ਸ਼ਿਕਾਇਤਾਂ। ਗੁਰੂ ਗ੍ਰੰਥ ਸਾਹਿਬ ਦੀ ਬੀੜ ਵੱਜ ਰਹੀ ਸੀ ਕਿ ਕਈ ਭਗਤ ਕਾਹਨਾਂ ਦੀ ਅਗਵਾਈ ਹੇਠ ਆਏ ਸਨ ਅਤੇ ਗੁਰੂ ਜੀ ਨੇ ਉਹਨਾਂ ਨੂੰ ਰਚਨਾ ਅਨੁਕੂਲ ਨਾ ਜਾਣ ਚਾੜਨ ਤੋਂ ਇਨਕਾਰ ਕਰ ਦਿੱਤਾ ਸੀ। ਬਾਕੀ ਤਾਂ ਚੁੱਪ ਕਰ ਗਏ, ਪਰ ਕਾਹਨਾ ਬਹੁਤ ਤੜਪਿਆ। ਕਾਹਨਾ ਕਲਾਨੌਰ ਦਾ ਰਹਿਣ ਵਾਲਾ ਸੀ, ਚੰਦੂ ਦੇ ਚਾਚੇ ਦਾ ਪੁੱਤ ਭਰਾ ਸੀ। ਇਸ ਆਸ਼ੇ ਨਾਲ ਲਾਹੌਰ ਗਿਆ ਕਿ ਉੱਥੋਂ ਹੋਰ ਭਗਤਾਂ ਤੇ ਫਕੀਰਾਂ ਨੂੰ ਨਾਲ ਲੈ ਕੇ ਦਿੱਲੀ ਚੰਦੂ ਕੋਲ ਜਾਏਗਾ ਅਤੇ ਅਕਬਰ ਪਾਸ ਸ਼ਿਕਾਇਤ ਪਹੁੰਚਾਏਗਾ। ਉਹ ਮਨਸੂਬੇ ਹੀ ਬਣਾ ਰਿਹਾ ਸੀ ਕਿ ਉਸ ਦੀ ਮ੍ਰਿਤੂ ਹੋ ਗਈ। ਪ੍ਰੋਹਿਤਾਂ ਨੇ ਇਹ ਉਡਾ ਦਿੱਤਾ ਕਿ ਕਾਹਨਾ ਗੁਰੂ ਜੀ ਨੇ ਹੀ ਮਰਵਾਇਆ ਹੈ ਅਤੇ ਇਹ ਸ਼ਿਕਾਇਤਨਾਮਾ ਬਣਵਾ ਕੇ ਅਕਬਰ ਪਾਸ ਲੈ ਗਏ। ਉਸ ਵਿੱਚ ਮੁੱਖ ਬਾਤ ਇਹ ਹੀ ਲਿਖੀ ਸੀ ਕਿ ਗੁਰੂ ਅਰਜਨ ਦੇਵ ਜੀ ਇੱਕ ਗ੍ਰੰਥ ਤਿਆਰ ਕਰ ਰਿਹਾ ਹੈ ਜਿਸ ਵਿੱਚ ਮੁਸਲਮਾਨ ਪੀਰਾਂ, ਪੈਗੰਬਰਾਂ, ਆਗੂਆਂ ਅਤੇ ਹਿੰਦੂ ਅਵਤਾਰਾਂ ਤੇ ਦੇਵੀ ਦੇਵਤਿਆਂ ਦੀ ਨਿੰਦਾ ਕੀਤੀ ਹੈ। ਅਕਬਰ ਨੇ ਸ਼ਿਕਾਇਤਨਾਮੇ ਵੱਲ ਕੋਈ ਧਿਆਨ ਨਾ ਦਿੱਤਾ ਕਿਉਂਕਿ ਆਪ ਅਜੇ ਕੁਝ ਸਾਲ ਹੋਏ ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਮੁਖੋਂ ਬਾਣੀ ਸੁਣ ਗਿਆ ਸੀ ਅਤੇ ਪ੍ਰਭਾਵ ਕਬੂਲਿਆ ਸੀ। ਪਰ ਫਿਰ ਵੀ ਤਸੱਲੀ ਕਰਾਉਣ ਲਈ ਉਸ ਕਿਹਾ ਕਿ ਉਹ ਛੇਤੀ ਹੀ ਪੰਜਾਬ ਦੇ ਦੌਰੇ ਤੇ ਜਾ ਰਿਹਾ ਹੈ, ਪੜਤਾਲ ਆਪੂ ਕਰੇਗਾ। 1605 ਈਸਵੀ ਦੇ ਆਰੰਭ ਵਿੱਚ ਅਕਬਰ ਬਟਾਲਾ ਆਇਆ। ਉਸ ਨੂੰ ਫਿਰ ਕਿਹਾ ਗਿਆ ਕਿ ਅਰਜਨ ਦੇਵ ਜੀ ਨੂੰ ਹਾਜ਼ਰ ਹੋਣ ਲਈ ਆਖਿਆ ਜਾਏ। ਅਕਬਰ ਗੁਰੂ ਜੀ ਦੇ ਪ੍ਰਤੀ ਅਕੀਦਤ ਦਾ ਭਾਵ ਰੱਖਦਾ ਸੀ, ਇਸ ਲਈ ਉਸ ਨੇ ਸਾਜੀ ਬੀੜ ਦੇ ਦਰਸ਼ਨ ਕਰਨ ਲਈ ਲਿਖਿਆ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਆਦਰ ਨਾਲ ਸੰਗਤਾਂ ਸਮੇਤ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾਲ ਲੈ ਗਏ। ਲੱਗਦਾ ਹੈ ਕਿ ਕਈ ਉਤਾਰੇ ਹੋ ਚੁੱਕੇ ਸਨ। ਅਕਬਰ ਨੇ ਜਦ ਭਰੇ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਸ਼ਬਦ ਸੁਣਾਉਣ ਲਈ ਕਿਹਾ ਤਾਂ ਵਾਕ ਤਲਿੰਗ ਰਾਗ ਦਾ ਆਇਆ ਜੋ ਗੁਰੂ ਅਰਜਨ ਦੇਵ ਜੀ ਦੀ ਆਪਣੀ ਰਚਨਾ ਸੀ। ਸ਼ਬਦ ਸੀ: ਖਾਕ ਨੂਰ ਕਰੰਦ ਆਲਮ ਦੁਨਿਆਏ, ਅਸਮਾਨ ਜਿਮੀ ਦਰਖਤ ਆਬ ਪਦਾਇਸ਼ ਖੁਦਾਏ, ਬੰਦੇ ਚਸਮ ਦੀਦ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ। ਰਹਾਓ। ਬਾਦਸ਼ਾਹ ਨੇ ਸੁਣਦੇ ਸਾਰ ਹੀ ਕਿਹਾ ਕਿ ਇਹ ਤਾਂ ਰੂਹ ਨੂੰ ਠੰਡ ਪਾਉਣ ਵਾਲੀ ਬਾਣੀ ਹੈ। ਸ਼ਿਕਾਇਤੀਆਂ ਨੇ ਜਦ ਹੋਰ ਥਾਂ ਤੋਂ ਬਾਣੀ ਪੜ੍ਹਨ ਲਈ ਕਿਹਾ ਤਾਂ ਵਾਕ ਆਇਆ: ਅੱਲਾ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪੈ ਖਾਕ ਫਕੀਰ ਮੁਸਾਫਿਰ, ਇਹ ਦਰਵੇਸ਼ ਕਬੂਲ ਦਰਾ। ਅਕਬਰ ਤਾਂ ਸੁਣ ਕੇ ਖੁਸ਼ ਹੋਇਆ, ਪਰ ਸ਼ਿਕਾਇਤੀ ਸ਼ਿੱਥੇ ਵਿੱਚ ਪੈ ਗਏ ਅਤੇ ਆਪਣੇ ਸਾਹਮਣੇ ਦੱਸੀ ਥਾਂ ਤੋਂ ਵਾਕ ਸੁਣਾਉਣ ਲਈ ਕਿਹਾ। ਪਰ ਉਹ ਮੂਰਖ ਕੀ ਜਾਣਦੇ ਸਨ ਕਿ ਗੁੜ ਨੂੰ ਜਿਸ ਪਾਸਿਓਂ ਚੱਕ ਮਾਰੋ ਉਹ ਤਾਂ ਮਿੱਠਾ ਹੀ ਹੈ। ਫਿਰ ਵਾਕ ਕਬੀਰ ਜੀ ਦਾ: ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਗ ਜਗ ਉਪਜਿਆ, ਕੌਣ ਭਲੇ ਕੋ ਮੰਦੇ ਆਇਆ। ਬਾਦਸ਼ਾਹ ਇਹ ਵਾਕ ਸੁਣਦੇ ਸਾਰ ਆਪਣੇ ਸਿੰਘਾਸਨ ਤੋਂ ਉਤਰਿਆ ਤੇ ਕਿਹਾ: ਯਹ ਕਿਤਾਬ ਤੋਂ ਤਮੀਜ਼ ਕੇ ਲਾਇਕ ਹੈ। ਵਾਹਿਗੁਰੂ ਦੀ ਪ੍ਰੀਤੀ ਤੇ ਬੰਦਗੀ ਤੋਂ ਇਲਾਵਾ ਮੈਨੂੰ ਤਾਂ ਹੋਰ ਕੁਝ ਨਜ਼ਰੀ ਨਹੀਂ ਆਇਆ। ਇੱਥੇ ਨਾ ਤਾਂ ਕਿਸੇ ਦੀ ਨਿੰਦਾ ਹੈ ਅਤੇ ਨਾ ਉਸਤਤ। ਗੁਰੂ ਗ੍ਰੰਥ ਸਾਹਿਬ ਅੱਗੇ 500 ਅਸ਼ਰਫੀਆਂ ਰੱਖ ਮੱਥਾ ਟੇਕਿਆ ਅਤੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੂੰ ਦਸ਼ਾਲੇ ਭੇਟ ਕੀਤੇ। ਮਕਾਲਫ ਨੇ ਲਿਖਿਆ ਹੈ ਕਿ ਭਾਈ ਗੁਰਦਾਸ ਜੀ ਨੂੰ ਵੀ ਇਹ ਹੀ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੂੰ ਮੇਰਾ ਸਤਿਕਾਰ ਦੇਣਾ ਤੇ ਕਹਿਣਾ ਕਿ ਲਾਹੌਰ ਤੋਂ ਮੁੜਦੇ ਸ਼੍ਰੀ ਅੰਮ੍ਰਿਤਸਰ ਆਵੇਗਾ। ਫਿਰ ਉਹ ਆਪੂ ਅੰਮ੍ਰਿਤਸਰ ਆਇਆ ਵੀ। ਇਸ ਤੋਂ ਛੇਤੀ ਪਿੱਛੋਂ ਆਗਰੇ ਪੁੱਜ ਕੇ ਅਕਬਰ ਢਿੱਲਾ ਹੋ ਗਿਆ ਅਤੇ 17 ਅਕਤੂਬਰ 1604 ਨੂੰ ਸੰਸਾਰ ਤੋਂ ਚੜ੍ਹਾਈ ਕਰ ਗਿਆ। ਮਰਦੇ ਸਮੇਂ ਜਿੱਥੇ ਉਸਨੇ ਆਪਣਾ ਤਾਜ ਜਹਾਂਗੀਰ ਦੇ ਸਿਰ ਤੇ ਰੱਖਿਆ, ਉੱਥੇ ਇਹ ਵੀ ਹੁਕਮ ਦਿੱਤੇ ਕਿ ਉਸ ਨੂੰ ਕਬਰ ਵਿੱਚ ਪਾਉਣ ਵੇਲੇ ਸੰਭਾਲ ਰੱਖੀ ਜਾਏ ਕਿ ਉਸ ਦਾ ਸਿਰ ਸੂਰਜ ਵੱਲ ਹੋਵੇ ਤੇ ਪੈਰ ਪੱਛਮ ਵੱਲ। ਸਿਕੰਦਰੀਆ ਹੁਣ ਵੀ ਉਸ ਨੂੰ ਇਸੇ ਦਿਸ਼ਾ ਵਿੱਚ ਪਿਆ ਦੇਖਿਆ ਜਾ ਸਕਦਾ ਹੈ। ਸਿਰਫ ਇਸ ਹੁਕਮ ਤੋਂ ਹੀ ਅੰਦਾਜ਼ਾ ਲਗਾਉਣਾ ਕਾਫੀ ਹੈ ਕਿ ਅਕਬਰ ਕਿਤਨਾ ਖੁੱਲ੍ਹ ਖਿਆਲੀਆ ਹੋ ਗਿਆ ਸੀ ਅਤੇ ਇਸਲਾਮੀ ਰਵਾਇਤਾਂ ਨੂੰ ਨਹੀਂ ਸੀ ਮੰਨਦਾ। ਮੁਸਲਮਾਨ ਮੁਰਦਾ ਦਬਾਉਣ ਵੇਲੇ ਸਿਰ ਪੱਛਮ ਵੱਲ ਅਤੇ ਪੈਰ ਚੜ੍ਹਦੇ ਵੱਲ ਨੂੰ ਰੱਖਦੇ ਹਨ। ਜਹਾਂਗੀਰ ਨੇ ਤਖਤ ਬੈਠਦੇ ਸਾਰ ਇਸਲਾਮੀ ਰਵਾਇਤਾਂ ਜਾਰੀ ਕਰਨ ਦੇ ਹੁਕਮ ਦੇ ਦਿੱਤੇ। ਗੁਰੂ ਹਰਗੋਬਿੰਦ ਜੀ ਦਾ ਡੀਲ ਡੌਲ ਇਤਨਾ ਨਿਕਲ ਆਇਆ ਸੀ ਕਿ ਰਿਸ਼ਤੇ ਦੀਆਂ ਪੁੱਛਾਂ ਹੋਣ ਲੱਗ ਪਈਆਂ ਸਨ। ਸੰਨ 1604 ਦੇ ਅਖੀਰ ਚੰਦੂ, ਜਿਸ ਨੂੰ ਦਿੱਲੀ ਦਾ ਦੀਵਾਨ ਕਰਕੇ ਲਿਖਿਆ ਹੈ, ਦਾ ਭੇਜਿਆ ਪ੍ਰੋਹਿਤ ਗੁਰੂ ਹਰਗੋਬਿੰਦ ਜੀ ਨਾਲ ਰਿਸ਼ਤਾ ਪੱਕਾ ਕਰ ਗਿਆ। ਦਿੱਲੀ ਵਿਖੇ ਸ਼ਗਨ ਭੇਜਣ ਵੇਲੇ ਚੰਦੂ ਨੇ ਕੁਝ ਉੱਘੇ ਸਿੱਖ ਵੀ ਬੁਲਾਏ ਅਤੇ ਉੱਥੇ ਹੰਕਾਰ ਭਰੇ ਸ਼ਬਦ ਬੋਲੇ। ਇੱਥੋਂ ਤੱਕ ਹੰਕਾਰੀਆ ਕਹਿ ਗਿਆ: ਪ੍ਰੋਹਿਤ ਜੀ, ਚੰਗਾ ਨਹੀਂ ਜੇ ਕੀਤਾ। ਮੇਰੀ ਲੜਕੀ ਚੁਬਾਰੇ ਦੀ ਇੱਟ ਨਿਆਈ ਸੀ। ਤੁਸੀਂ ਮੋਰੀ ਵਾਲੀ
कुल विच लगा आई हूँ। कन्या ईट चुबारो कीमा, मोरी समकुल मह दी सोई। अच्छा जो कीता हुण प्रवान है। सिखां दे हिरदे गुरु निंदिया सुण के छलनी हो गए अते ओह शगन दी रसम पूरी होण तो पहिलां ही उठ आए अते एक चिट्ठी गुरु अर्जन देव जी वल लिख भेजी। आप चुबारा बन्नियो पापी, गुर का घर इन मोरी थापी। निंदी याबिद उन गुरगादी, किए ना चाहिए इनके शादी। बिन शरदा ते मूर्ख बोलदा रहा है। एक सियाणे सिख नूं ਅੰਮ੍ਰਿਤਸਰ भेज दिता कि शगन पुजन तो पहला ही पुज जावे। जद अगले दिन शगन पुजा तो गुरु जी ने लैन तो इनकार कर दिता। चिट्ठी पुजदे सार महाराज ने उगे ਸਿੰਘਾਂ ਨੂੰ बुलवाया ते चिट्ठी पढ़ के सुनाई। भाई बुढ़ा जी, भाई सालो, भाई गुरदास जी ਅਤੇ ਹੋਰਨਾਂ ਨੇ ਕਿਹਾ कि यह रिश्ता प्रवान नहीं करना चाहिए। पंथ प्रकाश के शब्दों में बाबे बूढ़े अर गुरदास इत्यादिक सिख थे जो पास, चिट्ठी सब को गुरु सुनाई, सब ने केहो ना लेहे सगाई। सूर्य प्रकाश के शब्दों में सारिਆਂ ने यह कहा, इस साकत दी लड़की नहीं लैनी जिस नूं गुरु प्रति शरदा ही नहीं है। साकत सुता ना लेहेंगे नह शरदा गुरभौण। महाराज ने कहा, जो संगत हुक्म कर रही है मैनू प्रवान है। सानू तां कोई निरहंकारी दी कन्या चाहिदी है। हमें मिले को निरहंकारा। बचन अजे मुख विच ही सन कि डल्ले वासी प्रसिद्ध सिख भाई पारो दी संतान विचों भाई नारायण दास जी उठे कि उन्हां दी बच्ची दमोदरी दा रिश्ता प्रवान किया जाए। उसे वेले ही सगाई होगी। सूर्य प्रकाश का कहना है कि उस समय दो इकट्ठे उठे सन। दूजे भाई हरिचंद जी सन जिन्हां दी पुत्री की उम्र अजे 2 कुछ सालां दी सी। महाराज ने दोवें रिश्ते प्रवान कर लए सन। बचन होया सी, ए पी लै लेह आसा सीखण की पूरे है। बरात डल्ला गई अते बड़े चाअ ते रीझां नाल गुरु हरगोबिंद जी का आनंद कारज हो गया। दूजी का सिर्फ शगन प्रवान किया ते शादी बहुत पिछे जाके हुई। चंदू ने बहुत कोशिश की कि रिश्ता हो जाए, पर महाराज ने कहला भेजा कि हुण असंभव है। चंदू ने हंकार फिर भी ना छड्डिया, सगों अपने नज़दीकियां नूं कहण लगा, देखो भाई असी शाही खतरी धरमायण कहाई, जान फकीर असा शरीक नूं भेजी कुड़माई। उन्हां जो मोड़ी उन्हां अपने आप नूं की जाता, असी उचांदीए ओह सीरन निवांदीए। एडा दिमाग उन्हां कीता होए पवांदीए। मुहम्मद लतीफ का कहना है कि चंदू ने 1 लाख रुपया गुरु जी नूं भेजा कि रिश्ता मान लैण, पर गुरु जी ने कहला भेजा कि उन्हां दे कहे लफ्ज पत्थर ते लीक हन जो मिटाए नहीं जा सकते। जे सारा जगत भी दाज विच भेजे तां भी यह रिश्ता कबूल नहीं। चंदू ने पहला अकबर पास शिकायतां कीतियां। अकबर गुरु जी नूं जाणदा सी, उसने जहांगीर पास भी चुगली खाधी। खुश वक्त राय का कहना है कि रिश्ता मोड़न कारण चंदू का मन मैला हो गया। उस जहांगीर पास चुगली खाधी कि सारी दुनिया का माल धन गुरु के घर है अते देश के अक्सर राजे जिमीदार गुरु जी नाल मेल जोल रखते हैं। भाई केसर ने हवाला दिता है, नित नित दी चुगली आए एक दिन फुरी। चंदू का सिवाए चुक देन तो होर कोई हिस्सा शहादत विच नहीं लगता। चंदू दिल्ली का रहन वाला सी अते वध तो वध लाहौर आके शिकायतियां नाल रल सकदा सी। इत्थे ही लिखना ठीक होवेगा कि जद गुरु हरगोबिंद जी की शख्सियत का प्रभाव जहांगीर ते पिया अते कुड़तना घटिया तां जहांगीर ने सारा दोष होरनां ते पाउणा चाहिया, पर गुरु हरगोबिंद जी ने उसे समय ही कह दिता कि गुरु पिता की शहादत का जिम्मेवार कौन है। इसका लेखा खुदा की दरगाह विच ही होवेगा। यह लेखा दरगाह खुदाए तब लै है जब करे न्याय। पकड़े हुए चंदू नूं आप जी ने आज़ाद भी करवा दिता। सो चंदू का इस तो वध शहादत विच हिस्सा दसना वाधू गल है। बाबा प्रिथी चंद जी वड्डे पुत्तर होने के नाते गुरगद्दी ते अपना हक समझते सन। वह भुल गए बाबे घर चाल निराली है। गुरपिता गुरु रामदास जी कई बारी सीधे अते इशारियां नाल उस नूं समझाउंदे अते फिर बाणी राही भी कह चुके सन, कदे किसे ने दात बखीली चुगली राही नहीं पाई। गुरु अर्जन देव जी नूं गुरगद्दी मिलन ते बाबा प्रिथी चंद जी बहुत तड़पे, झगड़े अते बखेड़े पाए, पर आखिर मन नूं समझा के चुप कर गए। गुरु अर्जन देव जी घर कोई संतान नहीं, सो गुरगद्दी जे उन्हां नूं नहीं मिली तां उसदे बेटे मेहरबान जी नूं मिल जाएगी। गुरु हरगोबिंद जी दे प्रकाश पिछों प्रिथी चंद जी बहुत छिथे पै गए, साजिशां करन लगे। सरकारी
ਰਸੂਖ ਵਰਤਿਆ, ਹਮਲੇ ਕਰਵਾਏ ਪਰ ਕਿਸੇ ਵਿੱਚ ਵੀ ਕਾਮਯਾਬ ਨਾ ਹੋਏ। ਫਿਰ ਅਕਬਰ ਦੇ ਦਰਬਾਰ ਸ਼ਿਕਾਇਤਾਂ ਕੀਤੀਆਂ, ਪਰ ਸਗੋਂ ਉਲਟ ਅਕਬਰ ਗੁਰੂ ਜੀ ਅੱਗੇ ਅਕੀਦਤ ਦਿਖਾ ਕੇ ਮੁੜਿਆ। ਬਾਬਾ ਪ੍ਰਿਥੀ ਚੰਦ ਜੀ ਨੇ ਆਪਣੇ ਡੇਰੇ ਹੇਹਰੀ ਬਣਾ ਲਿਆ ਸੀ ਅਤੇ ਇਸ ਉਧੇੜ ਬੁਣ ਵਿੱਚ ਉਹ 1606 ਦੇ ਆਰੰਭ ਨੂੰ ਕੁਝ ਦਿਨ ਬਿਮਾਰ ਰਹਿ ਕੇ ਚੜ੍ਹਾਈ ਕਰ ਗਏ। ਗੁਰੂ ਅਰਜਨ ਜੀ ਸੰਸਕਾਰ ਵੇਲੇ ਮੌਜੂਦ ਸਨ। ਜਹਾਂਗੀਰ ਤਖਤ ਤੇ ਬੈਠ ਚੁੱਕਾ ਸੀ। ਜਹਾਂਗੀਰ ਤੱਕ ਵੀ ਰਸਾਈ ਕੀਤੀ ਲੱਗਦੀ ਹੈ, ਪਰ ਸ਼ਹਾਦਤ ਵਿੱਚ ਉਹਨਾਂ ਦਾ ਸਿੱਧਾ ਕੋਈ ਦਖਲ ਜਾਂ ਹਿੱਸਾ ਨਹੀਂ ਸੀ। ਸੋਢੀ ਹਰ ਰਾਏ ਜੀ ਨੇ ਗੁਰੂ ਅਰਜਨ ਜੀ ਪਿੱਛੋਂ ਪ੍ਰਿਥੀ ਚੰਦ ਨੂੰ ਤਕਰੀਬਨ 12 ਸਾਲ ਜੀਵਿਤ ਰੱਖਿਆ ਹੈ ਅਤੇ ਇੱਥੋਂ ਤੱਕ ਲਿਖਿਆ ਹੈ ਕਿ ਗੁਰੂ ਜੀ ਆਪੂ ਵੱਡੇ ਭਰਾ ਨੂੰ ਗੱਦੀ ਦੇ ਗਏ ਸਨ। ਉਸ ਦੇ ਇਸ ਲਿਖਣ ਤੋਂ ਪ੍ਰਗਟ ਹੈ ਕਿ ਹਰ ਹੀ ਆਪੂ 7ਵਾਂ ਗੁਰੂ ਬਣਨਾ ਚਾਹੁੰਦਾ ਸੀ ਅਤੇ ਪ੍ਰਿਥੀ ਚੰਦ ਨੂੰ 6ਵਾਂ ਦਰਸਾਉਂਦਾ ਸੀ। ਗੁਰੂ ਅਰਜਨ ਜੀ ਦੀ ਸ਼ਹਾਦਤ ਤੱਕ ਉਹ ਜ਼ਿਕਰ ਨਹੀਂ ਕਰਦਾ, ਸਿਰਫ ਇਹੀ ਲਿਖਦਾ ਹੈ, ਤਬ ਗੁਰੂ ਅਰਜਨ ਜੀ ਸੱਚਖੰਡ ਘਰੋਂ ਸਿਧਾਰੇ, ਸੰਮਤ 1663 ਜੇਠ ਸੁਦੀ 4, ਪੀਛੇ ਗੁਰੂ ਸਾਹਿਬ ਜੀ ਭਗਤ ਕਮਾਵਣੇ ਲਾਗਾ। ਇਹ ਸਭ ਨਿਰਮੂਲ ਹੈ। ਪ੍ਰਿਥੀ ਚੰਦ ਗੁਰੂ ਅਰਜਨ ਦੇ ਹੁੰਦਿਆਂ ਹੀ ਚੜ੍ਹਾਈ ਕਰ ਗਏ ਸਨ। ਪ੍ਰਿਥੀ ਚੰਦ ਦੇ ਕਿਰਦਾਰ ਨੂੰ ਤਾਂ ਦੱਸਣ ਵਿੱਚ ਕੋਈ ਹਰਜ ਨਹੀਂ, ਪਰ ਸ਼ਹਾਦਤ ਵਿੱਚ ਉਹਨਾਂ ਦਾ ਅਤੇ ਚੰਦੂ ਦਾ ਹਿੱਸਾ ਵਧਾ ਚੜ੍ਹਾ ਕੇ ਦੱਸਣਾ ਗੁਰੂ ਜੀ ਦੀ ਮਹਾਨ ਸ਼ਹਾਦਤ ਨੂੰ ਛਟਿਆਉਣ ਤੁੱਲ ਹੈ ਅਤੇ ਘਰੇਲੂ ਝਗੜੇ ਨੂੰ ਕਾਰਨ ਮੰਨ ਲੈਣਾ ਪ੍ਰਚਾਰਨਾ ਨੀਵੀਂ ਪੱਧਰ ਦੀ ਗੱਲ ਹੈ। ਇਸ ਸ਼ਹਾਦਤ ਦਾ ਮੂਲ ਤੇ ਇੱਕੋ ਇੱਕ ਕਾਰਨ ਜਹਾਂਗੀਰ, ਉਸ ਦੀ ਨੀਤੀ, ਨਕਸ਼ਾਬੰਦੀਆਂ ਦੀ ਚੁੱਕ ਅਤੇ ਜਹਾਂਗੀਰ ਦਾ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਪ੍ਰਸਿੱਧ ਕਰਨਾ ਸੀ। ਭਾਗ 12 ਸ਼ਹਾਦਤ। ਭਾਈ ਕੇਸਰ ਸਿੰਘ ਛਿੱਬਰ ਨੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਬਹੁਤ ਪਹਿਲਾਂ ਇਹ ਫਰਮਾ ਦਿੱਤਾ ਸੀ ਕਿ ਸਾਡਾ ਲੱਗੇਗਾ ਸੀਸ, ਇਹ ਨਿਸ਼ਚਾ ਆਇਆ, ਅਸਾਂ ਹੋਆਂ ਤੁਰਕਾਂ ਵਿੱਚ ਜਾਣਾ, ਉਹਨਾਂ ਕਰਨੀ ਹੈ ਹੁਜਤ, ਸਰੀਰ ਹੈ ਛੁੱਟਣਾ, ਸੰਸਾ ਨਹੀਂ ਹੋਏ, ਰਜਾਈ ਖਵੰਦ ਦੀ ਹੈ, ਇਸ ਤਰ੍ਹਾਂ ਹੋਏ। ਗੱਲ ਬਿਲਕੁਲ ਠੀਕ ਹੈ। ਇਹ ਸ਼ਹਾਦਤ ਅਵੱਸ਼ ਹੋਣੀ ਸੀ। ਜੋ ਟੱਕਰ ਬਾਬੇ ਤੇ ਬਾਬਰ ਦੀ ਸਨ 1521 ਨੂੰ ਐਮਨਾਬਾਦ ਤੋਂ ਸ਼ੁਰੂ ਹੋਈ ਸੀ, ਇਹ ਉਸ ਦਾ ਇੱਕ ਸਿੱਟਾ ਸੀ। ਇਹ ਟੱਕਰ ਜਾਰੀ ਰਹੀ। ਇਹ ਠੀਕ ਰਹੇਗਾ ਕਿ ਉਸ ਦਾ ਥੋੜ੍ਹਾ ਜਿਹਾ ਵਰਣਨ ਇਤਿਹਾਸਕ ਦ੍ਰਿਸ਼ਟੀ ਤੋਂ ਕਰ ਲਿਆ ਜਾਏ। ਬਾਬਰ ਹਿੰਦੁਸਤਾਨ ਤੇ ਧਾਇਆ, ਇੱਧਰੋਂ ਗੁਰੂ ਨਾਨਕ ਪਠਾਇਆ। ਬਾਬੇ ਤੇ ਬਾਬਰ ਦੀ ਟੱਕਰ ਐਮਨਾਬਾਦ ਤੋਂ ਆਰੰਭ ਹੋ ਗਈ। ਇਹ ਹੀ ਪਿੱਛੋਂ ਬਾਬੇ ਤੇ ਬਾਬਰ ਕੇ ਦੀ ਹੋ ਗਈ। ਬਾਬਰ ਐਮਨਾਬਾਦ ਉਜਾੜਿਆ, ਬਾਬੇ ਈਮਾਨ ਦ੍ਰਿੜ ਕਰਾਏ। ਬਾਬਰ ਦਿੱਲੀ ਕਬਜ਼ਾ ਜਮਾਇਆ, ਬਾਬੇ ਨੇ ਦਿਲਾਂ ਤੇ ਰਾਜ ਕਮਾਇਆ। ਬਾਬਰ ਨੇ ਜਦ 1528 ਈਸਵੀ ਵਿੱਚ ਰਾਣਾ ਸਾਂਗਾ ਦੀ ਹਾਰ ਪਿੱਛੋਂ ਦਿੱਲੀ ਜਸ਼ਨ ਕੀਤਾ ਤਾਂ ਉਸ ਨਕਸ਼ਬੰਦੀਆਂ ਦੀ ਆਗੂ ਉਬੈਦ ਉੱਲਾ ਦੇ 5ਵੇਂ ਪੁੱਤਰ ਖਵਾਜਗਾਨ ਦੇ ਪੁੱਤਰ ਖਵਾਜਾ ਅਬਦੁਲ ਸ਼ਹੀਦ ਅਤੇ ਇੱਕ ਹੋਰ ਪੋਤਰੇ ਖਵਾਜਾ ਕਲਾ ਨੂੰ ਦਰਬਾਰ ਵਿਖੇ ਆਪਣੇ ਸੱਜੇ ਪਾਸੇ ਬਿਠਾ ਕੇ ਆਦਰ ਦਿੱਤਾ। ਉਬੈਦ ਉੱਲਾ ਕਿਹਾ ਕਰਦਾ ਸੀ, ਜੇ ਪੀਰੀ ਹੀ ਕਰਨੀ ਹੁੰਦੀ ਤਾਂ ਕਿਸੇ ਨੂੰ ਮੁਰੀਦ ਲੱਭਣਾ ਵੀ ਮੁਸ਼ਕਿਲ ਹੋ ਜਾਣਾ ਸੀ, ਪਰ ਸਾਡੇ ਜਿੰਮੇ ਹੋਰ ਕਾਰਜ ਲੱਗਾ ਹੋਇਆ ਹੈ, ਮੁਸਲਮਾਨਾਂ ਦੀ ਦੁਸ਼ਟਾਂ ਤੋਂ ਰੱਖਿਆ ਕਰੀਏ। ਇਹ ਕਾਰਜ ਬਾਦਸ਼ਾਹਾਂ ਦੀ ਸਹਾਇਤਾ ਨਾਲ ਹੀ ਸਿਰੇ ਚੜ੍ਹ ਸਕਦਾ ਹੈ। ਹਕੂਮਤ ਹਥਿਆਏ ਹੁਕਮਰਾਨਾਂ ਨਾਲ ਮੇਲ-ਜੋਲ ਤੋਂ ਉਹਨਾਂ ਨੂੰ ਪ੍ਰਭਾਵ ਹੇਠ ਲਿਆ ਕੇ ਮੁਸਲਮਾਨਾਂ ਦੀ ਬੜ੍ਹੋਤਰੀ ਲਈ ਵਰਤਣਾ, ਇਹ ਹੀ ਸਾਡਾ ਮੁੱਖ ਕੰਮ ਹੈ। ਇੱਧਰ ਕਰਤਾਰਪੁਰ ਦਰਬਾਰ ਲਗਾ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੀਆਂ ਪਰਕਰਮਾਂ ਕਰ ਅੰਗੇ ਖੁਦ ਗੁਰੂ ਅੰਗਦ ਬਣਾਇਆ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵਦ ਬਲਵੰਡ ਜੀ ਨੇ ਗਾਇਆ। ਇਹ ਪ੍ਰਗਟ ਪਿਆ ਕਰਦਾ ਸੀ ਕਿ ਟੱਕਰਾਂ ਸਖਤ ਅਤੇ ਲੰਮੇਰੀਆਂ ਹੋਣਗੀਆਂ। ਇਹ ਟੱਕਰ ਵਕਤੀ ਨਹੀਂ, ਪੁਸ਼ਤੀ ਹੋ ਗਈ। ਬਾਬਾ ਬਾਬਰ ਨਾਲ, ਪੋਤਰਾ ਪੋਤਰੇ ਨਾਲ ਅਤੇ ਪੜਪੋਤਰਾ ਪੜਪੋਤਰੇ ਨਾਲ ਟਕਰਾਇਆ। ਬਾਬਰ ਨੇ ਬਾਬੇ ਨੂੰ ਬੰਦੀ ਪਾਇਆ। ਹੁਮਾਯੂੰ ਨੇ ਗੁਰੂ ਅੰਗਦ ਨੂੰ ਆ ਕੇ ਧਮਕਾਇਆ। ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਸ਼ਹੀਦ ਕਰਵਾਇਆ ਅਤੇ ਜਹਾਂਗੀਰ ਦੇ ਪੋਤਰੇ ਔਰੰਗਜ਼ੇਬ ਨੇ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ। ਮਕਾਲਫ ਨੇ ਦਿੱਲੀ ਲਹਿਰ ਦਾ ਮੁੱਖ ਆਸ਼ਾ ਆਪਣੀਆਂ ਪੁਸਤਕਾਂ ਦੇ ਮੁੱਖ ਪੰਨੇ ਤੇ ਬੰਦ ਖਲਾਸ ਲਿਖਿਆ ਹੈ। ਗੁਰੂ ਪਾਤਸ਼ਾਹ ਪੈਰਾਂ ਵਿੱਚ ਸਦੀਆਂ ਤੋਂ ਪਏ ਹੋਏ ਹਰ ਪ੍ਰਕਾਰ ਦੇ ਸੰਗਲ, ਭਾਵੇਂ ਉਹ ਸਿਆਸੀ ਸਨ ਜਾਂ ਧਾਰਮਿਕ, ਵਹਿਮਾਂ ਦੇ ਸਨ ਜਾਂ ਵੈਦਾਂ ਦੇ, ਤੋੜਨ ਆਏ ਸਨ। ਗੁਰੂ ਨਾਨਕ ਦੇਵ ਜੀ ਨੇ ਲੋਧੀਆਂ ਦੀ ਬੁਜ਼ਦਿਲੀ ਦੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਬਾਬਰ ਹਮਲਾਵਰ ਨੂੰ ਜਾਬਰ ਤੱਕ ਆਖਿਆ।
ਇਹ ਵੀ ਗੁਰੂ ਨਾਨਕ ਹੀ ਸਨ ਜਿਨ੍ਹਾਂ ਪਰਾਈ ਬੋਲੀ ਦੀ ਵਰਤੋਂ ਨੂੰ ਕੋਸਿਆ ਅਤੇ ਮਾਤ ਭਾਸ਼ਾ ਲਈ ਪਿਆਰ ਦਾ ਪ੍ਰਚਾਰ ਕੀਤਾ। ਕੋਈ ਵੀ ਹਕੂਮਤ ਅਜਿਹਾ ਪ੍ਰਚਾਰ ਸਹਾਰ ਨਹੀਂ ਸਕਦੀ। ਬਾਬਰ ਨੇ ਗੁਰੂ ਨਾਨਕ ਨੂੰ ਬੰਦੀ ਪਾਇਆ, ਪਰ ਅਜੇ ਉਹ ਆਪ ਸੰਕਟ ਵਿੱਚ ਸੀ। ਇਸ ਲਈ ਗੁਰੂ ਨੂੰ ਉਸ ਨਾ ਸਿਰਫ ਆਦਰ ਨਾਲ ਰਿਹਾ ਕੀਤਾ, ਸਗੋਂ ਉਪਦੇਸ਼ ਵੀ ਮੰਗਿਆ। ਬਾਬਰ ਦਾ ਧਿਆਨ ਦਿੱਲੀ ਦੇ ਕਬਜ਼ੇ ਤੇ ਸੀ। ਕਬਜ਼ੇ ਉਪਰੰਤ ਵੀ ਉਸ ਦਾ ਸਮਾਂ ਜੰਗਾਂ ਵਿੱਚ ਲੰਘਿਆ। ਦੀਨੀ ਭਰਾ ਉਸ ਵੱਲ ਝੁਕ ਰਹੇ ਸਨ। ਨਕਸ਼ਬੰਦੀਆਂ ਨੂੰ ਉਸ ਆਦਰ ਦਿੱਤਾ, ਪਰ ਰਾਜ ਅਜੇ ਪੱਕੇ ਪੈਰਾਂ ਤੇ ਖੜਾ ਨਹੀਂ ਸੀ ਹੋਇਆ ਕਿ ਸੰਨ 1530 ਨੂੰ ਬਾਬਰ ਦਾ ਦੇਹਾਂਤ ਹੋ ਗਿਆ। ਬਾਬਰ ਦਾ ਪੁੱਤਰ ਹਮਾਯੂ ਤਖਤ ਤੇ ਬੈਠਾ, ਪਰ ਇਤਿਹਾਸਕਾਰਾਂ ਲੇਨਪੁਲ ਦੇ ਕਹਿਣ ਅਨੁਸਾਰ ਉਸ ਦਾ ਨਾਂ ਜ਼ਰੂਰ ਖੁਸ਼ਕਿਸਮਤ ਹਮਾਯੂ ਧਰਾਇਆ ਹੋਇਆ ਸੀ, ਪਰ ਉਸ ਜਿਹਾ ਬਦਕਿਸਮਤ ਕੋਈ ਨਾ ਹੋਇਆ ਜੋ ਜ਼ਿੰਦਗੀ ਭਰ ਹੀ ਬਦਨਸੀਬੀ ਭੋਗਦਾ ਰਿਹਾ। ਸਾਰੀ ਹਯਾਤੀ ਉਸ ਦੇ ਪੈਰ ਇੱਕ ਥਾਂ ਟਿਕ ਨਾ ਸਕੇ ਅਤੇ ਇਸੇ ਤਰ੍ਹਾਂ ਲੜਖੜਾਉਂਦਾ ਹੋਇਆ ਮੌਤ ਦੀ ਗੋਦੀ ਵਿੱਚ ਜਾ ਪਿਆ। ਪਹਿਲਾਂ ਗੁਜਰਾਤ ਦੇ ਬਹਾਦਰ ਸ਼ਾਹ ਨੇ ਹਮਾਯੂ ਨੂੰ ਸੁੱਖ ਦਾ ਸਾਹ ਨਾ ਲੈਣ ਦਿੱਤਾ ਅਤੇ ਫਿਰ ਸ਼ੇਰ ਸ਼ਾਹ ਸੂਰੀ ਨੇ ਉਸ ਨੂੰ ਪਛਾੜ ਕੇ ਹਿੰਦੁਸਤਾਨ ਹੀ ਛੱਡਣ ਲਈ ਮਜਬੂਰ ਕਰ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਦੀ ਤਾਲੀਮ ਤੋਂ ਉਹ ਜਾਣੂ ਸੀ। ਸ਼ੁਰੂ ਸੰਨ 1540 ਨੂੰ ਹਮਾਯੂ ਜਦ ਖਡੂਰ ਸਾਹਿਬ ਨੇੜਿਓਂ ਲੰਘਿਆ ਤਾਂ ਰੋਹ ਵਿੱਚ ਗੁਰੂ ਅੰਗਦ ਦੇਵ ਜੀ ਤੇ ਤਲਵਾਰ ਵੀ ਉਠਾਈ, ਪਰ ਉਹ ਰੁਕ ਗਿਆ ਜਦ ਅੱਗੋਂ ਗੁਰੂ ਜੀ ਨੇ ਠਰਮੇ ਵਿੱਚ ਬਚਨ ਕਹੇ। ਸ਼ਹਾਦਤ ਤਾਂ ਉਸ ਵੇਲੇ ਹੀ ਹੋ ਜਾਣੀ ਸੀ, ਪਰ ਆਪੂ ਮੁਸੀਬਤ ਵਿੱਚ ਹੋਣ ਕਾਰਨ ਫਕੀਰ ਦੀ ਆਹ ਭਾਗੀ ਨਹੀਂ ਸੀ ਬਣਨਾ ਚਾਹੁੰਦਾ। 15 ਸਾਲ ਹਮਾਯੂ ਦਰ ਦੀਆਂ ਠੋਕਰਾਂ ਖਾਂਦਾ ਰਿਹਾ। ਈਰਾਨ ਦੇ ਬਾਦਸ਼ਾਹ ਨੇ ਉਸ ਦੀ ਮਦਦ ਕੀਤੀ ਅਤੇ ਸੰਨ 1555 ਨੂੰ ਹਮਾਯੂ ਨੇ ਫੇਰ ਹਿੰਦੁਸਤਾਨ ਤੇ ਕਬਜ਼ਾ ਜਮਾ ਲਿਆ। ਅਜੇ ਤਖਤ ਤੇ ਬੈਠਿਆਂ 6 ਮਹੀਨੇ ਹੀ ਹੋਏ ਸਨ ਕਿ ਦਿੱਲੀ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਉਸ ਦਾ ਪੈਰ ਖਿੜਕ ਗਿਆ ਅਤੇ ਐਸਾ ਡਿੱਗਾ ਕਿ ਫੇਰ ਉੱਠ ਹੀ ਨਾ ਸਕਿਆ। ਹਮਾਯੂ ਨੂੰ ਵੀ ਐਸਾ ਮੌਕਾ ਨਾ ਮਿਲ ਸਕਿਆ ਕਿ ਉਹ ਗੁਰੂ ਘਰ ਨਾਲ ਸਿੰਜੇ ਜਾਂ ਉਠਾਈ ਜਾ ਰਹੀ ਆਵਾਜ਼ ਨੂੰ ਬੰਦ ਕਰ ਦੇਵੇ। ਸੰਨ 1556 ਨੂੰ ਅਕਬਰ ਤਖਤ ਤੇ ਬੈਠਾ। ਕੁਝ ਸਾਲ ਉਸ ਨੂੰ ਸੰਭਲਦੇ ਲੰਘੇ, ਪਰ ਫੈਜੀ ਤੇ ਅਬੁਲ ਫਜ਼ਲ ਭਰਾਵਾਂ ਦੇ ਪ੍ਰਭਾਵ ਹੇਠ ਉਸ ਸੁਲਹ-ਕੁਨ ਦੀ ਨੀਤੀ ਅਪਣਾਈ। ਬਦਾਉਨੀ ਜਿਹਾ ਅਕਬਰ ਦਾ ਕੱਟੜ ਵਿਰੋਧੀ ਇਤਿਹਾਸਕਾਰ, ਜੋ ਉਸ ਦੀ ਹਰ ਗੱਲ ਨੂੰ ਨਿੰਦਦਾ ਹੈ ਪਰ ਸਵੀਕਾਰ ਕਰਦਾ ਹੈ ਕਿ ਅਕਬਰ ਧਾਰਮਿਕ ਖੁੱਲ੍ਹ ਖਿਆਲੀਆ ਸੀ ਅਤੇ ਹਰ ਕੋਈ ਪ੍ਰਭਾਤੇ ਉਸ ਨੂੰ ਸਿਜਦੇ ਵਿੱਚ ਦੇਖ ਸਕਦਾ ਸੀ, ਉਸ ਇਬਾਦਤਖਾਨਾ ਵੀ ਬਣਾਇਆ ਜਿੱਥੇ ਸਾਰੇ ਧਰਮਾਂ ਦੇ ਆਗੂਆਂ ਦੇ ਵਿਚਾਰ ਸੁਣਿਆ ਕਰਦਾ ਸੀ। ਸਿੱਖ ਧਰਮ ਦੇ ਮੁਖੀ ਭਾਈ ਗੁਰਦਾਸ ਜੀ ਵੀ ਇਬਾਦਤਖਾਨੇ ਵਿੱਚ ਆਪਣੀਆਂ ਵਿਚਾਰਾਂ ਦੱਸਦੇ ਰਹੇ। ਡਾਕਟਰ ਚੌਧਰੀ ਖੁਦਾਦਾਦ ਤਾਂ ਕਿਹਾ ਕਰਦੇ ਸਨ ਕਿ ਹਰ ਇੱਕ ਮਹਾਜਬ ਦਾ ਟਾਕਰਵਾਂ ਮੁਤਾਲਿਆ ਕਰਨ ਦਾ ਅਸੂਲ ਅਕਬਰ ਨੇ ਸਿੱਖ ਘਰ ਤੋਂ ਹੀ ਅਪਣਾਇਆ ਸੀ। ਅਕਬਰ ਹੁਣ ਕਹਿਣ ਲੱਗ ਪਿਆ ਸੀ, ਜਜ਼ੀਆ ਪ੍ਰਾਪਤ ਕਰਕੇ ਗਰੀਬਾਂ ਅਤੇ ਅਧੀਨਾਂ ਨੂੰ ਤੰਗ ਕਰਨਾ ਚੰਗਾ ਪ੍ਰਤੀਤ ਨਹੀਂ ਹੁੰਦਾ। ਧਾਰਮਿਕ ਫਰਕ ਨੂੰ ਮਿਟਾ ਕੇ ਪਰਮਾਤਮਾ ਦੇ ਸਾਰੇ ਬੰਦਿਆਂ ਨੂੰ ਇੱਕੋ ਅੱਖ ਨਾਲ ਦੇਖਣਾ ਚਾਹੀਦਾ ਹੈ। ਜਿਵੇਂ ਸੂਰਜ ਦੀ ਰੌਸ਼ਨੀ ਤੋਂ ਭਲੇ ਬੁਰੇ ਸਭ ਆਸਤਕ ਨਾਸਤਕ ਫੈਜ਼ਯਾਬ ਹੁੰਦੇ ਹਨ, ਤਿਵੇਂ ਬਾਦਸ਼ਾਹ ਵੀ ਪਰਮਾਤਮਾ ਦੇ ਬੰਦਿਆਂ ਨਾਲ ਇਕਸਾਰ ਵਰਤਾਓ ਕਰੇ। ਹਿੰਦੂਆਂ ਮੁਸਲਮਾਨਾਂ ਦਾ ਵੈਰ ਕਿਉਂ ਹੈ, ਜਦ ਕਿ ਇਹ ਹੀ ਪ੍ਰਕਾਸ਼ ਤੋਂ ਮੱਕਾ ਅਤੇ ਮੰਦਰ ਰੌਸ਼ਨ ਹਨ। ਮਾਮਲਾ ਉਗਰਾਉਣ ਵਿੱਚ ਵੀ ਕਰੜਾਈ ਨਾ ਕਰੋ, ਕਿਉਂਕਿ ਕਰੜਾਈ ਕਰਨ ਵਾਲਾ ਭੈੜੀ ਮੌਤ ਮਰਦਾ ਹੈ। ਲੋਕਾਂ ਨਾਲ ਨਰਮੀ ਦਾ ਵਰਤਾਓ ਕਰੋ। ਧਰਮ ਸੰਬੰਧੀ ਐਸੀਆਂ ਵਿਚਾਰਾਂ ਵੀ ਉਹ ਦਿੰਦਾ ਸੀ ਕਿ ਅੰਧ ਵਿਸ਼ਵਾਸ ਦੀ ਹਨੇਰੀ ਵਿੱਚ ਸੱਤ ਦੀ ਭਾਲ ਅਤੇ ਅਸੱਤ ਵਿੱਚ ਫਰਕ ਦੱਸਣ ਦਾ ਦੀਵਾ ਬੁਝ ਗਿਆ ਹੈ। ਅਸਲ ਗੱਲ ਨੂੰ ਵਿਚਾਰਨ ਜਾਂ ਧਰਮ ਨੂੰ ਚੰਗੀ ਤਰ੍ਹਾਂ ਸਮਝਣ ਦੀ ਥਾਂ ਉਹਨਾਂ ਉੱਤੇ ਸ਼ਰਧਾ ਅਤੇ ਉਹਨਾਂ ਦੀਆਂ ਰੀਤਾਂ ਨੂੰ ਸੱਚ ਧਰਮ ਸਮਝ ਲੈਂਦਾ ਹੈ, ਜੋ ਮਾਤ ਪਿਤਾ ਮਿੱਤਰਾਂ ਗਵਾਂਢੀਆਂ ਤੋਂ ਉਸ ਸੁਣ ਰੱਖੀਆਂ ਹਨ। ਕੱਟੜ ਖਿਆਲੀਏ ਮੁਸਲਮਾਨ ਅਕਬਰ ਵਿਰੁੱਧ ਪ੍ਰਚਾਰ ਕਰਨ ਲੱਗ ਪਏ ਸਨ। ਉਹ ਚਿਸ਼ਤੀ ਸਿਲਸਿਲੇ ਤੋਂ ਪ੍ਰਭਾਵਿਤ ਸੀ। ਨਕਸ਼ਬੰਦੀਆਂ ਨੂੰ ਉਸ ਨੇੜੇ ਨਾ ਆਉਣ ਦਿੱਤਾ। ਜਹਾਂਗੀਰ ਦੇ ਜਨਮ ਤੇ ਅਕਬਰ ਨੇ ਫਤਿਹਪੁਰ ਸੀਕਰੀ ਤੋਂ ਅਜਮੇਰ ਤੱਕ ਦਾ ਪੈਂਡਾ, ਜੋ 12 ਕੋਹ ਦੇ 7 ਪੜਾਅ ਸਨ, ਪੈਦਲ ਤੈਅ ਕੀਤਾ। ਨਾਂ ਵੀ ਸਲੀਮ ਰੱਖਿਆ। ਅਜਮੇਰ ਚਿਸ਼ਤੀ ਪੀਰ ਦਾ ਨਾਂ ਸ਼ੈਖ ਸਲੀਮ ਸੀ। ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਵਿਰੋਧੀਆਂ ਨੇ ਈਰਖਾ ਕਰਕੇ ਅਕਬਰ ਤੱਕ ਸ਼ਿਕਾਇਤਾਂ ਕੀਤੀਆਂ, ਪਰ ਹਰ ਵਾਰੀ ਅਕਬਰ ਨੇ ਈਰਖਾਲੂਆਂ ਨਿੰਦਕਾਂ ਨੂੰ ਝੂਠਾ ਕੀਤਾ, ਸਗੋਂ ਗੁਰੂ ਪਾਤਸ਼ਾਹ ਦਾ ਆਦਰ ਕੀਤਾ। ਇੱਥੋਂ ਤੱਕ ਕਿ ਗੁਰੂ ਅਮਰਦਾਸ ਜੀ ਦੀ ਲੜਕੀ ਬੀਬੀ ਭਾਨੀ ਦੇ ਨਾਂ ਬੇਨਤੀ ਕਰਕੇ ਜਗੀਰ ਵੀ ਲਗਵਾਈ। ਗੁਰੂ ਅਰਜਨ ਦੇਵ ਜੀ ਅਕਬਰ ਦੇ ਹੁੰਦਿਆਂ ਹੀ ਸੰਨ 1581 ਨੂੰ ਤਖਤ ਤੇ ਬੈਠੇ। ਵਿਰੋਧੀਆਂ ਨੇ ਫਿਰ ਕਈ ਵਾਰੀ ਸ਼ਿਕਾਇਤਾਂ ਕੀਤੀਆਂ, ਪਰ ਉਹਨਾਂ ਦੀ ਦਾਲ ਨਾ ਗਲੀ। ਗੁਰੂ ਗ੍ਰੰਥ ਸਾਹਿਬ ਵਿਰੁੱਧ ਵੀ
ਊਜਾਂ ਲਗਾਈਆਂ, ਪਰ ਅਕਬਰ ਨੇ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮਹਾਨ ਸਰਬ ਸਾਂਝਾ ਆਦਰਯੋਗ ਗ੍ਰੰਥ ਕਹਿ ਕੇ ਸਿਰ ਨਿਵਾਇਆ। ਜਹਾਂਗੀਰ ਦਾ ਗੁਰੂ ਘਰ ਸੰਬੰਧੀ ਵਤੀਰਾ ਅਤੇ ਅਕਬਰ ਦਾ ਗੁਰੂ ਘਰ ਦੇ ਆਦਰ ਦਾ ਟਾਕਰਾ ਤੁਜ਼ਕ ਤੇ ਅਕਬਰਨਾਮਾ ਤੋਂ ਹੀ ਹੋ ਜਾਂਦਾ ਹੈ। ਅਕਬਰਨਾਮਾ ਦੇ ਪੰਨਾ 2514 ਤੇ ਲਿਖਿਆ ਹੈ ਕਿ ਅਕਬਰ ਹਾਥੀ ਤੇ ਸਵਾਰ ਹੋ ਗੋਇੰਦਵਾਲ ਕੋਲੋਂ ਆਪਣੀ ਜੇਤੂ ਫੌਜ ਸਮੇਤ ਲੰਘਿਆ। ਉੱਥੇ ਹੀ ਦਰਿਆ ਪਾਰ ਕੀਤਾ। ਉਸੇ ਦਿਨ ਬਾਦਸ਼ਾਹ ਗੁਰੂ ਅਰਜਨ ਦੇਵ ਜੀ ਦੇ ਡੇਰੇ ਵੀ ਗਿਆ। ਇਹ ਪਿਓ ਦਾਦੇ ਤੋਂ ਹਿੰਦੂਆਂ ਦੇ ਸ਼੍ਰੋਮਣੀ ਨੇਤਾ ਚਲੇ ਆ ਰਹੇ ਸਨ। ਸੁਜਾਨ ਰਾਏ ਭੰਡਾਰੀ ਨੇ ਹੋਰ ਵਿਸਥਾਰ ਨਾਲ ਦਿੱਤਾ ਹੈ ਕਿ ਅਕਬਰ ਗੁਰੂ ਅਰਜਨ ਦੇਵ ਜੀ ਨੂੰ ਮਿਲੇ ਅਤੇ ਬਾਬਾ ਨਾਨਕ ਦੇ ਬ੍ਰਹਮ ਗਿਆਨ ਸੰਬੰਧੀ ਉਚਾਰਨ ਕੀਤੇ ਸ਼ਬਦ ਉਹਨਾਂ ਦੇ ਮੂੰਹੋਂ ਸੁਣ ਕੇ ਬਹੁਤ ਪ੍ਰਸੰਨ ਹੋਇਆ। ਉਧਰ ਤੁਜ਼ਕ ਵਿੱਚ ਜਹਾਂਗੀਰ ਆਪੂ ਲਿਖਦਾ ਹੈ ਕਿ ਚੁਨਾਕੀ ਬਹੁਤ ਸਾਰੇ ਭੋਲੇ ਹਿੰਦੂਆਂ ਬਲਕਿ ਮੂਰਖ ਤੇ ਕਮੀਨੇ ਮੁਸਲਮਾਨਾਂ ਨੂੰ ਵੀ ਉਸ ਨੇ ਆਪਣੀ ਰਹੁ ਰੀਤੀ ਦੇ ਅਨੁਸਾਰੀ ਬਣਾ ਕੇ ਪੀਰੀ ਤੇ ਵਲੀ ਪੁਣੇ ਦੀ ਉੱਚੀ ਡੌਂਡੀ ਪਿਟਵਾਈ ਹੋਈ ਸੀ। ਸਾਰੇ ਉਸ ਨੂੰ ਗੁਰੂ ਕਹਿੰਦੇ। ਲਾਂਭੇ ਸ਼ਾਂਭੇ ਤੋਂ ਗੁਆਰ ਤੇ ਗੁਆਰਾਂ ਦੇ ਪੁਜਾਰੀ ਲੋਕ ਉਸ ਪਾਸ ਆਉਂਦੇ ਅਤੇ ਪੂਰੀ ਸ਼ਰਧਾ ਉਸ ਤੇ ਪ੍ਰਗਟ ਕਰਦੇ। 3-4 ਪੀੜ੍ਹੀਆਂ ਤੋਂ ਇਹ ਦੁਕਾਨ ਜਾਰੀ ਸੀ। ਚਿਰਾਂ ਤੋਂ ਮੇਰਾ ਚਿੱਤ ਸੀ ਕਿ ਕੂੜ ਦੀ ਹੱਟੀ ਨੂੰ ਬੰਦ ਕਰ ਦੇਵਾਂ ਜਾਂ ਉਹਨਾਂ ਨੂੰ ਮੁਹੰਮਦ ਉਮਤ ਵਿੱਚ ਲੈ ਆਵਾਂ। ਤਰਨਤਾਰਨ ਵਿਖੇ ਅਕਵਾਮ ਮੁਖਤਲਿਫ ਦੇ ਲੋਕਾਂ ਨੂੰ ਵੱਡੀ ਤਾਦਾਦ ਵਿੱਚ ਸਿਜਦੇ ਕਰਦੇ ਜਹਾਂਗੀਰ ਦੇਖ ਚੁੱਕਾ ਸੀ। ਇਹ ਵੀ ਜਹਾਂਗੀਰ ਨੂੰ ਚੁਭਦਾ ਸੀ। ਫਿਰ ਅਕਬਰ ਨੇ ਮਰਨ ਵੇਲੇ ਇਹ ਵਸੀਅਤ ਵੀ ਕੀਤੀ ਸੀ ਕਿ ਉਸ ਦੀ ਮ੍ਰਿਤਕ ਦੇਹ ਨੂੰ ਕਬਰ ਵਿੱਚ ਪਾਉਣ ਵੇਲੇ ਇਹ ਸੰਭਾਲ ਰੱਖੀ ਜਾਏ ਕਿ ਉਸ ਦਾ ਮੂੰਹ ਸੂਰਜ ਵੱਲ ਹੋਵੇ ਤੇ ਪੈਰ ਪੱਛਮ ਵੱਲ, ਅਤੇ ਜਦ ਸਿਕੰਦਰੀਆਂ ਦਬਾਇਆ ਗਿਆ ਤਾਂ ਅਜਿਹਾ ਕੀਤਾ ਗਿਆ। ਅੱਜ ਵੀ ਉਹ ਇਸੇ ਦਿਸ਼ਾ ਵਿੱਚ ਲੇਟਿਆ ਦੇਖਿਆ ਜਾ ਸਕਦਾ ਹੈ। ਸੋ ਅਕਬਰ ਦਾ ਸਮਾਂ ਆਦਰ ਆਸ਼ਤੀ ਦਾ ਸਮਾਂ ਸੀ। ਅਕਬਰ ਦੀ ਮ੍ਰਿਤਿੂ 17 ਅਕਤੂਬਰ 1605 ਨੂੰ ਆਗਰੇ ਵਿਖੇ ਹੋਈ। 7 ਦਿਨਾਂ ਦਾ ਰਾਜ ਸੋਗ ਮਨਾਇਆ ਗਿਆ ਅਤੇ 24 ਅਕਤੂਬਰ ਨੂੰ ਜਹਾਂਗੀਰ ਤਖਤ ਤੇ ਬੈਠਾ। ਇਤਿਹਾਸ ਵਿੱਚ ਹੈਰਾਨੀ ਨਾਲ ਪੜ੍ਹਿਆ ਜਾਂਦਾ ਹੈ ਕਿ ਪੂਰੇ 7 ਮਹੀਨਿਆਂ ਬਾਅਦ ਉਹ 15 ਮਈ 1606 ਨੂੰ ਗੁਰੂ ਅਰਜਨ ਦੇਵ ਜੀ ਦੇ ਘਰ ਘਾਟ ਮਾਲ ਅਸਬਾਬ ਤੇ ਬੱਚੇ ਜ਼ਬਤ ਤੇ ਗ੍ਰਿਫਤਾਰ ਕਰਨ ਦਾ ਹੁਕਮ ਦਿੰਦਾ ਹੈ। ਜਹਾਂਗੀਰ ਦੇ ਆਪਣੇ ਸ਼ਬਦਾਂ ਵਿੱਚ, ਮੈਂ ਹੁਕਮ ਦਿੱਤਾ ਕਿ ਉਸ ਗੁਰੂ ਅਰਜਨ ਨੂੰ ਹਾਜ਼ਰ ਕੀਤਾ ਜਾਏ ਅਤੇ ਉਸ ਦੇ ਘਰ ਘਾਟ ਬੱਚੇ ਮੁਰਤਜ਼ਾ ਖਾਨ ਦੇ ਹਵਾਲੇ ਕਰ ਦਿੱਤੇ ਜਾਣ। ਉਸ ਦਾ ਮਾਲ ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਗੁਰੂ ਜੀ ਨੂੰ ਤਸੀਹੇ ਦੇ ਕੇ ਕਤਲ ਕੀਤਾ ਜਾਏ। ਇਹ ਸਭ ਕੁਝ ਇਤਨੀ ਛੇਤੀ ਹੋ ਗਿਆ ਕਿ ਨਾ ਕਿਸੇ ਸਮਕਾਲੀ ਨੂੰ ਨਾ ਪਿੱਛੋਂ ਆਏ ਮੁਹਾਸਿਨ ਫਾਨੀ ਨੂੰ ਇਸ ਸ਼ਹਾਦਤ ਦੇ ਅਸਲ ਮੂਲ ਕਾਰਨ ਦਾ ਪਤਾ ਲੱਗ ਸਕਿਆ। ਜਿਨ੍ਹਾਂ ਨੂੰ ਪਤਾ ਸੀ ਉਹਨਾਂ ਲਿਖਿਆ ਨਾ। ਭਾਈ ਗੁਰਦਾਸ ਜੀ ਤੱਕ ਨੇ ਕਾਰਨਾਂ ਨੂੰ ਨਾ ਪ੍ਰਗਟਾਇਆ। ਰਹੱਸਮਈ ਢੰਗ ਨਾਲ ਤਸੀਹਿਆਂ ਦਾ ਤਾਂ ਜ਼ਿਕਰ ਕੀਤਾ ਪਰ ਕਾਰਨ ਨਾ ਲਿਖੇ। ਜਹਾਂਗੀਰ ਆਪਣੇ ਆਪ ਨੂੰ ਦੀਨੀ ਭਰਾਵਾਂ ਵਿੱਚ ਇਸਲਾਮ ਦਾ ਰਾਖਾ ਕਰਕੇ ਪ੍ਰਸਿੱਧ ਹੋਣਾ ਚਾਹੁੰਦਾ ਸੀ। ਉਸ ਆਪਣੀ ਆਤਮ ਕਥਾ ਵਿੱਚ ਸਵਿਸਥਾਰ ਲਿਖ ਦਿੱਤਾ, ਪਰ ਉਸ ਵੇਲੇ ਸਮੇਂ ਦੀ ਗੋਦ ਪਿਆ ਰਿਹਾ। ਜਦ ਤੁਜ਼ਕ ਸਾਹਮਣੇ ਆਈ ਤਾਂ ਸਾਰਾ ਮਾਜਰਾ ਖੁੱਲ੍ਹ ਗਿਆ। ਸਾਖੀਕਾਰ ਪ੍ਰਿਥੀ ਚੰਦ ਅਤੇ ਚੰਦੂ ਤੇ ਹੀ ਇਲਜ਼ਾਮ ਧਰਦੇ ਰਹੇ। ਉਂਝ ਗੁਰੂ ਹਰਗੋਬਿੰਦ ਜੀ ਨੇ ਜਹਾਂਗੀਰ ਨੂੰ ਕਹਿ ਦਿੱਤਾ ਸੀ ਕਿ ਪਿਤਾ ਦੀ ਸ਼ਹਾਦਤ ਦਾ ਲੇਖਾ ਖੁਦਾ ਦੀ ਦਰਗਾਹ ਵਿੱਚ ਹੀ ਹੋਵੇਗਾ। ਸ਼੍ਰੀ ਰਾਮ ਸ਼ਰਮਾ ਨੇ ਮੁਗਲਾਂ ਦੀ ਧਾਰਮਿਕ ਨੀਤੀ ਬਾਰੇ ਲਿਖਿਆ ਹੈ ਕਿ ਜਹਾਂਗੀਰ ਵੇਲੇ ਮੁਗਲਾਂ ਦੀ ਧਾਰਮਿਕ ਨੀਤੀ ਨੇ ਪੁੱਠੀ ਪਵਾਟੀ ਮਾਰੀ। ਜਹਾਂਗੀਰ ਉਤਨਾ ਖੁੱਲ੍ਹਦਿਲਾ ਨਹੀਂ ਸੀ ਜਿਤਨਾ ਉਸਦਾ ਬਾਪ ਅਕਬਰ। ਤਖਤ ਤੇ ਬੈਠਦਿਆਂ ਸਾਰ ਹੀ ਉਸਨੇ ਐਲਾਨ ਕੀਤਾ ਕਿ ਉਹ ਇਸਲਾਮ ਦੀ ਰੱਖਿਆ ਕਰੇਗਾ। ਉਹ ਆਪਣੇ ਰਾਜ ਵਿੱਚ ਅਜਿਹੇ ਕੇਂਦਰ ਨਹੀਂ ਰਹਿਣ ਦੇਵੇਗਾ ਜਿਨ੍ਹਾਂ ਦੀ ਹੋਂਦ ਸਰਕਾਰ ਲਈ ਮਾਰੂ ਅਤੇ ਇਸਲਾਮ ਲਈ ਹਾਨੀਕਾਰਕ ਸਾਬਿਤ ਹੋਵੇ। ਮੁਸਲਮਾਨ ਦਾ ਧਰਮ ਤਬਦੀਲ ਕਰਨਾ ਉਸਨੂੰ ਸੱਲ ਵਾਂਗ ਲੱਗਦਾ ਸੀ। ਉਸਦਾ ਆਪਣੀ ਤੁਜ਼ਕ ਵਿੱਚ ਚਿਰਾਂ ਤੋਂ ਲਿਖਣਾ ਦੱਸਦਾ ਹੈ ਕਿ ਗੁਰੂ ਘਰ ਦੇ ਘੇਰੇ ਨੂੰ ਵੱਧਦਾ ਉਹ ਦੇਖਦਾ ਰਿਹਾ ਸੀ, ਪਰ ਉਸਨੂੰ ਇੱਕ ਅੱਖ ਨਹੀਂ ਸੀ ਪਾਉਂਦਾ। ਫਿਰ ਇਸ ਕਿਸਮ ਦਾ ਹਵਾਲਾ ਉਸਦੇ ਆਖਰੀ ਹੁਕਮ ਵਿੱਚੋਂ ਵੀ ਮਿਲਦਾ ਹੈ, ਜਿਸ ਵਿੱਚ ਉਸ ਲਿਖਿਆ ਹੈ, ਉਸ ਦੀਆਂ ਕਾਫਰਾਨਾ ਚਾਲਾਂ ਨੂੰ ਅੱਗੇ ਤੋਂ ਹੀ ਚੰਗੀ ਤਰ੍ਹਾਂ ਜਾਣਦਾ ਸੀ। ਡਾਕਟਰ ਵਿਲਫਰੈਡ ਕੈਟਵਾਲ ਸਮਿਥ, ਜੋ ਹਾਰਵਰਡ ਯੂਨੀਵਰਸਿਟੀ ਦੇ ਵਿਸ਼ਵ ਦੇ ਸਾਰੇ ਧਰਮਾਂ ਦਾ ਅਧਿਐਨ ਵਾਲੇ ਕੇਂਦਰ ਦੇ ਡਾਇਰੈਕਟਰ ਹਨ, ਦਾ ਕਹਿਣਾ ਹੈ ਕਿ ਸ਼ਰੀਅਤ ਦੀ ਦਾਰ ਉਲ ਹਰਬ ਧਾਰਾ ਅਧੀਨ ਬਾਦਸ਼ਾਹ ਇਹ ਜ਼ਿੰਮੇਵਾਰੀ ਸਮਝਦਾ ਹੈ ਕਿ ਜੋ ਮੁਸਲਮਾਨ ਵਰਗਲਾਏ ਜਾਂ ਦਬਾਏ ਜਾ ਰਹੇ ਹੋਣ ਉਹਨਾਂ ਦੀ ਮਦਦ ਤੇ ਪੁੱਜੇ। ਜਹਾਂਗੀਰ ਨੇ ਹਿੰਦੁਸਤਾਨ ਨੂੰ ਇੱਕ ਪ੍ਰਕਾਰ ਦਾ ਦਾਰ ਉਲ ਇਸਲਾਮ ਹੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ। ਜਹਾਂਗੀਰ ਦੀ ਲਿਖੀ
ਤੁਜਕ ਤੋਂ ਇਹ ਗੱਲ ਵੀ ਪ੍ਰਗਟ ਹੁੰਦੀ ਹੈ ਕਿ ਉਹ ਐਸੇ ਫਕੀਰਾਂ ਕੋਲ ਜਾ ਕੇ ਖੁਸ਼ ਹੁੰਦਾ ਸੀ ਜੋ ਸੰਸਾਰ ਤੋਂ ਦੂਰ, ਨਸੇ ਹੋਏ ਅਤੇ ਸਮਾਜ ਨਾਲੋਂ ਅਮਲੀ ਤੌਰ ਤੇ ਕੱਟੇ ਹੋਏ ਸਨ। ਇਸ ਤੋਂ ਉਲਟ ਗੁਰੂ ਅਰਜਨ ਜੀ ਦਾ ਸ਼ਾਹੀ ਠਾਠ ਕਿਵੇਂ ਭਾ ਸਕਦਾ ਸੀ? ਉਹ ਲਿਖਦਾ ਹੈ, ਇੱਕ ਫਕੀਰ ਕਈ ਸਾਲਾਂ ਤੋਂ ਉਜੈਨ ਦੇ ਜੰਗਲਾਂ ਵਿੱਚ ਰਹਿ ਰਿਹਾ ਸੀ। ਉਸ ਨੂੰ ਦੇਖਣ ਦੀ ਮੇਰੀ ਤੀਬਰ ਇੱਛਾ ਹੋਈ। ਉਸ ਨੂੰ ਮੈਂ ਆਗਰੇ ਬੁਲਾਉਣ ਦਾ ਵੀ ਸੋਚਿਆ, ਪਰ ਡਰ ਗਿਆ ਕਿ ਮਤੇ ਉਹ ਗੁੱਸੇ ਹੋ ਜਾਏ। ਸੋ ਮੈਂ ਆਪੂ ਉਜੈਨ ਗਿਆ। ਉਸ ਨੂੰ ਮੈਂ ਮਿਲਣ ਲਈ ਪੈਦਲ ਟੁਰ ਪਿਆ। ਉਸ ਦਾ ਡੇਰਾ ਇੱਕ ਉੱਚੇ ਟਿੱਬੇ ਤੇ ਗੁਫਾ ਵਿੱਚ ਸੀ। ਗੁਫਾ ਦਾ ਰਾਹ ਇਤਨਾ ਭੀੜਾ ਸੀ ਕਿ ਲਿੱਸਾ ਪਤਲਾ ਪੁਰਸ਼ ਮੁਸ਼ਕਿਲ ਨਾਲ ਅੰਦਰ ਜਾ ਸਕਦਾ ਸੀ। ਉਹ ਸਦਾ ਉਸੇ ਗੁਫਾ ਵਿੱਚ ਰਹਿੰਦਾ ਸੀ। ਬਿਸਤਰਾ ਜਾਂ ਚਟਾਈ ਉਸ ਪਾਸ ਕੁਝ ਵੀ ਨਹੀਂ ਸੀ। 7 ਘਰਾਂ ਤੋਂ ਜੋ ਉਸ ਦੇ ਮਰੀਦ ਸਨ, 3 ਘਰਾਂ ਵਿੱਚ 5-5 ਰੋਟੀਆਂ ਦੀਆਂ ਗਰਾਹੀਆਂ ਮੰਗ ਕੇ ਉਸ ਦੀ ਤਲੀ ਤੇ ਰੱਖਦੇ ਅਤੇ ਬਿਨਾਂ ਚਬਾਏ ਉਹ ਅੰਦਰ ਲੰਘਾ ਜਾਂਦਾ ਸੀ, ਤਾਂ ਜੋ ਉਸ ਨੂੰ ਖਾਣ ਦੇ ਸਵਾਦ ਦਾ ਵੀ ਪਤਾ ਨਾ ਲੱਗੇ। ਮੇਰੀ ਉਸ ਦੀ ਮੁਲਾਕਾਤ 6 ਘੜੀ ਤੱਕ ਹੋਈ। ਉਹ ਮੇਰੇ ਨਾਲ ਗੂੜ੍ਹੀਆਂ ਤੇ ਰਮਜ਼ ਭਰੀਆਂ ਗੱਲਾਂ ਕਰਦਾ ਰਿਹਾ। ਉਸ ਦੇ ਬਚਨਾਂ ਦਾ ਮੇਰੇ ਤੇ ਸੋਹਣਾ ਪ੍ਰਭਾਵ ਪਿਆ। ਮੇਰੇ ਮਿਲਣ ਤੇ ਉਹ ਬਹੁਤ ਖੁਸ਼ ਹੋਇਆ। ਜਿਸ ਵੇਲੇ ਮੇਰੇ ਪਿਤਾ ਅਕਬਰ ਅਸੀਰਗੜ੍ਹ ਜਿੱਤ ਕੇ ਆਗਰੇ ਮੁੜ ਰਹੇ ਸਨ, ਤਾਂ ਇਸੇ ਥਾਂ ਇਹਨਾਂ ਦੀ ਇਸ ਫਕੀਰ ਨਾਲ ਮੁਲਾਕਾਤ ਹੋਈ ਸੀ। ਇਹ ਸਭ ਲਿਖਣ ਦਾ ਭਾਵ ਹੈ ਕਿ ਉਹ ਫਕੀਰਾਂ ਪਾਸ ਪੈਂਡੇ ਦੀਆਂ ਮੁਸ਼ਕਲਾਂ ਝਾਗ ਕੇ ਵੀ ਜਾਂਦਾ ਸੀ। ਉਹ ਗੁਰੂ ਅਰਜਨ ਜੀ ਦੀ ਫਕੀਰੀ ਅਤੇ ਅਜ਼ਮਤ ਦਾ ਕਾਇਲ ਸੀ, ਪਰ ਦੇਖਣਾ ਉਸ ਨੂੰ ਮੁਹੰਮਦ ਉਮਤ ਵਿੱਚ ਚਾਹੁੰਦਾ ਸੀ। ਤੁਜਕ ਇਹ ਜਹਾਂਗੀਰੀ ਨੂੰ ਰਤਾ ਕੂ ਗਹੁ ਨਾਲ ਪੜ੍ਹਿਆ ਤਾਂ ਕਈ ਹੋਰ ਸੱਚਾਈਆਂ ਉਘੜ ਕੇ ਸਾਹਮਣੇ ਆਉਂਦੀਆਂ ਹਨ। ਆਪਣੇ ਸ਼ਾਹੀ ਮਹਿਲਾਂ ਵਿੱਚ ਉਹ ਨਿੱਤ ਨਵੀਂ ਸਵੇਰ ਰਾਜਪੂਤਾਂ ਦੀਆਂ ਲੜਕੀਆਂ ਦਾਖਲ ਕਰੀ ਜਾਂਦਾ ਸੀ, ਪਰ ਜੇ ਕਿਸੇ ਪਿਆਰ ਵਸ ਵੀ ਕਿਸੇ ਮੁਸਲਮਾਨ ਲੜਕੀ ਨਾਲ ਵਿਆਹ ਕਰਵਾ ਲਿਆ ਤਾਂ ਉਸ ਪ੍ਰੇਮੀ ਦੀ ਜ਼ੁਬਾਨ ਕਟਵਾ ਦਿੱਤੀ ਅਤੇ ਤਸੀਹੇ ਦਿੱਤੇ। ਤੁਜਕ ਦੇ ਪੰਨੇ 12 ਤੇ ਉਹ ਲਿਖਦਾ ਹੈ ਕਿ ਪਿਤਾ ਅਕਬਰ ਨੇ ਮੇਰੀ ਸ਼ਾਦੀ ਰਾਜਾ ਭਗਵਾਨ ਦਾਸ ਦੀ ਲੜਕੀ ਨਾਲ ਕੀਤੀ। ਪੰਨਾ 94 ਤੇ ਉਹ ਲਿਖਦਾ ਹੈ ਕਿ ਪਿਤਾ ਨੇ ਫਿਰ ਮੇਰੀ ਸ਼ਾਦੀ ਰਾਜਾ ਉਦੇ ਸਿੰਘ ਦੀ ਲੜਕੀ ਨਾਲ ਕੀਤੀ। ਪੰਨਾ 117 ਤੇ ਉਹ ਲਿਖਦਾ ਹੈ, ਮਹਿ ਜਹਾਂਗੀਰ ਨੇ ਆਪਣੀ ਸ਼ਾਦੀ ਜਗਤ ਸਿੰਘ ਦੀ ਲੜਕੀ ਨਾਲ ਕੀਤੀ। ਜਗਤ ਸਿੰਘ ਰਾਜਾ ਮਾਨ ਸਿੰਘ ਦਾ ਪੁੱਤਰ ਸੀ। ਫਿਰ ਪੰਨਾ 124 ਤੇ ਲਿਖਦਾ ਹੈ ਕਿ ਰਾਮਚੰਦਰ ਬੰਦੇਲਾ ਦੀ ਖਾਹਿਸ਼ ਤੇ ਮੈਂ ਉਸ ਦੀ ਲੜਕੀ ਨਾਲ ਸ਼ਾਦੀ ਕੀਤੀ ਅਤੇ ਸ਼ਾਹੀ ਮਹਿਲ ਵਿੱਚ ਦਾਖਲ ਕੀਤਾ। ਹੁਣ ਉਸ ਦੇ ਉਲਟ ਪੰਨਾ 107 ਤੇ ਦਰਜ ਘਟਨਾ ਪੜ੍ਹਨ ਨਾਲ ਸੰਬੰਧ ਰੱਖਦੀ ਹੈ। ਜਹਾਂਗੀਰ ਲਿਖਦਾ ਹੈ, ਰਾਜਾ ਬਿਕਰਮਾਜੀਤ ਦਾ ਪੁੱਤਰ ਮੇਰੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਹਰਾਮਜ਼ਾਦੇ ਬਾਰੇ ਮੈਂ ਬਹੁਤ ਕੁਝ ਸੁਣ ਚੁੱਕਾ ਸੀ। ਇੱਕ ਇਹ ਵੀ ਸ਼ਿਕਾਇਤ ਪੁੱਜੀ ਕਿ ਉਸਨੇ ਇੱਕ ਮੁਸਲਮਾਨ ਕੁੜੀ ਭੋਲੀ ਨੂੰ ਆਪਣੇ ਘਰ ਪਾਇਆ ਹੋਇਆ ਹੈ। ਮੈਂ ਉਸ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਅਤੇ ਉਸ ਦੀ ਜ਼ੁਬਾਨ ਕੱਟਣ ਦਾ ਹੁਕਮ ਵੀ ਜਾਰੀ ਕੀਤਾ ਅਤੇ ਹੋਰ ਇਹ ਹੁਕਮ ਦਿੱਤਾ ਕਿ ਅੱਗੇ ਤੋਂ ਉਸ ਨੂੰ ਭੰਗੀਆਂ ਨਾਲ ਰੱਖਿਆ ਜਾਵੇ ਅਤੇ ਉਹ ਖਾਣਾ ਵੀ ਉੱਥੇ ਹੀ ਖਾਏ। ਜਹਾਂਗੀਰ ਐਂਡ ਜੈਸੂਇਟ ਵਿੱਚ ਲਿਖਿਆ ਹੈ ਕਿ ਜਦ ਕੋਈ ਮੁਸਲਮਾਨ ਬਣਦਾ ਉਸ ਨੂੰ ਹਾਥੀ ਤੇ ਚੜਾ ਜਲੂਸ ਕੱਢਿਆ ਜਾਂਦਾ। ਫਿਰ ਪੰਨਾ 158 ਤੇ ਉਸਨੇ 2 ਘਟਨਾਵਾਂ ਲਿਖੀਆਂ ਜੋ ਉਸ ਦਾ ਹੋਰ ਤਸਬ ਸੁਭਾਅ ਦਰਸਾਉਣ ਲਈ ਕਾਫੀ ਹੋਣਗੀਆਂ। ਉਹ ਲਿਖਦਾ ਹੈ, ਮੈਂ ਅਜਮੇਰ ਸ਼ਰੀਫ ਲਈ ਬਹੁਤ ਵੱਡਾ ਦੇਗਾ ਬਣਵਾਇਆ ਜਿਸ ਵਿੱਚ 5000 ਪੁਰਸ਼ਾਂ ਲਈ ਖਾਣਾ ਪੱਕ ਸਕਦਾ ਸੀ। ਫਿਰ ਮੈਂ ਅਜਮੇਰ ਤੋਂ 3 ਮੀਲ ਇੱਕ ਤਲਾਬ ਪੁਸ਼ਕਰ ਤੇ ਪੁੱਜਾ ਜਿੱਥੇ ਹਿੰਦੂਆਂ ਦਾ ਪਾਵਨ ਤੀਰਥ ਹੈ। ਉਸ ਤਲਾਬ ਤੇ 3 ਦਿਨ ਮੁਰਗਾਬੀਆਂ ਦਾ ਸ਼ਿਕਾਰ ਖੇਡਿਆ ਅਤੇ ਫਿਰ ਮੰਦਰ ਅੰਦਰ ਗਿਆ ਅਤੇ ਇੱਕ ਬੁੱਤ ਡਿੱਠਾ ਜਿਸ ਦਾ ਸਿਰ ਸੂਰ ਵਾਂਗ ਸੀ ਅਤੇ ਧੜ ਮਨੁੱਖੀ। ਮੈਂ ਹੁਕਮ ਦਿੱਤਾ ਕਿ ਇਸ ਬੁੱਤ ਦੇ ਟੋਟੇ ਕਰਕੇ ਪਾਣੀ ਵਿੱਚ ਸੁੱਟ ਦਿੱਤੇ ਜਾਣ। ਇੱਕ ਹੋਰ ਬੁੱਤ ਵੀ ਭੰਨਿਆ ਜਿੱਥੇ ਜੋਗੀ ਰਹਿੰਦਾ ਸੀ। ਇੱਥੇ ਰਾਜਸ ਦੇ ਹਵਾਲੇ ਨਾਲ ਲਿਖਣਾ ਕੁਥਾਨ ਨਹੀਂ ਹੋਵੇਗਾ ਕਿ ਜਹਾਂਗੀਰ ਅਜੀਬ ਸੁਭਾਅ ਦਾ ਮਾਲਕ ਸੀ। ਉਹ ਖੜਾ ਹੋ ਕੇ ਆਪਣੇ ਸਾਹਮਣੇ ਜਿਉਂਦੇ ਮਨੁੱਖਾਂ ਦੀਆਂ ਖੱਲਾਂ ਲੁਹਾਉਂਦਾ ਦੇਖ ਸਕਦਾ ਸੀ। ਇੱਕ ਵਾਰੀ ਇੱਕ ਮਨੁੱਖ ਦੀ ਖੱਲ ਸਿਰਫ ਇਸ ਕਰਕੇ ਲੁਹਾ ਦਿੱਤੀ ਕਿ ਉਸਨੇ ਅੱਗੋਂ ਲੰਘ ਕੇ ਸ਼ਿਕਾਰ ਨੂੰ ਡਰਾ ਦਿੱਤਾ ਸੀ। ਉਹ ਅਬੁਲ ਫਜ਼ਲ ਜਿਹੇ ਵਿਦਵਾਨ ਨੂੰ ਕਤਲ ਕਰਵਾ ਕੇ ਫਖਰ ਮਹਿਸੂਸ ਕਰਦਾ ਸੀ। ਦੂਜੇ ਪਾਸੇ ਉਹ ਹਾਥੀਆਂ ਨੂੰ ਪਾਲਾ ਲੱਗਦਾ ਦੇਖ ਠੰਡੇ ਪਾਣੀ ਦੀ ਥਾਂ ਗਰਮ ਪਾਣੀ ਨਾਲ ਨੁਹਾ ਕੇ ਲੇਫ ਪਾਉਣ ਦਾ ਹੁਕਮ ਦਿੰਦਾ ਸੀ। ਸੁਭਾਅ ਵਿੱਚ ਟਿਕਾ ਨਹੀਂ ਸੀ। ਪ੍ਰਿੰਸਪ ਸਮਿਥ ਅਤੇ ਹੋਰ ਇਤਿਹਾਸਕਾਰਾਂ ਨੇ ਇਹ ਹੀ ਲਿਖਿਆ ਹੈ ਕਿ ਤਖਤ ਤੇ ਬੈਠਦੇ ਸਾਰ ਉਸਨੇ ਇਸਲਾਮ ਦੇ ਅਸੂਲਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਨੂੰ ਅਕਬਰ ਦੇ ਸਮੇਂ ਤਿਲਾਜਲੀ ਦੇ ਦਿੱਤੀ ਗਈ ਸੀ। ਗੈਰ ਮੁਸਲਮਾਨਾਂ ਤੇ ਸਖਤੀ ਦਾ ਦੌਰ ਆਰੰਭ ਹੋਇਆ। ਇੱਕ ਪਾਦਰੀ ਡਬਲਿਊ ਨੇ ਸਿੱਖਾਂ ਦੇ ਗੁਰੂ ਨਾਂ ਦੀ ਪੁਸਤਕ ਦੇ ਪੰਨਾ 38 ਤੇ ਬਹੁਤ ਹੀ ਢੁਕਵਾਂ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਜੀ ਇਸ ਲਈ ਸ਼ਹੀਦ ਕੀਤੇ ਗਏ ਕਿ ਉਹ ਦੀਨਾਂ ਦੀ ਮਦਦ ਕਰਨ ਤੇ ਤੁਲੇ ਹੋਏ ਸਨ। ਉਹ ਸੰਗਤ ਦਾ ਹੁਕਮ ਪਾਲਣ ਤੇ ਅੜੇ ਰਹੇ
ਉਹ ਦ੍ਰਿੜਤਾ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਤਬਦੀਲੀ ਕਰਨ ਤੋਂ ਇਨਕਾਰੀ ਸਨ। ਉਹਨਾਂ ਜਥੇਬੰਦੀ ਪੱਕੀ ਕੀਤੀ ਅਤੇ ਪੂਜਾ ਲਈ ਕੇਂਦਰੀ ਮੰਦਰ ਸਥਾਪਨ ਕੀਤਾ। ਸਿੱਖਾਂ ਨੂੰ ਗੁਰੂ ਗ੍ਰੰਥ ਵੀ ਬਖਸ਼ਿਆ, ਜਿਸ ਵਿੱਚ ਉਹਨਾਂ ਦੀ ਅਗਵਾਈ ਲਈ ਉਪਦੇਸ਼ ਸਨ। ਸੋ ਸ਼ਹਾਦਤ ਦਾ ਸਭ ਤੋਂ ਵੱਡਾ ਅਤੇ ਮੂਲ ਕਾਰਨ ਜਹਾਂਗੀਰ ਦੀ ਨੀਤੀ ਸੀ, ਜੋ ਗੁਰੂ ਨਾਨਕ ਦੇ ਨਿੱਤ ਦਿੱਤੇ ਅਤੇ ਦ੍ਰਿੜ ਕਰਾਏ ਜਾ ਰਹੇ ਆਜ਼ਾਦੀ ਦੇ ਉਪਦੇਸ਼ਾਂ ਨੂੰ, ਜੋ ਸਿੱਖਾਂ ਨੂੰ ਨਿਰਭੈ ਅਤੇ ਨਿਰਵੈਰ ਹੋਣ ਲਈ ਪ੍ਰੇਰ ਰਹੇ ਸਨ, ਸਹਾਰ ਨਾ ਸਕੀ। ਕਨਿੰਗਮ ਜਿੱਥੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਹੋਰ ਕਈ ਕਾਰਨ ਦਿੰਦਾ ਹੈ, ਉੱਥੇ ਬਹੁਤ ਸਾਫ਼ ਲਿਖਦਾ ਹੈ ਕਿ ਗੁਰੂ ਨਾਨਕ ਦੇ ਉਪਦੇਸ਼ਾਂ ਨੇ ਜਨਤਾ ਨੂੰ ਹਲੂਣ ਦਿੱਤਾ ਸੀ ਅਤੇ ਗੁਰੂ ਅਰਜਨ ਵੇਲੇ ਗੁਰੂ ਨਾਨਕ ਦੇ ਉਪਦੇਸ਼ਾਂ ਨੇ ਸਿੱਖ ਸੇਵਕਾਂ ਦੇ ਮਨਾਂ ਵਿੱਚ ਇੱਕ ਪੱਕੀ ਥਾਂ ਬਣਾ ਲਈ ਸੀ। ਸੋ ਇਹ ਸ਼ਹਾਦਤ ਅਵੱਸ਼ ਸੀ ਅਤੇ ਜਹਾਂਗੀਰ ਕਿਸੇ ਬਹਾਨੇ ਦੀ ਤਲਾਸ਼ ਵਿੱਚ ਸੀ ਅਤੇ ਉਹ ਬਹਾਨਾ ਉਸ ਨੂੰ ਖੁਸਰੋ ਦੀ ਬਗਾਵਤ ਵਿੱਚੋਂ ਮਿਲ ਗਿਆ। ਨਕਸ਼ਾਬੰਦੀਆਂ ਦੀ ਚੁੱਕ ਉਸ ਦਾ ਮਨ ਪੱਕਾ ਕਰਨ ਵਿੱਚ ਸਹਾਇਕ ਹੋ ਰਹੀ ਸੀ। ਸੋ ਇਹ ਦੇਖਣਾ ਵੀ ਠੀਕ ਰਹੇਗਾ ਕਿ ਨਕਸ਼ਾਬੰਦੀ ਕੌਣ ਸਨ ਅਤੇ ਇਹ ਗੁਰੂ ਅਰਜਨ ਜੀ ਦੀ ਸ਼ਹੀਦੀ ਸੁਣ ਕੇ ਇਤਨੇ ਪ੍ਰਸੰਨ ਕਿਉਂ ਹੋਏ। ਇਹ ਸਦਾ ਚੇਤੇ ਰਹੇ ਕਿ ਜਿਤਨੇ ਹੋਰ ਕਾਰਨ ਸਨ, ਉਹ ਜਹਾਂਗੀਰ ਦਾ ਮਨ ਬਣਾਉਣ ਲਈ ਹੀ ਸਨ। ਅਸਲ ਜਹਾਂਗੀਰ ਸੀ, ਬਾਕੀ ਪੂਰਕ ਸਨ। ਚੁੱਕ ਦੇਣ ਵਾਲਿਆਂ ਵਿੱਚ ਨਕਸ਼ਬੰਦੀ ਸਿਲਸਿਲਾ ਤੇ ਉਸ ਦਾ ਆਗੂ ਸ਼ੇਖ ਅਹਿਮਦ ਸਰਹੰਦੀ ਸੀ। ਸ਼ੇਖ ਅਹਿਮਦ ਨੂੰ ਇਮਾਮ ਰਬਾਬੀ ਵੀ ਕਹਿੰਦੇ ਸਨ ਅਤੇ ਆਪਣੇ ਆਪ ਨੂੰ ਉਹ ਮੁਜੱਦਦ ਅਲਫਸਾਨੀ ਭਾਵ ਇਸਲਾਮ ਦਾ ਰੱਖਿਅਕ ਕਹਿੰਦਾ ਸੀ। ਉਸ ਦਾ ਜਨਮ 26 ਅਪ੍ਰੈਲ 1563 ਨੂੰ ਹੋਇਆ ਸੀ। ਡਾਕਟਰ ਮੁਜੀਬ ਨੇ ਇੰਡੀਅਨ ਮੁਸਲਿਮ ਵਿੱਚ ਲਿਖਿਆ ਹੈ ਕਿ ਜਵਾਨੀ ਦੇ ਮੁੱਢਲੇ ਸਾਲਾਂ ਵਿੱਚ ਉਹ ਖੁੱਲ੍ਹੇ ਸੁਭਾਅ ਦਾ ਸੀ ਅਤੇ ਉਸ ਦਾ ਉੱਠਣ ਬੈਠਣ ਵੀ ਫੈਜੀ ਅਤੇ ਅਬੁਲ ਫਜ਼ਲ ਨਾਲ ਸੀ। ਉਹਨਾਂ ਦੋਵਾਂ ਭਰਾਵਾਂ ਨੂੰ ਤਫਸੀਰ ਲਿਖਣ ਵਿੱਚ ਅਹਿਮਦ ਸਰਹੰਦੀ ਨੇ ਸਹਾਇਤਾ ਵੀ ਕੀਤੀ ਸੀ। ਉਸ ਦਾ ਨਿਕਾਹ ਥਾਣੇਸਰ ਦੇ ਅਮੀਰ ਸ਼ੇਖ ਸੁਲਤਾਨ ਦੀ ਲੜਕੀ ਨਾਲ ਹੋਣ ਨਾਲ ਉਸ ਨੂੰ ਬਹੁਤ ਧਨ ਪ੍ਰਾਪਤ ਹੋਇਆ ਸੀ ਅਤੇ ਸਰਹੰਦ ਵਿੱਚ ਹੀ ਇੱਕ ਪੱਕੀ ਹਵੇਲੀ ਅਤੇ ਮਸਜਿਦ ਵੀ ਬਣਾ ਲਈ ਸੀ। ਪਰ ਜਦ ਉਹ ਸੰਨ 1600 ਵਿੱਚ ਖਵਾਜਾ ਬੱਕੀ ਬਿੱਲਾ ਦਾ ਚੇਲਾ ਬਣਿਆ ਅਤੇ ਬੱਕੀ ਨੇ ਇਹ ਕਹਿ ਦਿੱਤਾ ਕਿ ਇਹ ਅਹਿਮਦ ਸਰਹੰਦੀ ਇੱਕ ਅਜਿਹਾ ਦੀਵਾ ਹੈ ਜੋ ਜਹਾਨ ਰੌਸ਼ਨ ਕਰੇਗਾ, ਤਾਂ ਬਹੁਤ ਹੱਦ ਤੱਕ ਉਹ ਅਭਿਮਾਨੀ ਹੋ ਗਿਆ। ਅਹਿਮਦ ਸਰਹੰਦੀ ਨੇ ਇਹ ਪ੍ਰਚਾਰ ਆਰੰਭਿਆ ਕਿ ਅੱਲਾ ਨੇ ਉਸ ਨੂੰ ਇਸਲਾਮ ਦੀ ਰੱਖਿਆ ਲਈ ਭੇਜਿਆ ਹੈ। ਉਸ ਦੇ ਮੁਰੀਦਾਂ ਦਾ ਪੱਕਾ ਖਿਆਲ ਸੀ ਕਿ ਉਹ ਵਿਸ਼ਵ ਦਾ ਕਿਯੂਮ ਹੈ। ਕਿਯੂਮ ਦਾ ਭਾਵ ਹੁੰਦਾ ਹੈ ਜਿਸ ਦੇ ਅਧੀਨ ਸਰਵ ਨਾਮ ਰੂਪ ਵਸਤੂ ਗੁਣ ਧਾਤੂ ਧਰਮ ਹੁੰਦੇ ਹਨ, ਜਿਸ ਦੇ ਜਲਵੇ ਦੇ ਨੂਰ ਨਾਲ ਸਭ ਕਾਇਨਾਤ ਰੌਸ਼ਨ ਹੈ। ਚੌਵਰਕੀਆਂ ਤੇ ਚਿੱਠੀਆਂ ਰਾਹੀਂ ਉਸ ਨੇ ਪ੍ਰਚਾਰ ਆਰੰਭ ਦਿੱਤਾ। ਉਸ ਨੇ ਆਪਣੀਆਂ ਕਈ ਚਿੱਠੀਆਂ ਫਰੀਦ ਬੁਖਾਰੀ, ਜਿਸ ਨੂੰ ਜਹਾਂਗੀਰ ਨੇ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਸੀ ਅਤੇ ਜਿਸ ਨੇ ਗੁਰੂ ਅਰਜਨ ਨੂੰ ਜਹਾਂਗੀਰ ਦੇ ਹੁਕਮ ਨਾਲ ਗ੍ਰਿਫਤਾਰ ਕਰਕੇ ਸ਼ਹੀਦ ਕੀਤਾ ਸੀ, ਲਿਖੀਆਂ ਹਨ। ਅਹਿਮਦ ਸਰਹੰਦੀ ਕਿਤਨਾ ਕੱਟੜ ਖਿਆਲੀਆ ਸੀ, ਉਹ ਉਸ ਦੀਆਂ ਚਿੱਠੀਆਂ ਤੋਂ ਪ੍ਰਗਟ ਹੋ ਜਾਏਗਾ। ਇੱਕ ਚਿੱਠੀ ਵਿੱਚ ਉਹ ਕਿਸੇ ਹਿਰਦੇ ਰਾਮ ਦੇ ਇਸ ਖਿਆਲ ਨੂੰ ਨਿੰਦਦਾ ਹੈ ਕਿ ਰਾਮ ਰਹਿਮਾਨ ਇੱਕ ਹਨ। ਉਹ ਲਿਖਦਾ ਹੈ, ਰਾਮ ਕ੍ਰਿਸ਼ਨ ਆਦਿ ਜੋ ਹਿੰਦੂਆਂ ਦੇ ਪੂਜ ਹਨ, ਉਹ ਅੱਲਾ ਦੀ ਕਮੀਨਾ ਮਖਲੂਕ ਹਨ। ਉਹਨਾਂ ਨੇ ਮਾਤਾ ਦੇ ਉਦਰ ਤੋਂ ਜਨਮ ਲਿਆ ਅਤੇ ਪਿਤਾ ਦੇ ਲੁਫਤੇ ਤੋਂ ਹਨ। ਜਿਹੜਾ ਰਾਮ ਆਪਣੀ ਇਸਤਰੀ ਨੂੰ ਸੰਭਾਲ ਨਹੀਂ ਸਕਿਆ, ਉਹ ਦੂਜਿਆਂ ਦੀ ਕੀ ਸਹਾਇਤਾ ਕਰੇਗਾ। ਸ਼ਰਮ ਦੀ ਗੱਲ ਹੈ ਕਿ ਕੋਈ ਸਾਰੀ ਸ੍ਰਿਸ਼ਟੀ ਦੇ ਰਚਨਹਾਰ ਨੂੰ ਰਾਮ ਤੇ ਕ੍ਰਿਸ਼ਨ ਦੇ ਨਾਮ ਨਾਲ ਯਾਦ ਕਰੇ। ਇਹ ਇਸ ਤਰ੍ਹਾਂ ਹੈ ਕਿ ਕਿਸੇ ਚੱਕਰਵਰਤੀ ਰਾਜੇ ਨੂੰ ਹਰੀਜਨ ਤੇ ਭੰਗੀ ਕਿਹਾ ਜਾਏ। ਰਾਮ ਤੇ ਰਹਿਮਾਨ ਨੂੰ ਇੱਕ ਸਮਝਣਾ ਮਹਾਮੂਰਖਤਾ ਹੈ। ਹੁਣ ਇਸ ਦੇ ਟਾਕਰੇ ਗੁਰੂ ਅਰਜਨ ਦਾ ਫਰਮਾਨ ਕਹੋ ਨਾਨਕ ਗੁਰ ਖੋਏ ਭਰਮ ਏਕੋ ਅੱਲਾ ਪਾਰ ਬ੍ਰਹਮ ਪੜ੍ਹਿਆ ਅਹਿਮਦ ਸਰਹੰਦੀ ਦੀ ਚੁੱਕ ਤੇ ਟੱਕਰ ਦਾ ਪਤਾ ਲੱਗ ਜਾਏਗਾ। ਇੱਕ ਹੋਰ ਚਿੱਠੀ ਜੋ ਉਸਨੇ ਫਰੀਦ ਨੂੰ ਲਿਖੀ ਵਿੱਚ ਲਿਖਿਆ, ਮੇਰੀ ਇਹੋ ਹੀ ਇੱਛਾ ਹੈ ਕਿ ਖੁਦਾ ਦੁਸ਼ਮਣਾਂ ਤੇ ਪੈਗੰਬਰਾਂ ਦੇ ਵਿਰੋਧੀਆਂ ਨਾਲ ਆਖਰ ਤੱਕ ਟੱਕਰ ਲਈ ਜਾਏ। ਇਹਨਾਂ ਦਾ ਜਿਤਨਾ ਤਿਰਸਕਾਰ ਹੋਵੇ ਥੋੜਾ ਹੈ। ਇਹਨਾਂ ਦਾ ਮਾਣ ਰੋਜ਼ ਤੋੜਨਾ ਅਵੱਸ਼ ਚਾਹੀਦਾ ਹੈ। ਨਿਸ਼ਚੈ ਕਰਕੇ ਜਾਣੋ ਕਿ ਖੁਦਾ ਨੂੰ ਪ੍ਰਸੰਨ ਕਰਨ ਦਾ ਇਸ ਨਾਲੋਂ ਸੁਗਮ ਸਾਧਨ ਹੋਰ ਕੋਈ ਨਹੀਂ। ਇਸਲਾਮ ਦੀ ਇੱਜ਼ਤ ਕੁਫਰ ਤੇ ਕਾਫਰਾਂ ਦੀ ਖਵਾਰੀ ਵਿੱਚ ਹੈ। ਜਿਸ ਨੇ ਅਹਿਲੇ ਨੂੰ ਕੁਫਰ ਨੂੰ ਅਜੀਜ਼ ਰੱਖਿਆ, ਉਸ ਨੇ ਅਹਿਲੇ ਇਸਲਾਮ ਨੂੰ ਖਵਾਰ ਕੀਤਾ। ਇਹਨਾਂ ਨੂੰ ਨੇੜੇ ਵੀ ਲੱਗਣ ਨਹੀਂ ਦੇਣਾ ਚਾਹੀਦਾ। ਕੁੱਤਿਆਂ ਦੀ ਤਰ੍ਹਾਂ ਇਹਨਾਂ ਨੂੰ ਦੂਰ ਕਰਨਾ ਚਾਹੀਦਾ ਹੈ। ਇੱਕ ਹੋਰ ਚਿੱਠੀ ਵਿੱਚ ਮੁਜੱਦਦ ਲਿਖਦਾ ਹੈ, ਇਹਨਾਂ ਝੂਠੇ ਖੁਦਾਵਾਂ ਨੂੰ ਤੋੜਨਾ ਅਤੇ ਮਿੱਟੀ ਵਿੱਚ ਰੁਲਾਉਣ ਦੀ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਨਾਂ ਹਿੰਦੂਆਂ ਲੋਕਾਂ ਦੀ ਬਰਬਾਦੀ ਦੀ
हर कोशिश करनी चाहिए है। हिंदुस्तान विच हिंदुआं कोलों जजिया लैना बंद हो गया सी। इस दा कारण यह है कि पातशाह अकबर दे दरबार विच हिंदुआं दी पुछ होण लग पई है। हिंदुस्तान विच गऊ वध नालों उत्तम इस्लामी कर्म ते पुन्न होर कोई नहीं। मुर्तजा खान जहांगीर दे बहुत ही नेड़े हो गया सी। एक तां उसने खुसरो दी बगावत नूं अगे हो के दबाया सी, दूजे पंजाब विच अमन अमान कायम कीता सी। उस ते जहांगीर इतना खुश होया सी कि 1611 ईस्वी नूं सारा पंजाब ही जगीर विच दे दिता सी। मुर्तजा खान नक्शबंदी सी, सिद्धा मुजद्दद दे प्रभाव हेठ सी ਅਤੇ जहांगीर उस कोलों पुछ के तुरदा सी। मुजद्दद ने इस दे दिमाग विच पा दिता सी कि अश शरअ तहतस सैफ तलवार दे जोर नाल ही केवल सरअ नूं उच्चा मुकाम दिलवाया जा सकदा है। अहमद सरहंदी ने दसंबर 1605 नूं जहांगीर दे तख्त ते बैठण दे 8 हफ्तिਆਂ बाद ही मुर्तजा खान नूं लिखिया सी, जे शहनशाह जहांगीर दे हुण तख्त ते बैठदिਆਂ ही इस्लाम दे पैर हिंद विच जम गए तां खैर, पर जे ढल मठ हो गई तां पिछों डाढी औखियाई होवेगी। हुण जद कि शाह दी काफरां नाल कोई हमदर्दी नहीं है तां मुसलमानां लई गैर इस्लामी रिवाज विचार ਜਿਹੜੇ प्रचलित हो रहे हैं सहन करना बड़ा औखा है। गुरु अर्जन देव जी की शहादत उपरंत अहमद सरहंदी ने शुक्र मनाया सी कि एक काफर घट होया ते ਵਧਾਈ भेजी सी। ਉਹ चिट्ठी इस प्रकार सी, इन्हां दिनां विच ही गोइंदवाल दे भ्रिष्टे होए काफर गुरु अर्जन जी नूं कतल कर दिता गया। ਇਹ बड़ी शुभ घटना हुई है ਅਤੇ इस नाल हिंदुआं नूं एक वड्डी शिकस्त हुई है। उस नूं किसे कारण ਅਤੇ बहाने नाल भी मार सुट्टण नाल काफरां दी बड़ी हानि हुई है ਅਤੇ मुसलमानां लई ਇਹ महान लाभ दी गल बनी है। इस बेईमान दे कतल होण तो पहिलां मैनूं एक दिन सुपना आया सी कि पातशाह जहांगीर ने भ्रिष्ट अधर्मी दा सिर कुचल दिता है। इस विच संसा कोई नहीं कि ਉਹ गुरु अर्जन जी काफिर हिंदुआं दा जगत गुरु सी ਅਤੇ अधार्मिक रुचियां रखण वालियां दा शहनशाह सी। एक होर विच उस लिखिया सी कि जद अज काफिर अर्जन दे कतल दी खबर सुनी तां इस्लाम दे पैरोकार अपना फर्ज समझदे हन कि बादशाह नूं अपनी हमायत दा ऐलान करन ਅਤੇ शहरां ते इस्लाम दे वाधे ਲਈ होर ਵੱਧ ਚੜ੍ਹ सहायता करन। शहादत नूं मुजद्दद ने बिसियार खूब वाकिया कहा। सो स्पष्ट है कि गुरु पातशाह नूं शहीद करन लई मुर्तजा खान कोई बहाना घड़न नूं ਤਿਆਰ ਸੀ ਅਤੇ जहांगीर उस ते फुੱਲ ਚੜਾਉਣ ਲਈ ਉਤਾਵਲਾ ਸੀ। ਉਸ ਦਾ ਆਪਣਾ ਮਨ ਵੀ ਬਹਾਨੇ ਦੀ ਤਲਾਸ਼ ਵਿੱਚ ਸੀ ਅਤੇ ਉਹ ਬਹਾਨਾ ਖੁਸਰੋ ਦੀ ਬਗਾਵਤ ਵੇਲੇ ਮਿਲ ਗਿਆ। ਮੁਰਤਜ਼ਾ ਖਾਨ ਬਾਰੇ ਜਹਾਂਗੀਰ ਨੇ ਆਪਣੀ ਤੁਜਕ ਵਿੱਚ ਲਿਖਿਆ ਹੈ, ਸ਼ੇਖ ਫਰੀਦ ਮੇਰੇ ਬਾਪ ਅਕਬਰ ਦੇ ਰਾਜ ਵਿੱਚ ਮੀਰ ਬਖਸ਼ੀ ਸੀ। ਉਸ ਦੇ ਕੰਮਾਂ ਤੋਂ ਖੁਸ਼ ਹੋ ਕੇ 21 ਮੁਹੱਰਮ 1105 ਪੰਜਾਬ ਦਾ ਜੋ ਮੇਰੇ ਸਾਰਿਆਂ ਮੁਲਕਾਂ ਤੋਂ ਵੱਡਾ ਸੂਬਾ ਸੀ ਸੂਬੇਦਾਰ ਨਿਯਤ ਕੀਤਾ। ਉਸ ਨੂੰ ਸ਼ਾਲ ਖਾਸ ਵੀ ਦਿੱਤੀ। ਕਾਰਨਾਮਾ ਜਹਾਂਗੀਰ ਵਿੱਚ ਲਿਖਿਆ ਹੈ ਕਿ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਖਿੱਲਤ, ਸ਼ਮਸ਼ੇਰ, ਮਰਸੀ, ਦੁਆਤ, ਕਲਮ ਤੇ ਜੜਾਊ ਅੰਗੂਠੀ ਦੇਣ ਵੇਲੇ ਇਹ ਕਹਿ ਕੇ ਉਸ ਦਾ ਮਾਣ ਵਧਾਇਆ ਸੀ ਕਿ ਉਹ ਜਹਾਂਗੀਰ ਉਸ ਨੂੰ ਮੁਰਤਜ਼ਾ ਖਾਂ ਸਾਹਿਬ ਉਲ ਸੈਫ ਕਲਮ ਮੰਨਦਾ ਹੈ। ਜਹਾਂਗੀਰ ਮੁਰਤਜ਼ਾ ਖਾਨ ਤੇ ਇਤਨਾ ਖੁਸ਼ ਹੋਇਆ ਸੀ ਕਿ ਸੰਨ 1611 ਨੂੰ ਸਾਰਾ ਪੰਜਾਬ ਹੀ ਉਸ ਨੂੰ ਜਗੀਰ ਵਿੱਚ ਦੇ ਦਿੱਤਾ ਸੀ। ਫਿਰ ਉਸ ਦੀ ਮੌਤ 1617 ਵੇਲੇ ਵੀ ਜਹਾਂਗੀਰ ਨੇ ਬਹੁਤ ਅਫਸੋਸ ਕੀਤਾ ਸੀ ਤੇ ਲਿਖਿਆ, ਉਹ ਮੇਰੀ ਅਸਲ ਦੌਲਤ ਸੀ। ਉਸ ਦੀ ਮੌਤ ਦੀ ਮਾੜੀ ਖਬਰ ਨਾਲ ਭਾਰੀ ਸਦਮਾ ਹੋਇਆ। ਸੋ ਸਿੱਧਾ ਭਾਵੇਂ ਕੋਈ ਸਬੰਧ ਤੇ ਪ੍ਰਭਾਵ ਮੁਜੱਦਦ ਜਹਾਂਗੀਰ ਤੇ ਨਹੀਂ ਸੀ, ਪਰ ਮੁਰਤਜ਼ਾ ਖਾਨ ਉਸ ਦੇ ਕਬਜ਼ੇ ਵਿੱਚ ਸੀ ਜਿਸ ਨੇ ਸਾਰਾ ਕਾਰਾ ਕੀਤਾ। ਉਂਝ ਜਹਾਂਗੀਰ ਲਿਖਦਾ ਹੈ ਕਿ ਉਹ ਆਪੂ ਇਸ ਅਹਿਮਦ ਸਰਹੰਦੀ ਤੋਂ ਇਤਨਾ ਤੰਗ ਸੀ ਕਿ ਉਸ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਅਹਿਮਦ ਸਰਹੰਦੀ ਅਭਿਮਾਨੀ ਵੀ ਬਹੁਤ ਸੀ। ਇੱਕ ਦਿਨ ਜਦ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਧਰਮ ਸੰਬੰਧੀ ਰਾਵਾਂ ਦੇਣ ਲਈ 4 ਉਲਮਾਵਾਂ ਦੇ ਨਾਂ ਦੱਸਣ ਲਈ ਕਿਹਾ ਤਾਂ ਉਸ ਨੂੰ ਜਦ ਸਰੋਤ ਮਿਲੀ ਤਾਂ ਅਹਿਮਦ ਸਰਹੰਦੀ ਨੇ ਆਪੂ ਹੀ ਲਿਖ ਦਿੱਤਾ ਕਿ 4 ਉਲਮਾ ਕੀ ਕਰਨਗੇ, ਉਹ ਆਪਸ ਵਿੱਚ ਚੁੰਝਾਂ ਪਹੁੰਚੇ ਹੀ ਲੜਾਉਂਦੇ ਰਹਿਣਗੇ। ਚੰਗਾ ਹੋਵੇ ਇੱਕ ਹੀ ਨੀਅਤ ਕੀਤਾ ਜਾਏ। ਉਸ ਦਾ ਇਸ਼ਾਰਾ ਆਪਣੇ ਵੱਲ ਸੀ। ਇੱਕ ਚਿੱਠੀ ਵਿੱਚ ਜਦ ਉਸ ਨੇ ਆਪ ਨੂੰ ਖਲੀਫਿਆਂ ਨਾਲੋਂ ਵੱਡਾ ਦਰਸਾਇਆ ਤਾਂ ਰੌਲਾ ਪੈ ਗਿਆ। ਜਹਾਂਗੀਰ ਨੂੰ ਉਸ ਨੂੰ ਗ੍ਰਿਫਤਾਰ ਵੀ ਕਰਨਾ ਪਿਆ। ਜਹਾਂਗੀਰ ਤੁਜਕ ਦੇ ਪੰਨਾ 292 ਤੇ ਲਿਖਦਾ ਹੈ, ਮੈਨੂੰ ਦੱਸਿਆ ਗਿਆ ਕਿ ਇੱਕ ਸ਼ੇਖ ਜੋ ਸ਼ੇਖ ਅਹਿਮਦ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ
ਨੇ ਧੋਖੇ ਤੇ ਫਰੇਬ ਦਾ ਜਾਲ ਸਰਹੰਦ ਵਿੱਚ ਵਿਛਾਇਆ ਹੋਇਆ ਹੈ। ਉਸਨੇ ਆਪਣੇ ਮੁਰੀਦ ਹਰ ਸ਼ਹਿਰ ਤੇ ਕਸਬੇ ਵਿੱਚ ਭੇਜੇ ਹੋਏ ਹਨ, ਜਿਨ੍ਹਾਂ ਨੂੰ ਉਹ ਖਲੀਫਾ ਕਹਿੰਦਾ ਹੈ। ਇਸ ਲਈ ਮੈਂ ਹੁਕਮ ਦਿੱਤਾ ਕਿ ਉਸ ਨੂੰ ਦਰਬਾਰ ਵਿੱਚ ਹਾਜ਼ਰ ਕੀਤਾ ਜਾਏ ਅਤੇ ਅਦਲ ਬਿਠਾਇਆ ਜਾਏ। ਹੁਕਮ ਅਨੁਸਾਰ ਉਹ ਅਦਬ ਬਜਾਉਣ ਆਇਆ। ਜੋ ਕੁਝ ਵੀ ਮੈਂ ਉਸ ਨੂੰ ਪੁੱਛਿਆ, ਉਸ ਦਾ ਤਸੱਲੀ ਬਖਸ਼ ਉੱਤਰ ਉਹ ਨਾ ਦੇ ਸਕਿਆ। ਮੈਨੂੰ ਤਾਂ ਬਹੁਤ ਹੀ ਹੈਂਕੜਬਾਜ਼ ਅਤੇ ਆਪਣੀ ਹੀ ਧੁਨ ਵਿੱਚ ਮਸਤ ਨਜ਼ਰੀ ਪਿਆ। ਉਸ ਲਈ ਸਭ ਤੋਂ ਚੰਗੀ ਗੱਲ ਮੈਨੂੰ ਇਹ ਲੱਗੀ ਕਿ ਉਸ ਨੂੰ ਸੋਧਣ ਲਈ ਬੰਦੀ ਵਿੱਚ ਪਾਇਆ ਜਾਏ, ਤਾਂ ਕਿ ਉਸ ਦਾ ਭਖਦਾ ਗੁੱਸਾ ਠੰਡਾ ਹੋ ਜਾਏ ਅਤੇ ਦਿਮਾਗੀ ਤਵਾਜ਼ਨ ਕਾਇਮ ਹੋ ਸਕੇ। ਇਸੇ ਮੁਤਾਬਕ ਉਸ ਨੂੰ ਅਣੀ ਰਾਏ ਦਲਾਨ ਦੇ ਹਵਾਲੇ ਕੀਤਾ ਗਿਆ ਕਿ ਗਵਾਲੀਅਰ ਕੈਦ ਰੱਖੇ। 1 ਸਾਲ ਉਸ ਨੂੰ ਬੰਦੀ ਵਿੱਚ ਰੱਖਿਆ ਗਿਆ। ਇਹ ਘਟਨਾ ਜਹਾਂਗੀਰ ਦੇ ਤਖ਼ਤ ਤੇ ਬੈਠਣ ਤੋਂ 14ਵੇਂ ਸਾਲ ਭਾਵ 1619 ਈਸਵੀ ਦੀ ਹੈ। ਮੁਰਤਜ਼ਾ ਖਾਨ ਨੂੰ ਗੁਜ਼ਰੇ ਵੀ 2 ਸਾਲ ਹੋ ਗਏ ਸਨ। ਜਹਾਂਗੀਰ ਦਾ ਇਸ ਅਰਸੇ ਗੁਰੂ ਹਰਗੋਬਿੰਦ ਜੀ ਨਾਲ ਚੰਗਾ ਮੇਲ ਜੋਲ ਹੋ ਗਿਆ ਸੀ। ਇਹ ਸਰਹੱਦੀ ਹੁਣ ਲੱਲਾ ਬੇਗ ਨੂੰ ਚਿੱਠੀਆਂ ਪਾਉਂਦਾ ਰਿਹਾ। ਇਹ ਹੀ ਲੱਲਾ ਬੇਗ ਨਥਾਣਾ ਮਹਾਰਾਜ ਗੁਰੂ ਹਰਗੋਬਿੰਦ ਜੀ ਉੱਤੇ ਫੌਜਾਂ ਚੜ੍ਹਾ ਕੇ ਲਿਆਇਆ ਸੀ। ਔਰੰਗਜ਼ੇਬ ਤੇ ਇਸ ਦੇ ਪੋਤਰੇ ਨੇ ਬਹੁਤ ਪ੍ਰਭਾਵ ਪਾ ਲਿਆ ਸੀ। ਉਸ ਦਾ ਪੋਤਰਾ ਔਰੰਗਜ਼ੇਬ ਪਾਸ ਦੱਖਣ ਹੀ ਟੁਰ ਗਿਆ ਸੀ। ਜਿਸ ਜਮਸ਼ੇਦ ਖਾਨ ਨੇ ਗੁਰੂ ਗੋਬਿੰਦ ਸਿੰਘ ਤੇ ਮਾਰੂ ਹੱਲਾ ਕੀਤਾ ਸੀ, ਉਹ ਜਰਖਰੀਦ ਜ਼ਰੂਰ ਵਜ਼ੀਰ ਖਾਨ ਸਰਹਿੰਦ ਨਵਾਬ ਦਾ ਸੀ। ਪਰ ਮੁਰੀਦ ਇਸੇ ਅਹਿਮਦ ਸਰਹੰਦੀ ਦਾ ਸੀ। ਵਜ਼ੀਰ ਖਾਨ ਵੀ ਅਹਿਮਦ ਦਾ ਉਪਾਸਕ ਸੀ। ਇੱਧਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੇਲੇ ਮੀਆਂ ਮੀਰ ਜੀ, ਜੋ ਚਿਸ਼ਤੀ ਸਿਲਸਿਲੇ ਦੇ ਆਗੂ ਸਨ, ਬਹੁਤ ਤੜਪੇ ਸਨ। ਪਿੱਛੋਂ ਪੀਰ ਬੁੱਧੂ ਸ਼ਾਹ, ਸ਼ੇਖ ਬਦਰ ਉਦ ਦੀਨ ਨੇ ਚਾਰੇ ਬੇਟੇ ਹੀ ਕਲਗੀਧਰ ਦੀ ਆਵਾਜ਼ ਤੇ ਕੁਰਬਾਨ ਕਰਵਾ ਦਿੱਤੇ ਸਨ। ਬਸ ਇਹ ਅੰਤਰ ਹੈ ਕਿ ਨਕਸ਼ਬੰਦੀ ਸਿਲਸਿਲੇ ਤੇ ਚਿਸ਼ਤੀ ਦਾ। ਖੁਸਰੋ ਕਿਹਾ ਕਰਦਾ ਸੀ, ਗੁਰੂ ਅਰਜਨ ਦੇਵ ਮੇਰੇ ਮੁਰਸ਼ਦ ਹਨ। ਮੈਂ ਜਦ ਵੀ ਉਹਨਾਂ ਨੂੰ ਮਿਲਿਆ, ਰੂਹਾਨੀਅਤ ਦੇ ਦਰਵਾਜ਼ੇ ਮੇਰੇ ਤੇ ਖੁੱਲ੍ਹ ਗਏ। ਉਹਨਾਂ ਦੇ ਲੰਗਰ ਵਿੱਚ ਬੈਠ ਕੇ ਜੋ ਖਾਣਾ ਖਾਧਾ, ਉਸ ਦੀ ਲੱਜ਼ਤ ਤੇ ਪਕੀਜ਼ਗੀ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਉਹਨਾਂ ਗੁਰੂ ਅਰਜਨ ਦੇਵ ਜੀ ਦੀ ਸ਼ਖਸੀਅਤ ਵਿੱਚ ਮਿਕਨਾਤੀਸੀ ਖਿੱਚ ਹੈ। ਖੁਸਰੋ ਜਹਾਂਗੀਰ ਦਾ ਛੋਟਾ ਪੁੱਤਰ ਸੀ। ਸ਼ਹਿਜ਼ਾਦਾ ਖੁਸਰੋ ਰਾਜਾ ਮਾਨ ਸਿੰਘ ਦੀ ਭੈਣ ਦੀ ਕੁੱਖੋਂ ਪੈਦਾ ਹੋਇਆ ਸੀ। ਖੁਸਰੋ ਮਿਰਜ਼ਾ ਅਜ਼ੀਜ਼ ਕੋਕਾ ਦੀ ਲੜਕੀ ਨਾਲ ਵਿਆਹਿਆ ਹੋਇਆ ਸੀ। ਸ਼ਕਲ ਦਾ ਬਹੁਤ ਸੋਹਣਾ ਅਤੇ ਆਚਰਨ ਦਾ ਬਹੁਤ ਉੱਚਾ ਸੀ। ਜਾਤੀ ਜ਼ਿੰਦਗੀ ਬੇਦਾਗ ਸੀ। ਇੱਕ ਉਹ ਵੀ ਮੌਕਾ ਆਇਆ ਜਦ ਅਕਬਰ ਨੇ ਰਾਜ ਗੱਦੀ ਖੁਸਰੋ ਨੂੰ ਦੇਣ ਦਾ ਫੈਸਲਾ ਕਰ ਲਿਆ। ਜਦ ਅਕਬਰ ਦੇ ਦੂਜੇ ਪੁੱਤਰ ਦਾਨਿਆਲ ਦਾ ਦੇਹਾਂਤ ਸੰਨ 1604 ਨੂੰ ਹੋ ਗਿਆ ਤਾਂ ਅਕਬਰ ਨੇ ਇਸ ਖੁਸਰੋ ਨੂੰ ਗੱਦੀ ਦੇਣ ਵਾਲੇ ਖਿਆਲ ਨੂੰ ਛੱਡ ਦਿੱਤਾ। ਮਿਰਜ਼ਾ ਅਜ਼ੀਜ਼ ਕੋਕਾ ਤੇ ਰਾਜਾ ਮਾਨ ਸਿੰਘ ਚਾਹੁੰਦੇ ਸਨ ਕਿ ਖੁਸਰੋ ਤਖ਼ਤ ਤੇ ਬੈਠੇ, ਪਰ ਅਕਬਰ ਨੇ ਆਪ ਹੀ ਕਹਿ ਦਿੱਤਾ ਕਿ ਤਖ਼ਤ ਸਲੀਮ ਨੂੰ ਦਿੱਤਾ ਜਾਏਗਾ। ਦੋਵੇਂ ਚੁੱਪ ਤਾਂ ਹੋ ਗਏ, ਪਰ ਪਰੇਸ਼ਾਨ ਬਹੁਤ ਹੋਏ। ਮਰਨ ਤੋਂ ਕੁਝ ਦਿਨ ਪਹਿਲਾਂ ਅਕਬਰ ਨੇ ਆਪਣੇ ਹੱਥਾਂ ਨਾਲ ਸਲੀਮ ਦੇ ਸਿਰ ਤੇ ਪਗੜੀ ਰੱਖੀ। ਸਲੀਮ ਜਹਾਂਗੀਰ ਦਾ ਨਾਂ ਧਰ ਕੇ ਬਾਦਸ਼ਾਹ ਬਣਿਆ। ਖੁਸਰੋ ਦੇ ਸਬੰਧ ਫਿਰ ਆਪਣੇ ਪਿਤਾ ਨਾਲ ਚੰਗੇ ਨਾ ਹੋ ਸਕੇ। 6 ਹਫ਼ਤੇ ਪਿੱਛੋਂ ਖੁਸਰੋ ਨੇ ਬਗਾਵਤ ਕਰ ਦਿੱਤੀ। ਉਸ ਨੂੰ ਕੈਦ ਕਰ ਲਿਆ ਗਿਆ। ਪਰ 5 ਮਹੀਨਿਆਂ ਪਿੱਛੋਂ 6 ਮਾਰਚ 1606 ਨੂੰ ਖੁਸਰੋ ਨੇ ਆਪਣੇ 350 ਸਵਾਰਾਂ ਨਾਲ ਦਾਦੇ ਅਕਬਰ ਦੀ ਕਬਰ ਤੇ ਫੁੱਲ ਚੜ੍ਹਾਉਣ ਦਾ ਬਹਾਨਾ ਬਣਾਇਆ। ਉੱਥੋਂ ਮਥੁਰਾ ਚਲਾ ਗਿਆ ਅਤੇ ਉੱਥੇ ਹੀ ਹਸਨ ਬੇਗ ਬਦਖਸ਼ੀ, ਜੋ ਕਾਬਲ ਤੋਂ ਆਇਆ ਸੀ, ਨੇ ਖੁਸਰੋ ਨੂੰ ਬਗਾਵਤ ਲਈ ਚੁੱਕਿਆ ਅਤੇ ਪਿਤਾ ਦਾ ਟਾਕਰਾ ਕਰਨ ਲਈ ਕਿਹਾ। ਇੱਕ ਹੋਰ ਮਦਦ ਕਰਨ ਵਾਲਾ ਅਬਦੁਰ ਰਹੀਮ ਸੀ। ਇਹ ਸਾਰੇ ਪੰਜਾਬ ਵੱਲ ਵਧੇ। ਇਸ ਦੇ ਸਾਥੀਆਂ ਨੇ ਕਈ ਪਿੰਡ ਲੁੱਟ ਲਏ ਸਨ। ਖੁਸਰੋ ਘਬਰਾਇਆ ਹੋਇਆ ਪੰਜਾਬ ਪੁੱਜਾ। ਢਹਿੰਦਾ ਮਨ ਸਹਾਰੇ ਦੀ ਤਲਾਸ਼ ਵਿੱਚ ਸੀ। ਇਸ ਖਿੱਚੋਤਾਣ ਵਿੱਚ ਤਰਨਤਾਰਨ ਪੁੱਜਾ। ਕਈ ਵਾਰ ਖੁਸਰੋ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਚੁੱਕਾ ਸੀ। ਲੰਗਰ ਵਿੱਚ ਉਸ ਪ੍ਰਸ਼ਾਦ ਪਾਇਆ। ਉੱਥੋਂ ਲਾਹੌਰ ਆਇਆ, ਪਰ ਲਾਹੌਰ ਦਾ ਕਿਲ੍ਹੇਦਾਰ ਦਿਲਾਵਰ ਖਾਂ ਉਸ ਨਾਲ ਨਾ ਮਿਲਿਆ। ਇਹਨਾਂ ਲਾਹੌਰ ਦੇ ਕਿਲ੍ਹੇ ਦਾ ਘੇਰਾ ਘੱਤ ਲਿਆ। ਪਰ ਜਦ ਖਬਰ ਪੁੱਜੀ ਕਿ ਫਰੀਦ ਖਾਨ ਭਾਵ ਮੁਰਤਜ਼ਾ ਖਾਨ ਪਿੱਛਾ ਕਰਨ ਆ ਰਿਹਾ ਹੈ, ਤਾਂ ਖੁਸਰੋ ਨੇ ਉਸ ਨੂੰ ਬਿਆਸ ਤੇ ਹੀ ਰੋਕਣਾ ਚਾਹਿਆ ਅਤੇ ਘੇਰਾ ਛੱਡ ਕੇ ਪਿੱਛੇ ਆਇਆ। ਫਰੀਦ ਖਾਨ ਨੇ ਗੋਇੰਦਵਾਲ ਤੋਂ ਪੱਤਣ ਪਾਰ ਕੀਤਾ ਅਤੇ ਭੈਰੋਵਾਲ ਨੇੜੇ ਟੱਕਰ ਹੋ ਗਈ। ਜਹਾਂਗੀਰ ਵੀ ਪਿੱਛੇ ਪਿੱਛੇ ਆ ਰਿਹਾ ਸੀ। ਬਾਰਿਸ਼ ਹੋ ਜਾਣ ਕਾਰਨ ਉਹ ਸੁਲਤਾਨਪੁਰ ਹੀ ਟਿਕ ਗਿਆ। ਭੈਰੋਵਾਲ ਦੀ ਨਿੱਕੀ ਪਰ ਤਿੱਖੀ ਝੜਪ ਵਿੱਚ ਖੁਸਰੋ ਹਾਰ ਗਿਆ। ਉਸਨੇ ਇਹ ਹੀ ਸੁਣਿਆ ਕਿ ਜਹਾਂਗੀਰ ਪਿੱਛੇ ਆ ਰਿਹਾ ਹੈ। ਜਹਾਂਗੀਰ ਰਾਤ ਨੂੰ ਪੁੱਜ ਗਿਆ। ਰਾਤ ਉਸ ਫਰੀਦ ਦੇ ਖੇਮੇ ਹੀ ਕੱਟੀ। ਭੈਰੋਵਾਲ ਦਾ ਨਾਂ ਫਤਿਆਬਾਦ ਰੱਖਿਆ ਅਤੇ ਫਰੀਦ ਨੂੰ ਛਾਤੀ ਨਾਲ ਲਗਾ ਕੇ ਮੁਰਤਜ਼ਾ ਖਾਂ ਦਾ ਖਿਤਾਬ ਦਿੱਤਾ। ਖੁਸਰੋ ਦਾ ਖਿਆਲ ਆਗਰੇ ਵੱਲ ਜਾਣ ਦਾ ਸੀ, ਪਰ ਰਾਏ ਇਹ ਬਣੀ ਕਿ ਕਾਬਲ ਚੱਲਿਆ ਜਾਏ।
ਅਤੇ ਉੱਥੋਂ ਫੌਜ ਇਕੱਠੀ ਕਰਕੇ ਹਿੰਦੁਸਤਾਨ ਤੇ ਹਮਲਾ ਕੀਤਾ ਜਾਏ। ਸਾਰੇ ਕਾਬਲ ਵੱਲ ਦੌੜੇ, ਰਾਵੀ ਪਾਰ ਹੋਏ। ਜਹਾਂਗੀਰ ਨੇ ਮਾਓ ਦੇ ਰਾਜਾ ਬਾਸੂ ਨੂੰ ਪਿੱਛਾ ਕਰਨ ਲਈ ਕਿਹਾ। ਮਹਾਬਤ ਖਾਨ ਨੇ ਮਿਰਜ਼ਾ ਅਲੀ ਅਕਬਰ ਨੂੰ ਸਹਾਇਤਾ ਲਈ ਭੇਜਿਆ। ਸਭ ਪਤਨਾਂ ਤੇ ਬੇੜਿਆਂ ਨੂੰ ਸੂਚਨਾ ਭੇਜ ਦਿੱਤੀ ਗਈ। ਜਗੀਰਦਾਰਾਂ, ਰਾਖਿਆਂ ਅਤੇ ਚੌਧਰੀਆਂ ਨੂੰ ਖਬਰਦਾਰ ਕਰ ਦਿੱਤਾ ਗਿਆ। ਸੋਧਰੇ ਤੋਂ ਚਨਾਬ ਰਾਤ ਵੇਲੇ ਪਾਰ ਕੀਤਾ। ਰੌਲਾ ਪੈਣ ਤੇ ਮਲਾਹਾਂ ਚੌਧਰੀਆਂ ਨੂੰ ਦੱਸਿਆ ਅਤੇ ਉਸ ਖੁਸਰੋ ਨੂੰ ਪਛਾਣ ਲਿਆ। ਅਬੁਲ ਕਾਸਿਮ ਅਤੇ ਹਲਾਲ ਖਾਨ ਖਵਾਜਾ ਸਰਾਂ ਨੇ ਲਾਹੌਰ ਖਬਰ ਭੇਜ ਦਿੱਤੀ ਕਿ ਖੁਸਰੋ ਪਕੜਿਆ ਗਿਆ ਹੈ। ਜਹਾਂਗੀਰ ਉਸ ਸਮੇਂ ਕਾਮਰਾਨ ਬਾਗ ਉਤਰਿਆ ਹੋਇਆ ਸੀ। ਇਹ ਘਟਨਾ 29 ਅਪ੍ਰੈਲ 1606 ਈਸਵੀ ਦੀ ਹੈ। ਯਾਸਾ ਦੀ ਧਾਰਾ ਅਨੁਸਾਰ ਸ਼ਹਿਜ਼ਾਦੇ ਦੇ ਹੱਥ ਬੰਨ੍ਹ ਕੇ ਗੁੱਸੇ ਨਾਲ ਲਾਲ ਹੋਏ ਬਾਦਸ਼ਾਹ ਦੇ ਖੱਬੇ ਪਾਸੇ ਖੜਾ ਕੀਤਾ ਗਿਆ। ਹਸਨ ਬੇਗ ਨੂੰ ਖੁਸਰੋ ਦੇ ਸੱਜੇ ਪਾਸੇ ਅਤੇ ਅਬਦੁਲ ਰਹੀਮ ਨੂੰ ਬੇੜੀਆਂ ਵੀ ਪਾ ਦਿੱਤੀਆਂ ਗਈਆਂ। ਹਸਨ ਬੇਗ ਬੈਲ ਦੀ ਖੱਲ ਵਿੱਚ ਮੜ ਕੇ ਤੇ ਅਬਦੁਲ ਰਹੀਮ ਨੂੰ ਗਧੇ ਦੀ ਖੱਲ ਵਿੱਚ ਲਪੇਟ ਕੇ ਖੋਤੇ ਤੇ ਪੁੱਠਾ ਬਿਠਾਲ ਸ਼ਹਿਰ ਵਿੱਚ ਘੁਮਾਇਆ ਗਿਆ। ਅਬਦੁਲ ਰਹੀਮ ਰਾਤ ਭਰ ਹੀ ਜਿੰਦਾ ਰਿਹਾ ਤੇ ਹਸਨ ਬੇਗ 4 ਪਹਿਰਾਂ ਪਿੱਛੋਂ ਦਮ ਤੋੜ ਗਿਆ। ਜਿਨ੍ਹਾਂ ਬਗਾਵਤ ਵਿੱਚ ਹਿੱਸਾ ਲਿਆ ਸੀ ਉਹਨਾਂ ਨੂੰ ਕਾਮਰਾਨ ਬਾਗ ਲਾਗੇ ਦੋਹਾਂ ਪਾਸੇ ਸੂਲੀਆਂ ਗੱਡ ਕੇ ਲਟਕਾ ਦਿੱਤਾ ਗਿਆ। ਖੁਸਰੋ ਨੂੰ ਇਹਨਾਂ ਸੂਲੀਆਂ ਵਿਚਕਾਰ ਲੰਘਾਇਆ ਗਿਆ। ਖੁਸਰੋ ਨੂੰ ਅੰਨਾ ਜ਼ਰੂਰ ਕੀਤਾ ਗਿਆ ਸੀ, ਪਰ ਪੂਰੀ ਤਰ੍ਹਾਂ ਨਹੀਂ। ਕੋਈ ਕੌੜਾ ਰਸ ਅੱਖਾਂ ਵਿੱਚ ਪਾਇਆ ਗਿਆ ਸੀ। ਵਿਲੀਅਮ ਫਿੰਚ ਦਾ ਇਹ ਮਤ ਹੈ ਕਿ ਸ਼ੀਸ਼ਾ ਪਿਘਲਾ ਕੇ ਪਾ ਦਿੱਤਾ ਗਿਆ ਸੀ। ਕਈ ਕਹਿੰਦੇ ਹਨ ਕਿ ਪੱਟੀ ਬੰਨ੍ਹ ਕੇ ਮੋਹਰਬੰਦ ਕੀਤਾ ਗਿਆ ਸੀ। ਪਿੱਛੋਂ ਖੋਲ ਦਿੱਤੀ ਸੀ ਅਤੇ ਇਹ ਦੇਖਣ ਲੱਗ ਪਿਆ ਸੀ। ਇਸ ਨੂੰ ਰਿਹਾ ਕੀਤਾ ਗਿਆ, ਪਰ ਫਿਰ ਕੈਦ ਪਾ ਲਿਆ ਗਿਆ। ਖੁਰਮ ਭਾਵ ਸ਼ਾਹਜਹਾਂ ਦੀ ਰਿਆਸਤ ਵਿੱਚ ਰੱਖਿਆ ਗਿਆ ਅਤੇ ਉਸ ਨੇ ਖੁਸਰੋ ਨੂੰ ਕਤਲ ਕਰ ਦਿੱਤਾ। ਖੁਸਰੋ ਦੀ ਬਗਾਵਤ ਦਾ ਜਹਾਂਗੀਰ ਨੂੰ ਬਹਾਨਾ ਮਿਲ ਗਿਆ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਸਕੇ। ਗੁਰੂ ਜੀ ਦੇ ਵਿਰੋਧੀ ਦੋਖੀਆਂ ਨੇ ਵੀ ਇਸ ਮੌਕੇ ਤੋਂ ਲਾਭ ਉਠਾ ਕੇ ਜਹਾਂਗੀਰ ਦੇ ਕੰਨ ਭਰੇ। ਮੁਰਤਜ਼ਾ ਖਾਨ ਤਾਂ ਅੱਗੇ ਹੀ ਜਹਾਂਗੀਰ ਨੂੰ ਗਲਤ ਇਤਲਾਹਾਂ ਦੇ ਚੁੱਕਾ ਸੀ। ਇਹ ਵੀ ਜਹਾਂਗੀਰ ਦੇ ਕੰਨੀ ਪਾਇਆ ਗਿਆ ਕਿ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਨੂੰ ਆਸ਼ੀਰਵਾਦ ਦਿੱਤੀ ਹੈ, ਤਿਲਕ ਲਗਾਇਆ ਹੈ ਅਤੇ ਸਹਾਇਤਾ ਦਿੱਤੀ ਹੈ। ਜਹਾਂਗੀਰ, ਜਿਸ ਦਾ ਮਨ ਤਾਂ ਅੱਗੇ ਹੀ ਗੁਰੂ ਜੀ ਨੂੰ ਸ਼ਹੀਦ ਕਰਨ ਜਾਂ ਮੁਹੰਮਦੀ ਉਮਤ ਵਿੱਚ ਲਿਆਉਣ ਦਾ ਬਣਿਆ ਹੋਇਆ ਸੀ, ਨੇ ਮੁਰਤਜ਼ਾ ਖਾਨ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦਾ ਘਰ ਘਾਟ ਜ਼ਬਤ ਕੀਤਾ ਜਾਏ ਅਤੇ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਏ। ਤੁਜਕ ਦੇ ਸ਼ਬਦ ਹਨ ਕਿ ਇਹਨਾਂ ਦਿਨਾਂ ਵਿੱਚ ਖੁਸਰੋ ਉਸ ਰਾਹ ਤੋਂ ਲੰਘਿਆ। ਇਸ ਪੁਰਸ਼ ਭਾਵ ਗੁਰੂ ਅਰਜਨ ਜੀ ਨੇ ਇਰਾਦਾ ਕੀਤਾ ਕਿ ਉਸ ਨੂੰ ਮਿਲੇ। ਉਸ ਪੜਾਅ ਤੇ ਜਿੱਥੇ ਉਸ ਦਾ ਟਿਕਾਣਾ ਸੀ, ਖੁਸਰੋ ਦਾ ਉਤਾਰਾ ਹੋਇਆ। ਆ ਕੇ ਉਸ ਨੂੰ ਦੇਖਿਆ ਤੇ ਮਿਲਿਆ। ਕਈ ਗੱਲਾਂ ਕੀਤੀਆਂ ਅਤੇ ਕਈ ਮਾਮਲੇ ਪਹੁੰਚਾਏ ਅਤੇ ਉਸ ਦੇ ਮੱਥੇ ਤੇ ਆਪਣੀ ਉਂਗਲ ਨਾਲ ਕੇਸਰ ਦਾ, ਜਿਸ ਨੂੰ ਹਿੰਦੂ ਲਗਾਇਆ। ਜਦ ਇਹ ਖਬਰ ਮੇਰੇ ਕੰਨਾਂ ਤੱਕ ਪੁੱਜੀ, ਮੈਂ ਉਸ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ। ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕਰਨ। ਉਸ ਦੇ ਘਰ-ਬਾਰ ਅਤੇ ਪੁੱਤਰਾਂ ਨੂੰ ਮੁਰਤਜ਼ਾ ਖਾਨ ਨੇ ਬਖਸ਼ ਦਿੱਤਾ। ਉਸ ਦੇ ਮਾਲ ਜਾਇਦਾਦ ਨੂੰ ਜ਼ਬਤ ਕਰਕੇ ਮੈਂ ਹੁਕਮ ਦਿੱਤਾ ਕਿ ਸ਼ਾਹੀ ਕਾਨੂੰਨ ਅਨੁਸਾਰ ਉਸ ਨੂੰ ਕਤਲ ਦੀ ਕਰੜੀ ਸਜ਼ਾ ਦਿੱਤੀ ਜਾਏ। ਇਤਿਹਾਸ ਦੀ ਕਸਵੱਟੀ ਤੇ ਪਰਖਿਆ ਜਾਏ ਕਿ ਇਹ ਤਿਲਕ ਲਗਾਉਣ ਵਾਲੀ ਗੱਲ, ਮਦਦ ਕਰਨ ਵਾਲੀ ਊਜ ਅਤੇ ਗੁਰੂ ਜੀ ਦੀ ਉਸ ਨੂੰ ਜਾ ਕੇ ਮਿਲਣ ਵਾਲੀ ਵਾਰਤਾ ਟਿਕ ਨਹੀਂ ਸਕੇਗੀ। ਇਹ ਤਾਂ ਹੋ ਸਕਦਾ ਹੈ ਕਿ ਉਹ ਮਿਲਣ ਆਇਆ ਹੋਵੇ ਅਤੇ ਲੰਗਰ ਛਕ ਗਿਆ ਹੋਵੇ, ਪਰ ਗੁਰੂ ਜੀ ਦਾ ਮਿਲਣ ਜਾਣਾ ਤਾਂ ਬਿਲਕੁਲ ਵਧਾ ਕੇ ਲਿਖੀ ਗੱਲ ਹੈ। ਫਿਰ ਕਈ ਬਾਦਸ਼ਾਹ ਰਾਜੇ ਗੁਰੂ ਦੇ ਚਰਨਾਂ ਨੂੰ ਆਉਂਦੇ ਰਹੇ ਹਨ। ਕਦੇ ਗੁਰੂ ਸਾਹਿਬਾਨ ਨੇ ਹਿੰਦੂ ਰੀਤੀ ਅਨੁਸਾਰ ਤਿਲਕ ਨਹੀਂ ਲਗਾਇਆ। ਸਿੱਖ ਘਰ ਦੇ ਖਿਲਾਫ ਤਾਂ ਸ਼ਿਕਾਇਤਾਂ ਹੀ ਇਹ ਹੁੰਦੀਆਂ ਸਨ ਕਿ ਹਿੰਦੂ ਰੀਤੀ ਛੱਡ ਰਿਹਾ ਹੈ। ਗੁਰੂ ਸ਼ਗਨ ਜਾਂ ਅਪਸ਼ਗਨ ਵੀ ਕਦੇ ਮੰਨਦੇ ਨਹੀਂ ਸਨ। ਇਹ ਹੋਰ ਜ਼ਰੂਰੀ ਨੁਕਤਾ ਹੈ ਕਿ ਜਹਾਂਗੀਰ ਖੁਸਰੋ ਦੇ ਪਿੱਛੇ ਪਿੱਛੇ ਲਾਹੌਰ ਆ ਰਿਹਾ ਹੈ। ਰਾਹ ਵਿੱਚ ਜਿੱਥੇ ਕੋਈ ਦੱਸਦਾ ਹੈ ਜਾਂ ਪਤਾ ਲੱਗਦਾ ਹੈ, ਉਸ ਮੁਤਾਬਕ ਖੁਸਰੋ ਦੀ ਮਦਦ ਕਰਨ ਵਾਲਿਆਂ ਨੂੰ ਸਜ਼ਾਵਾਂ ਅਤੇ ਖੁਸਰੋ ਨਾਲ ਨਾ ਵਰਤਣ ਵਾਲਿਆਂ ਨੂੰ ਇਨਾਮ ਅਕਰਾਮ ਦੇਈ ਜਾਂਦਾ ਹੈ। ਉਹ ਕਰਨਾਲ 2 ਅਪ੍ਰੈਲ 1606 ਈਸਵੀ ਨੂੰ ਪੁੱਜਾ। ਉਸ ਤਰੀਕ ਹੇਠਾਂ ਜਹਾਂਗੀਰ ਆਪ ਲਿਖਦਾ ਹੈ ਕਿ ਸ਼ੇਖ ਨਿਜ਼ਾਮ ਥਾਨੇਸਰੀ, ਜੋ ਆਪਣੇ ਸਮੇਂ ਦਾ ਮਸ਼ਹੂਰ ਦੰਭੀ ਹੈ, ਖੁਸਰੋ ਨੂੰ ਮਿਲਿਆ ਸੀ। ਉਸ ਨੂੰ ਅਸੀਸਾਂ ਦਿੱਤੀਆਂ ਸਨ ਅਤੇ ਖੁਸਰੋ ਨੂੰ ਹੋਰ ਪੁੱਠੇ ਰਾਹ ਪਾਇਆ ਸੀ। ਉਹ ਹੀ ਦੰਭੀ ਹੁਣ ਮੈਨੂੰ ਮਿਲਣ ਆਇਆ। ਚੂੰਕਿ ਮੈਂ ਖੁਸਰੋ ਨੂੰ ਅਸੀਸਾਂ ਦੇਣ ਵਾਲੀਆਂ ਗੱਲਾਂ ਸੁਣ ਚੁੱਕਾ ਸਾਂ, ਇਸ ਲਈ ਹੋਰ ਤਾਂ ਕੁਝ ਨਾ ਕਿਹਾ, ਪਰ ਰਾਹ ਦਾ ਖਰਚਾ ਦੇ ਕੇ ਮੱਕਾ ਭੇਜ ਦਿੱਤਾ। ਇਹ ਲਿਖਤ ਹੋਰ ਸਪਸ਼ਟ ਕਰਦੀ ਹੈ ਕਿ ਉਸ ਦਾ ਮਨ ਗੁਰੂ ਘਰ ਤੇ ਗੁਰੂ ਅਰਜਨ ਨੂੰ ਮੁਕਾਉਣ ਦਾ ਬਣਿਆ ਹੋਇਆ ਸੀ। ਜਿਸ ਨੇ ਪੁੱਠੇ ਰਾਹ ਪਾਇਆ, ਉਸ ਨੂੰ ਤਾਂ ਰਾਹ ਦਾ ਖਰਚਾ ਦੇ ਕੇ ਮੱਕੇ ਭੇਜ ਦਿੱਤਾ। ਜੇ ਮੰਨ ਵੀ ਲਈਏ ਕਿ ਲੰਗਰ ਛਕਾਇਆ, ਜਿਵੇਂ ਸਾਡੇ ਇਤਿਹਾਸਕਾਰ ਕਹਿੰਦੇ ਹਨ, ਤਾਂ ਉਸ ਦਾ
घर घाट जब्त, तसीहे ते कतल। जहांगीर 16 अप्रैल ਨੂੰ ਸਰਾ ਕਾਂਜੀ ਵਾਲੀ ਸੀ ਅਤੇ 17 ਨੂੰ ਸੁਲਤਾਨਪੁਰ। ਦੁਪਹਿਰ ਢਲੇ ਉਸ ਬਿਆਸ ਪਾਰ ਕੀਤਾ ਅਤੇ ਗੋਇੰਦਵਾਲ ਤੋਂ ਹੁੰਦਾ ਰਾਤ ਫਰੀਦ ਦੇ ਖੇਮੇ ਭੈਰੋਵਾਲ ਰਿਹਾ, ਜਿੱਥੇ ਖੁਸਰੋ ਨੂੰ ਹਾਰ ਹੋਈ। ਸਵੇਰੇ ਤਰਨਤਾਰਨ ਤੋਂ ਲੰਘਿਆ ਅਤੇ ਅਕਵਾਮ ਮੁਖਤਲਿਫ ਕਸਰਤ ਸੇ ਉਸ ਦੇ ਸੇਵਕ ਡਿੱਠੇ। 11 ਅਪ੍ਰੈਲ ਤੋਂ 28 ਅਪ੍ਰੈਲ ਤੱਕ ਉਹ ਜੈਪਾਲ ਰਿਹਾ ਅਤੇ 30 ਨੂੰ ਲਾਹੌਰ ਪੁੱਜਾ। ਅਗਲੇ ਦਿਨ 1 ਮਈ ਖੁਸਰੋ ਅਤੇ ਉਸਦੇ ਸਾਥੀ ਪਕੜ ਪੇਸ਼ ਕੀਤੇ ਗਏ ਅਤੇ ਸਜ਼ਾਵਾਂ ਸੁਣਾਈਆਂ ਗਈਆਂ। ਉਸ ਸਮੇਂ ਤੱਕ ਕੋਈ ਕਣਸੋ ਨਹੀਂ ਸੀ ਕਿ ਗੁਰੂ ਅਰਜਨ ਜੀ ਨੇ ਖੁਸਰੋ ਦੀ ਸਹਾਇਤਾ ਕੀਤੀ ਹੈ, ਪਰ ਅਚਾਨਕ 20 ਮਈ ਨੂੰ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਹਨ ਅਤੇ 22 ਮਈ ਨੂੰ ਸ਼੍ਰੀ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਜਾਂਦੇ ਹਨ। ਨਾ ਪੁੱਛ ਨਾ ਪੜਤਾਲ, ਨਾ ਦਲੀਲ ਤੇ ਨਾ ਅਪੀਲ। ਫਿਰ ਤਸੀਹੇ ਦੇ ਕੇ 30 ਮਈ ਨੂੰ ਬੱਧੇ ਹੋਏ ਹੀ ਦਰਿਆ ਰਾਵੀ ਵਿੱਚ ਰੋੜ ਸ਼ਹੀਦ ਕਰ ਦਿੱਤਾ ਜਾਂਦਾ ਹੈ। ਜਹਾਂਗੀਰ ਇਹ ਸਾਰੀ ਘਟਨਾ ਆਪਣੀ ਤੁਜਕ ਵਿੱਚ 19 ਜੂਨ 1606 ਈਸਵੀ ਦੀ ਤਰੀਕ ਹੇਠ ਦਰਜ ਕਰਦਾ ਹੈ। ਬਸ ਜਹਾਂਗੀਰ ਨੂੰ ਇੱਕੋ ਪੀੜ ਕਿ ਮੁਸਲਮਾਨ ਗੁਰੂ ਅਰਜਨ ਦੇਵ ਜੀ ਦੇ ਕਿਉਂ ਸੇਵਕ ਬਣ ਰਹੇ ਹਨ ਅਤੇ ਵੱਖ-ਵੱਖ ਕੌਮਾਂ ਦੇ ਲੋਕ ਗੁਰੂ ਘਰ ਨਾਲ ਅਥਾਹ ਪਿਆਰ ਅਤੇ ਸ਼ਰਧਾ ਉਮਦਹਿਤ ਹੈ ਕਿਉਂ ਤਵਾਰੀਖ ਦੇ ਦਫ਼ਤਰ ਅਵਲ ਪੰਨਾ 34 ਤੇ ਵੀ ਇਹ ਲਿਖਿਆ ਹੈ ਕਿ ਜਹਾਂਗੀਰ ਨੂੰ ਇਹ ਚੁੱਕ ਦਿੱਤੀ ਕਿ ਗੁਰੂ ਅਰਜਨ ਦੇ ਇੱਕ ਆਦਮੀ ਨੇ ਹਿੰਦੂ ਅਤੇ ਮੁਸਲਮਾਨਾਂ ਵਿੱਚ ਇੱਕ ਤੀਜਾ ਫਿਰਕਾ ਬਣਾਇਆ ਹੈ। ਇਸਲਾਮ ਦੇ ਕਈ ਤਰੀਕਿਆਂ ਨੂੰ ਮਿਟਾ ਕੇ ਇਸਲਾਮੀ ਰੁਕਨਾਂ ਵਿੱਚ ਭਾਰੀ ਵਿਰੋਧ ਅਤੇ ਖਲਲ ਪਾ ਰਿਹਾ ਹੈ। ਹਰ ਰੋਜ਼ ਕੁਝ ਹਿੰਦੂ ਆਦਿਕ ਵਿੱਚੋਂ ਉਪਰੋਕਤ ਗੁਰੂ ਦੀ ਤਾਬੇਦਾਰੀ ਦੀ ਰੱਸੀ ਆਪਣੀ ਜਾਨ ਦੀ ਗਰਦਨ ਵਿੱਚ ਪਾ ਰਹੇ ਹਨ, ਸਿੱਖ ਬਣ ਰਹੇ ਹਨ। ਜੇ ਕਦੇ ਬਾਦਸ਼ਾਹ ਹਜੂਰ ਇਸ ਦਾ ਬੰਦੋਬਸਤ ਕਰਨ ਤਾਂ ਚੰਗਾ ਹੈ, ਨਹੀਂ ਤਾਂ ਇਸ ਤੋਂ ਪਿੱਛੋਂ ਥੋੜਾ ਸਮਾਂ ਗੁਜ਼ਰ ਜਾਣ ਤੇ ਸਲਤਨਤ ਤੇ ਇਸਲਾਮ ਦਾ ਕੰਮ ਢਹਿ ਢੇਰੀ ਹੋ ਜਾਏਗਾ। ਗੁਰੂ ਜੀ ਵੀ ਜਾਣਦੇ ਸਨ ਕਿ ਅੱਗੋਂ ਕੀ ਹੋਣ ਵਾਲਾ ਹੈ। ਜਹਾਂਗੀਰ ਦੇ ਖਿਆਲਾਂ ਦੀ ਸਰੋਤ ਉਹਨਾਂ ਤੱਕ ਪੁੱਜ ਰਹੀ ਸੀ। ਉਹ ਜਾਣਦੇ ਸਨ ਕਿ ਟੱਕਰ ਅਵੱਸ਼ ਹੈ ਅਤੇ ਸਰੀਰ ਹੈ, ਛੁੱਟਣਾ ਸੰਸਾ ਨਹੀਂ ਕੋਈ। ਇਸ ਲਈ ਉਹਨਾਂ ਸਭ ਮੁਖੀ ਸਿੱਖਾਂ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਹੋਰਨਾਂ ਨੂੰ ਬੁਲਾ ਕੇ ਗੁਰਗੱਦੀ ਦੀ ਜ਼ਿੰਮੇਵਾਰੀ 15 ਮਈ 1606 ਈਸਵੀ ਨੂੰ ਗੁਰੂ ਹਰਗੋਬਿੰਦ ਜੀ ਨੂੰ ਸੌਂਪੀ। ਇੱਕ ਰਵਾਇਤ ਅਨੁਸਾਰ ਬਾਬਾ ਬੁੱਢਾ ਜੀ ਨੇ ਤਿਲਕ ਲਗਾਇਆ। ਗੁਰੂ ਅਰਜਨ ਨੇ ਉਸ ਵੇਲੇ ਇਹ ਆਗਿਆ ਵੀ ਕੀਤੀ ਕਿ ਉਹਨਾਂ ਦਾ ਤੁਰਕਾਂ ਵਿੱਚ ਜਾਣਾ ਹੋਇਆ ਅਤੇ ਉਹਨਾਂ ਹੁਜਤ ਕਰਨੀ ਹੈ, ਸਾਡਾ ਸੀਸ ਲੱਗੇਗਾ, ਤੁਸੀਂ ਦੁਆਬੇ ਵਿੱਚ ਚਲੇ ਜਾਣਾ। ਸੋ ਬਾਲ ਬੱਚੇ ਗ੍ਰਿਫਤਾਰ ਕਰਨ ਵਾਲਾ ਹੁਕਮ ਵਜ੍ਹਾ ਨਾ ਲਿਜਾਇਆ ਜਾ ਸਕਿਆ। C.H. ਪੇਨ ਦੇ ਲਿਖੇ ਅਨੁਸਾਰ ਇਹ ਹੁਕਮ ਵੀ ਕੀਤਾ ਕਿ ਸਿੱਖ ਸੇਵਕਾਂ ਦਾ ਬਗੈਰ ਸ਼ਸਤਰ ਅਪਣਾਏ ਬਣੇ ਰਹਿਣਾ ਕਠਿਨ ਹੈ। ਗੁਰੂ ਹਰਗੋਬਿੰਦ ਜੀ ਨੂੰ ਸਪਸ਼ਟ ਆਗਿਆ ਵਜੋਂ ਕਿਹਾ ਸੀ, ਬੇਟਾ ਕਰੜੇ ਸਮੇਂ ਆ ਰਹੇ ਹਨ, ਬਦੀ ਦੀਆਂ ਤਾਕਤਾਂ ਆਪਣਾ ਮੂੰਹ ਖੋਲੀ ਮਨੁੱਖ ਦੇ ਮੁੱਢਲੇ ਹੱਕਾਂ ਦੇ ਖੋਹਣ ਦੇ ਆਹਰ ਵਿੱਚ ਲੱਗੀਆਂ ਹਨ। ਗੁਰੂ ਨਾਨਕ ਦਾ ਘਰ ਸੱਚ, ਪ੍ਰੇਮ, ਅਣਖ ਅਤੇ ਆਜ਼ਾਦੀ ਦਾ ਰਾਖਾ ਰਿਹਾ ਹੈ। ਲੋਕਾਂ ਨੂੰ ਬੰਧਨਾਂ ਤੋਂ ਛੁਡਵਾਉਣ ਦਾ ਕਾਰਜ ਅਸਾਂ ਪੂਰੇ ਅਮਨ ਅਤੇ ਸ਼ਾਂਤਮਈ ਢੰਗ ਨਾਲ ਕੀਤਾ ਹੈ। ਪਰ ਹੁਣ ਸਮੇਂ ਹੋਰ ਆ ਗਏ ਹਨ। ਆਪਣੇ ਕੀਤੇ ਅਤਿਆਚਾਰਾਂ ਨੂੰ ਵੇਖ ਵੇਖ ਕੇ ਮੁਗਲਾਂ ਦੀ ਆਤਮਾ ਆਪਣਾ ਮਨੁੱਖੀ ਸਰੂਪ ਅਤੇ ਸੁਭਾਅ ਗਵਾ ਬੈਠੀ ਹੈ। ਹੋ ਸਕਦਾ ਹੈ ਕਿ ਇਸ ਨੂੰ ਜਗਾਇਆ ਜਾ ਸਕੇ ਅਤੇ ਇਸ ਦੇ ਦਬਾਦਬ ਉੱਡ ਰਹੇ ਮਨੁੱਖੀ ਸੁਭਾਅ ਨੂੰ ਫਿਰ ਕਾਇਮ ਕੀਤਾ ਜਾ ਸਕੇ। ਇਹਨਾਂ ਮੁਗਲਾਂ ਦੀ ਆਤਮਾ ਪਸ਼ੂ ਵਾਂਗਰ ਹੋ ਗਈ ਹੈ, ਸ਼ਾਇਦ ਅਜੇ ਵੀ ਇਨਸਾਨੀ ਜਾਮੇ ਵਿੱਚ ਆ ਸਕੇ। ਮੈਂ ਜਾਂਦਾ ਹਾਂ ਅਤੇ ਜਹਾਂਗੀਰ ਨੂੰ ਜਾ ਕੇ ਦੱਸਦਾ ਹਾਂ ਕਿ ਇੱਕ ਪਾਸੇ ਉਸ ਦੇ ਹੁਕਮ ਨਾਲ ਕੀ ਅਤਿਆਚਾਰ ਹੋ ਰਹੇ ਹਨ ਅਤੇ ਦੂਜੇ ਪਾਸੇ ਰੱਬ ਅਤੇ ਰੱਬ ਦੇ ਬੰਦਿਆਂ ਦੇ ਪਿਆਰ ਦੀ ਖਾਤਰ ਕੀ ਤਸੀਹੇ ਝੱਲੇ ਜਾ ਸਕਦੇ ਹਨ। ਸ਼ਾਇਦ ਕੀਤੀ ਦਾ ਨਜ਼ਾਰਾ ਦੇਖ ਕੇ ਮੁਗਲਾਂ ਦੀ ਆਤਮਾ ਜਾਗ ਪਵੇ। ਪਰ ਜੇ ਸ਼ਾਂਤਮਈ ਰਹਿ ਕੇ ਸਰੀਰਕ ਦੁੱਖ ਝੱਲਣ ਦਾ ਤਰੀਕਾ ਕਾਮਯਾਬ ਨਾ ਹੋਇਆ ਤਾਂ ਸਮਝ ਲੈਣਾ ਕਿ ਮੁਗਲਾਂ ਦੀ ਆਤਮਾ ਪੂਰਨ ਤੌਰ ਤੇ ਮਨੁੱਖੀ ਸੁਭਾਅ ਛੱਡ ਚੁੱਕੀ ਹੈ ਅਤੇ ਪਸ਼ੂ ਭਾਵ ਵਿੱਚ ਟੁਰ ਗਈ ਹੈ। ਫਿਰ ਇਹਨਾਂ ਦੀ ਆਤਮਾ ਨੂੰ ਮਨੁੱਖੀ ਸੁਭਾਅ ਵਿੱਚ ਵਟਾਉਣ ਦੀ ਖਾਤਰ ਦੁੱਖ ਝੱਲਣੇ ਇਤਨੇ ਹੀ ਬੇਅਰਥ ਹੋਣਗੇ ਜਿਤਨੇ ਕਿ ਸਿੰਗਾਂ ਵਾਲੇ ਜੰਗਲੀ ਜਾਨਵਰ ਅੱਗੇ ਲੰਮੇ ਪੈ ਕੇ ਉਸ ਦਾ ਪਸ਼ੂ ਸੁਭਾਅ ਵਟਾਉਣ ਦਾ ਯਤਨ ਬੇਅਰਥ ਹੁੰਦਾ ਹੈ। ਸਮਾਂ ਆ ਰਿਹਾ ਹੈ, ਭਲਾਈ ਅਤੇ ਬਦੀ ਦੀਆਂ ਤਾਕਤਾਂ ਦੀ ਮੁੱਠਭੇੜ ਹੋਵੇਗੀ। ਇਸ ਲਈ ਕਮਰ ਕੱਸੇ ਕਰ ਲਵੋ, ਆਪ ਸ਼ਸਤਰ ਪਹਿਨੋ ਅਤੇ ਸਿੱਖਾਂ ਨੂੰ ਵੀ ਐਸਾ ਕਰਨ ਦੀ ਪ੍ਰੇਰਨਾ ਕਰੋ। ਜ਼ਾਲਮਾਂ ਨਾਲ ਡਟ ਕੇ ਜੂਝੋ ਅਤੇ ਤਦ ਤੱਕ ਡਟੇ ਰਹਿਣਾ ਜਦ ਤੱਕ ਇਹ ਸੁਧਾਰ ਨਾ ਆ ਜਾਣ ਜਾਂ ਨਾ ਮੁੱਕ ਜਾਣ। ਸਮਕਾਲੀ ਢਾਡੀਆਂ ਨੱਥਾ ਮੱਲ ਅਤੇ ਅਬਦੁਲ ਨੇ ਜੋ ਤਖਤ ਨਸ਼ੀਨੀ ਦੀ ਵਾਰ ਗਾਈ ਹੈ, ਉਹ ਵੀ ਇਸੇ ਗੱਲ ਦਾ ਸੰਕੇਤ ਕਰਦੀ ਹੈ। ਵਾਰ ਦੀ ਪੌੜੀ ਸੀ, 2 ਤਲਵਾਰੀਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ।
एक अजमत दी, एक राज दी, एक राखी करे वजीरी दी। हिम्मत बाहां कोटगढ़, दरवाजा बलख बखीर जी। नाल सिपाही नील नाल, मार दुष्टां करे तगीर जी। पग तेरी की जहांगीर दी। माता गंगा जी नूं भी उचेचा संबोधन करके कहा, यह देही सदा नहीं रहनी, इसलिए कोई भी सूझवान इस नाल प्यार नहीं कर सकता। जो उपजिया है उस बिरनिस जाना है, देही नाल प्रीत करनी भुल है। तुसां साडे पिछे कोई सोग नहीं करना, अपने शरीर नालों अपनी आत्मा नूं विछोड़न दा आपने यतन नहीं करना। गुरु अर्जन देव जी नूं 22 मई 1606 ईस्वी नूं श्री अंम੍ਰਿਤਸਰ तो ही मुर्तजा खां ने गिरफ्तार किया। गुरु अर्जन जी नाल उस समय 5 प्रसिद्ध सिख चौधरी लंगाहा, भाई बिधि चंद, भाई पैड़ा, भाई जेठा जी अते भाई पिराणा जी आपू ही चल पए सन। इन्हां सिखां नूं गुरु जी ने आप ही लाहौर तो मुड़न दा हुक्म दे दिता सी अते गुरु हरगोबिंद जी दी शरण जाण लई कहा सी। शहीदी बद्धे होए ही दिते नदी रुड़ाए। गुरु अर्जन देव जी नूं लाहौर जहांगीर दे दरबार पेश किया गया। ਬੰਸਾਵਲੀ ਨਾਮਾਂ ਦੇ ਸ਼ਬਦਾਂ ਵਿੱਚ ਸਾਹਿਬ ਟੇਕ ਮੱਥਾ, ਵਿਦਿਆ ਹੋਏ ਗਏ, ਦੁਸ਼ਟ ਚੌਂਕੜ ਵਿੱਚ ਆਵਤ ਪਈ, ਜਵਾਬ ਸਵਾਲ ਬਹੁਤਾ ਹੀ ਹੋਇਆ, ਭਏ ਕੈਦ ਸ਼ਰਮ ਪਾਇਆ, ਸੁੱਖ ਸਭ ਖੋਇਆ। ਮਹਾਰਾਜ ਨੇ ਹਰ ਉਠਾਏ ਸਵਾਲ ਦਾ ਇਹ ਉੱਤਰ ਦਿੱਤਾ ਕਿ ਉਹ ਉਹਨਾਂ ਦੇ ਕਿਸੇ ਵਰਤਾਓ ਤੋਂ ਭੈ ਨਹੀਂ ਖਾਂਦੇ। ਇਹ ਸਭ ਭਾਣੇ ਵਿੱਚ ਹੋ ਰਿਹਾ ਹੈ। ਇਹ ਕਸ਼ਟ ਜਿਨ੍ਹਾਂ ਦਾ ਬਾਰ-ਬਾਰ ਡਰਾਵਾ ਦਿੱਤਾ ਜਾ ਰਿਹਾ ਹੈ ਸਗੋਂ ਆਨੰਦ ਦਿੰਦੇ ਹਨ। ਖੁਸਰੋ ਨੂੰ ਪ੍ਰਸ਼ਾਦ ਛਕਾਉਣ ਦੀ ਗੱਲ ਕਹੀ ਜਾ ਰਹੀ ਹੈ। ਇਹ ਉਹ ਹੀ ਲੰਗਰ ਹੈ ਜਿੱਥੇ ਤੇਰਾ ਪਿਤਾ ਖਾ ਗਿਆ, ਅਤੇ ਜੇ ਅੱਜ ਤੇਰਾ ਪੁੱਤਰ ਖਾ ਗਿਆ ਤਾਂ ਕਿਹੜੀ ਆਫਤ ਆ ਗਈ। ਜਹਾਂਗੀਰ ਨੇ ਜਦ ਗੁਰੂ ਗ੍ਰੰਥ ਸਾਹਿਬ ਵਿੱਚ ਮੁਹੰਮਦ ਸਾਹਿਬ ਦੀ ਉਸਤਤ ਦੇ ਕੁਝ ਸ਼ਬਦ ਪਾਉਣ ਲਈ ਕਿਹਾ ਤਾਂ ਆਪ ਜੀ ਨੇ ਕਿਹਾ ਕਿ ਇਹ ਕਦਾਚਿਤ ਨਹੀਂ ਹੋ ਸਕਦਾ। ਇਹ ਤੁਰਕੀ ਬਾਣੀ ਹੈ, ਇਸ ਵਿੱਚ ਰਲਾ ਕੋਈ ਵੀ ਨਹੀਂ ਪਾ ਸਕਦਾ। ਸੱਚ ਸੱਚ ਹੈ ਅਤੇ ਕਦੇ ਬਦਲਿਆ ਨਹੀਂ। ਇਹ ਮੁਕਾਲਫ ਕਹਿੰਦਾ ਹੈ ਕਿ ਰਿਸ਼ਤਾ ਮੋੜਨ ਵਾਲੀ ਗੱਲ ਕਹੀ ਗਈ, ਪਰ ਆਪ ਜੀ ਨੇ ਇਹ ਵਚਨ ਹੀ ਕਹੇ। ਸੁਤ ਤ੍ਰੀਐ ਧਨ ਧਨ ਆਦ ਸਭ ਤਜਿਤ ਨਾ ਲਾਵੋ ਦੇਰ, ਸਿੱਖ ਬਚਨ ਕੋ ਤਿਆਗਵੋ ਤਉ ਨ ਹਮ ਤੇ ਹੇਰ। ਆਖਿਰ ਮੁਹੰਮਦੀ ਉਮਤ ਵਿੱਚ ਦਾਖਲ ਹੋਣ ਲਈ ਜਦ ਕਿਹਾ ਤਾਂ ਆਪ ਜੀ ਦਾ ਕਹਿਣਾ ਸੀ ਕਿ ਇਹ ਸਰੀਰ ਤਾਂ ਨਾਸ਼ਵੰਤ ਹੈ। ਸਾਡਾ ਮੂਲ ਮੰਤਰ ਸੱਚ ਦਾ ਪ੍ਰਕਾਸ਼ ਕਰਨਾ ਹੈ ਅਤੇ ਝੂਠ ਦਾ ਨਾਸ਼ ਕਰਨਾ, ਅਤੇ ਜੇ ਇਸੇ ਮਨੋਰਥ ਨੂੰ ਪੂਰਾ ਕਰਦਿਆਂ ਇਹ ਖਾਕੀ ਸਰੀਰ ਜਾਂਦਾ ਹੈ ਤਾਂ ਅਸੀਂ ਚੰਗੇ ਭਾਗ ਸਮਝਾਂਗੇ। ਜੁਰਮਾਨੇ ਦੀ ਗੱਲ ਮੁਹਸਨ ਫਾਨੀ ਨੇ ਕਿਧਰੋਂ ਬਾਹਰੋਂ ਸੁਣ ਕੇ ਹੀ ਲਿਖ ਦਿੱਤੀ ਹੈ। ਪ੍ਰਤੀਤ ਇਹ ਹੁੰਦਾ ਹੈ ਕਿ ਬਾਹਰ ਅਦਲ ਦਾ ਢੰਡੋਰਾ ਦੇਣ ਵਾਲਾ ਜਹਾਂਗੀਰ ਨੇ ਇਹ ਫੈਲਾਇਆ ਹੋਵੇਗਾ ਕਿ ਗੁਰੂ ਨੇ ਬਗਾਵਤ ਵਿੱਚ ਹਿੱਸਾ ਲਿਆ ਸੀ ਅਤੇ ਇਸ ਲਈ ਜੁਰਮਾਨਾ ਕੀਤਾ ਗਿਆ। ਜੁਰਮਾਨਾ ਉਹਨਾਂ ਤਾਰਿਆਂ ਨਹੀਂ ਸੋ ਸ਼ਹੀਦ ਕੀਤੇ ਗਏ। ਮੁਹਸਨ ਫਾਨੀ ਦੇ ਸ਼ਬਦ ਹਨ, ਗੁਰੂ ਅਰਜਨ ਨੇ ਬਾਦਸ਼ਾਹ ਦੇ ਪੁੱਤਰ ਖੁਸਰੋ ਨੂੰ, ਜਿਸ ਨੇ ਬਾਪ ਵਿਰੁੱਧ ਬਗਾਵਤ ਕੀਤੀ ਸੀ, ਆਸ਼ੀਰਵਾਦ ਦਿੱਤੀ। ਜਦ ਖੁਸਰੋ ਪਕੜਿਆ ਗਿਆ ਤਾਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਜੀ ਨੂੰ ਸਜ਼ਾ ਦਿੱਤੀ ਅਤੇ ਭਾਰੀ ਜੁਰਮਾਨਾ ਕੀਤਾ। ਗੁਰੂ ਜੀ ਨੇ ਉਹ ਜੁਰਮਾਨਾ ਨਾ ਭਰਿਆ, ਉਸ ਕਾਰਨ ਗੁਰੂ ਜੀ ਨੂੰ ਲਾਹੌਰ ਕੈਦ ਕੀਤਾ ਗਿਆ, ਜਿੱਥੇ ਗਰਮੀ ਤੇ ਤਸੀਹੇ ਕਾਰਨ ਉਹ ਸ਼ਹੀਦ ਹੋਏ। ਇੱਕ ਹੋਰ ਗੱਲ ਇਹ ਭੁਲੇਖਾ ਤੁਜਕ ਦੇ ਉਸ ਅਗਲੇ ਪੈਰੇ ਤੋਂ ਲੱਗਦਾ ਹੈ ਜੋ ਗੁਰੂ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਬਾਅਦ ਲਿਖਿਆ ਗਿਆ। ਇਹ ਜੁਰਮਾਨਾ ਅੰਬਾ ਨਾਮੀ ਇੱਕ ਹੋਰ ਸ਼ਖਸ ਤੇ ਕੀਤਾ ਗਿਆ ਸੀ, ਜਿਸ ਦੇ ਇੱਕ ਸਾਥੀ ਰਾਜੂ ਨੂੰ ਫਾਂਸੀ ਦਿੱਤੀ ਗਈ। ਇਹ ਅੰਬਾ ਕੋਈ ਪ੍ਰਸਿੱਧ ਵਿਅਕਤੀ ਨਹੀਂ ਸੀ, ਪਰ ਬਾਦਸ਼ਾਹ ਦਾ ਉਹਨਾਂ ਦੋਵਾਂ ਦੀ ਸਜ਼ਾ ਸੰਬੰਧੀ ਹੁਕਮ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਹੀ ਇੱਕੋ ਫਿਰਕੇ ਵਿੱਚ ਲਿਖਣ ਨਾਲ ਭੁਲੇਖਾ ਪਿਆ ਅਤੇ ਮੁਹਸਨ ਫਾਨੀ ਉਸੇ ਭੁਲੇਖੇ ਵਿੱਚ ਇਹ ਸਭ ਕੁਝ ਲਿਖ ਗਿਆ। ਫਿਰ ਅੰਬਾ ਨੂੰ ਜੁਰਮਾਨਾ 2 ਲੱਖ ਹੀ ਹੋਇਆ ਸੀ ਅਤੇ ਜਹਾਂਗੀਰ ਨੇ 1,25,000 ਦੀ ਵਸੂਲੀ ਦਾ ਵੀ ਜ਼ਿਕਰ ਕੀਤਾ ਹੈ। ਮੁਹਸਨ ਫਾਨੀ ਦੀ ਲਿਖਤ ਨੂੰ ਲੈ ਕੇ ਸਰ ਜਾਦੂਨਾਥ ਸਰਕਾਰ ਨੇ ਬਹੁਤ ਗਲਤ ਸਿੱਟੇ ਕੱਢੇ। ਉਹਨਾਂ ਦਾ ਇਹ ਲਿਖਣਾ ਕਿ ਗੁਰੂ ਅਰਜਨ ਸਾਹਿਬ ਨੂੰ ਇਹ ਰਵਾਇਤੀ ਸਜ਼ਾ ਰਾਜਸੀ ਅਪਰਾਧਾਂ ਕਾਰਨ ਮਿਲੀ ਅਤੇ ਗੁਰੂ ਅਰਜਨ ਜੀ ਦੀ ਸ਼ਹਾਦਤ ਕੋਈ ਵੱਖਰੀ ਜਾਂ ਅਸਾਧਾਰਨ ਗੱਲ ਨਹੀਂ ਸੀ, ਕਿਉਂਕਿ ਉਹਨਾਂ ਦਿਨਾਂ ਵਿੱਚ ਜੁਰਮਾਨਾ ਜਾਂ ਮਾਲੀਆ ਨਾ ਧਾਰਨ ਵਾਲਿਆਂ ਨੂੰ ਇਹੋ ਜਿਹੀਆਂ ਸਜ਼ਾਵਾਂ ਜੋ ਆਪਣੇ ਤਵਰੀਖੀ ਸਿੱਟੇ ਸਦਾ ਸਮਕਾਲੀ ਸੋਮਿਆਂ ਤੋਂ ਕੱਢਦਾ ਹੈ, ਇੱਥੇ ਬਹੁਤ ਵੱਡੀ ਚੂਕ ਖਾ ਗਿਆ। ਜੇ ਗੁਰੂ ਅਰਜਨ ਦੇਵ ਜੀ ਨੂੰ ਜੁਰਮਾਨਾ ਹੋਇਆ ਹੁੰਦਾ ਤਾਂ ਜਹਾਂਗੀਰ ਜ਼ਰੂਰ ਜ਼ਿਕਰ ਕਰਦਾ। ਜੇ ਉਹ ਅੰਬਾ ਤੇ ਕੀਤੇ ਜੁਰਮਾਨੇ ਦਾ ਵਰਣਨ ਕਰ ਸਕਦਾ ਹੈ ਤਾਂ ਇੱਥੇ ਵੀ ਉਹ ਕਰਦਾ। ਜਾਦੂਨਾਥ ਸਰਕਾਰ ਦਾ ਐਸਾ ਲਿਖਣਾ ਇਤਿਹਾਸ ਨਾਲ ਬੇਇਨਸਾਫੀ ਅਤੇ ਸੱਚ ਸੂਝ ਤੋਂ
परे हटन वाली गल है। इंदु भूषण बैनर्जी ने ठीक लिखा है कि ऐसा सिट्टा कढ़ना मत दा पतितपुणा है। बैनर्जी लिखता है, मेरी नज़र विच गुरु अर्जन देव जी नूं मामला तारन की समर्था जां जान बुझ के ना तारन करके शहीद किए जाण नूं उस वेले रिवाज अनुसार ठीक समझना अते होर सारे कारनां वल ध्यान ना देना जो शहादत कराउण विच सहायक होए सच नूं झूठ बना के पेश करन समान है। सो किसी भी इतिहासकार नूं खेमा नहीं किया जा सकता। जहांगीर नूं सच्चा पातशाह गद्दी तख्त अते संगत दे शब्दां विचों बगावत दी बू आ रही सी। पहिलां बाहर जेठ हाड़ दी तपी रेत विच बिठला तसीहे दिते गए, दुख सहारदे रहे पर मुख तो ਇਹ ही उचारदे रहे। एका निरभौ बात सुनी सो सुखिया सो सदा सुहेला जो गुर मिल गाए गुनी। ਇਹ ਸਾਕਾ ਹੁੰਦਾ ਸੁਣ ਮੀਆਂ ਮੀਰ ਜੀ ਭੱਜੇ। ਜਹਾਂਗੀਰ ਨੂੰ ਕਿਹਾ ਪਰ ਉਸ ਅੱਖਾਂ ਤੇ ਤੁਅੱਸਬ ਦੀ ਪੱਟੀ ਬੰਨੀ ਹੋਈ ਸੀ। ਗੁਰੂ ਅਰਜਨ ਜੀ ਨੂੰ ਫਿਰ ਉਬਲਦੇ ਪਾਣੀ ਵਿੱਚ ਦੇਗ ਵਿੱਚ ਬਿਠਾਇਆ ਪਰ ਆਪ ਜੀ ਉਸੇ ਤਰ੍ਹਾਂ ਹੀ ਅਡੋਲ ਰਹੇ। ਤਨ ਪੀਰਾਂ ਤੇ ਡਿੱਗੀ ਨਾ ਸੋਈ ਮੇਰ ਹਿਲਾਏ ਨਾ ਜਿਮ ਨਰ ਕੋਈ। ਮੀਆਂ ਮੀਰ ਜੀ ਉੱਥੇ ਪੁੱਜੇ ਜਿੱਥੇ ਗੁਰੂ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਸਨ। ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਵਜਾਉਣ ਦਾ ਇਸ਼ਾਰਾ ਕੀਤਾ। ਗੁਰੂ ਜੀ ਨੇ ਉਸੇ ਠਰਮੇ ਵਿੱਚ ਕਿਹਾ, ਕੀ ਹੋਇਆ ਜੇ ਤਨ ਤਪ ਰਿਹਾ ਹੈ? ਸਾਈਂ ਦੇ ਪਿਆਰਿਆਂ ਨੂੰ ਭਾਣੇ ਵਿੱਚ ਹੀ ਰਸ ਮਾਨਣਾ ਚਾਹੀਦਾ ਹੈ। ਦੁੱਖ ਰਤਾ ਵੀ ਨਹੀਂ ਹੈ। ਸਰੀਰ ਤੇ ਸੰਸਾਰ ਝੂਠ ਹੈ, ਆਤਮਾ ਨਿਰਲੇਪ ਹੈ। ਆਤਮਾ ਸਦਾ ਅਸੰਗ ਹੈ, ਤਨ ਮਿਥਿਆ ਪਰਪੰਚ। ਇਹ ਕਸ਼ਟ ਇਸ ਲਈ ਸਹਾਰ ਰਹੇ ਹਾਂ ਵਾਹਿਗੁਰੂ ਦੇ ਸੱਚੇ ਨਾਮ ਦੇ ਪ੍ਰਚਾਰ ਕਰਨ ਵਾਲਿਆਂ ਲਈ ਆਦਰਸ਼ ਬਣ ਜਾਏ। ਜਦ ਕਦੇ ਕਿਸੇ ਤੇ ਕਸ਼ਟ ਆਵੇ ਤਾਂ ਭਾਣਾ ਮਿੱਠਾ ਕਰਕੇ ਮੰਨੇ। ਵਾਹਿਗੁਰੂ ਨੂੰ ਬੁਰਾ ਭਲਾ ਨਾ ਆਖਣ, ਡੋਲ ਨਾ ਜਾਣ। ਆਮ ਮਨੁੱਖਾਂ ਦੀ ਅਗਵਾਈ ਲਈ ਉੱਚੇ ਆਦਰਸ਼ ਦੀ ਲੋੜ ਹੁੰਦੀ ਹੈ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ ਭਗਤਾਂ ਨੂੰ ਸ਼ੋਭਦਾ ਹੈ। ਆਤਮਿਕ ਸ਼ਕਤੀ ਨੂੰ ਸਰੀਰ ਦੀ ਰੱਖਿਆ ਲਈ ਨਹੀਂ ਵਰਤਣਾ ਚਾਹੀਦਾ। ਮੀਆਂ ਮੀਰ ਜੀ ਇਹ ਕਹਿੰਦੇ ਹੋਏ ਸਿਰ ਨੀਵਾਂ ਵਾਪਸ ਆਏ। ਜੋ ਤੁਸਾਂ ਸੁਖਮਨੀ ਵਿੱਚ ਉਚਾਰਿਆ ਹੈ ਉਸ ਨੂੰ ਠੀਕ ਸਾਬਿਤ ਕਰ ਦਿੱਤਾ ਹੈ। ਰਹੇ ਬਦੇਹੀ ਹੋਏ ਦ੍ਰਿੜ ਬ੍ਰਹਮ ਗਿਆਨੀ ਨੀਕ ਜੋ ਬਰਨਿਓ ਮਦ ਸੁਖਮਨੀ ਪਾਲ ਦਿਖਾ ਲਿਓ ਠੀਕ। ਫਿਰ ਤੱਤੇ ਤਵੇ ਤੇ ਬਿਠਾਇਆ ਗਿਆ ਅਤੇ ਗਰਮ ਰੇਤਾ ਝੁਲਸੇ ਹੋਏ ਸਰੀਰ ਤੇ ਪਾਇਆ ਗਿਆ ਪਰ ਗੁਰੂ ਜੀ ਬੈਠੇ ਰਹੇ ਅਬੋਲ ਅਡੋਲ ਅਤੇ ਜੋ ਨਹੀਂ ਜਰਿਆ ਜਾ ਸਕਦਾ ਸੀ ਉਸ ਨੂੰ ਵੀ ਜਰ ਲੈਣ ਦੀ ਹੱਦ ਦਰਸਾ ਦਿੱਤੀ। ਅਜਰ ਜਰਨ ਕੀ ਔਧ ਜਨਾਈ ਇੱਤੇ ਕਸ਼ਟ ਤੇ ਨਹੀਂ ਦਿਖਾਈ। ਹੁਣ ਸਾਰੀ ਦੇਹ ਹੀ ਫਲੂਹਾਂ ਨਾਲ ਭਰ ਗਈ ਪਰ ਇਹ ਫਲੂਹੇ ਸਗਰੀ ਦੇਹੀ। ਪਰ ਆਪ ਜੀ ਇਹ ਹੀ ਫਰਮਾਉਂਦੇ ਰਹੇ, ਦੁਸ਼ਟ ਕਸ਼ਟ ਯਹ ਤਨ ਕੋ ਦੇਹੇ ਹਮ ਸਾਖੀ ਨਯਾਰੋ ਦਰਸੇ हैं। ਇਸੇ ਤਰ੍ਹਾਂ 5 ਦਿਨ ਤਸੀਹੇ ਦਿੱਤੇ ਜਾਂਦੇ ਰਹੇ। 5 ਦਿਵਸ ਬੀਤੇ ਇਸ ਭਾਂਤੀ। 6ਵੇਂ ਦਿਨ ਭਾਵ 30 ਮਈ 1606 ਈਸਵੀ ਨੂੰ ਹੋਰ ਤਸੀਹੇ ਦੇਣ ਲਈ ਰਾਵੀ ਦੇ ਤੱਟ ਤੇ ਲੈ ਗਏ ਅਤੇ ਬੱਧੇ ਹੋਏ ਹੀ ਦਿੱਤੇ ਨਦੀ ਰੁੜਾਏ। ਸੰਮਤ 1663 ਜੇਠ ਮਹੀਨੇ ਚੰਨੇ ਚਾਨਣੀ ਚੌਥ ਜਲ ਵਹਾਏ ਲੀਨੇ। ਇਹ ਦਰਸਾ ਗਏ ਕਿ ਕੇਲੇ ਵਿੱਚੋਂ ਫਲ, ਤਿਲਾਂ ਵਿੱਚੋਂ ਤੇਲ, ਹਾਥੀ ਦੇ ਦੰਦ ਇੱਕ ਵਾਰ ਹੀ ਨਿਕਲਦੇ ਹਨ। ਸ਼ੇਰ ਅਤੇ ਸ਼ੇਰਨੀ ਦਾ ਸਪਰਸ਼ ਅਤੇ ਮਹਾਪੁਰਸ਼ ਦਾ ਵਾਕ ਇੱਕ ਵਾਰ ਹੀ ਹੁੰਦਾ ਹੈ। ਸੋ ਇਸ਼ਨਾਨ ਕਰਨ ਦੀ ਆਗਿਆ ਮੰਗਣ ਵਾਲੀ ਗੱਲ ਵੀ ਨਿਰਮੂਲ ਹੈ। ਭਾਈ ਰਤਨ ਸਿੰਘ ਜੀ ਭੰਗੂ ਨੇ ਦਰਿਆਏ ਨਾ ਬੋਲਿਓ ਕਿ ਗੁਰੂ ਤੇਗ ਬਹਾਦਰ ਸੀਸ ਨਾ ਤੋਰਿਓ ਕੀ ਸਾਹਿਬਜ਼ਾਦੇ ਨਾਹੇ ਮਰਵਾਏ ਸ਼ੀਰ ਖੋਰ ਤਿਹ ਨਾਹੇ ਕੁਹਾਏ। ਭੰਗੂ ਜੀ ਪ੍ਰਸ਼ਨ ਕਰਦੇ ਹਨ ਕਿ ਇਸ ਤੋਂ ਮੁਗਲ ਕਿਵੇਂ ਇਨਕਾਰੀ ਹੋ ਸਕਦੇ ਹਨ ਕਿ ਉਹਨਾਂ ਗੁਰੂ ਅਰਜਨ ਜੀ ਨੂੰ ਦਰਿਆ ਵਿੱਚ ਰੋੜਿਆ। ਕੀ ਉਹਨਾਂ ਤੇਗ ਬਹਾਦਰ ਨੂੰ ਸ਼ਹੀਦ ਨਹੀਂ ਕੀਤਾ, ਵੱਡੇ ਸਾਹਿਬਜ਼ਾਦੇ ਜੰਗ ਵਿੱਚ ਨਹੀਂ ਮਾਰੇ ਅਤੇ ਦੁੱਧ ਪੀਣੇ ਮਾਸੂਮ ਬੱਚੇ ਕੋਹ ਕੇ ਨਹੀਂ ਮਾਰੇ। ਮੁਨਸ਼ੀ ਸੋਹਣ ਲਾਲ ਸੂਰੀ ਨੇ ਵੀ ਇਹ ਹੀ ਲਿਖਿਆ ਹੈ ਕਿ ਕੁਝ ਤਸੀਹੇ ਦੇਣ ਦੇ ਮਗਰੋਂ ਉਸ ਮਹਾਪੁਰਸ਼ ਗੁਰੂ ਅਰਜਨ ਜੀ ਨੂੰ ਉਹਨਾਂ ਇੱਕ ਸਮਕਾਲੀ ਪਾਦਰੀ ਨੇ ਰਾਵੀ ਵਿੱਚ ਸੁੱਟਿਆ ਕਿ ਹੱਦੋਂ ਵੱਧ ਸ਼ਰਾਬ ਪੀਣ ਦੀ ਵਾਦੀ ਹੋਣ ਕਾਰਨ ਜਹਾਂਗੀਰ ਦੀ ਦਿਮਾਗੀ ਹਾਲਤ ਵਿਗੜ ਗਈ ਸੀ। ਉਸ ਦੇ ਖੁਸ਼ਾਮਦ ਅਤੇ ਖਾਸ ਕਰਕੇ ਮਜ਼ਹਬੀ ਦੀਵਾਨਿਆਂ ਨੇ ਉਸ ਦੀ ਇਸ ਹਾਲਤ ਤੋਂ ਲਾਭ ਉਠਾਉਂਦੇ ਹੋਏ ਉਸ ਨੂੰ ਵਰਗਲਾ ਕੇ ਉਸ ਰਾਹ ਤੇ ਪਾ ਦਿੱਤਾ ਜਿਹੜਾ ਕਿ ਉਸ ਪਿੱਛੋਂ ਉਸ ਦੀ ਬਦਨਾਮੀ ਦਾ ਕਾਰਨ ਬਣਿਆ।
ਗੁਰੂ ਅਰਜਨ ਜੀ ਨੂੰ ਜਦੋਂ ਜਹਾਂਗੀਰ ਦੇ ਹੁਕਮ ਨਾਲ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਮੈਂ ਉੱਥੇ ਲਾਹੌਰ ਮੌਜੂਦ ਸਾਂ। ਮੈਂ ਕਈ ਵਾਰੀ ਗੁਰੂ ਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਮਿਲਣ ਨਾ ਦਿੱਤਾ ਗਿਆ। ਜਹਾਂਗੀਰ ਨੂੰ ਕਾਜ਼ੀਆਂ ਨੇ ਹੀ ਗੁੰਮਰਾਹ ਕੀਤਾ ਸੀ। ਜਹਾਂਗੀਰ ਨੂੰ ਬਦਨਾਮ ਕਰਾਇਆ ਅਤੇ ਇੱਕ ਮਹਾਨ ਪੁਰਸ਼ ਦੀ ਮੌਤ ਦਾ ਕਾਰਨ ਬਣਿਆ। ਬਦਨਾਮ ਤਾਂ ਹੋਣਾ ਹੀ ਸੀ ਕਿਉਂਕਿ ਇਸੇ ਲਾਹੌਰ ਨੂੰ ਗੁਰੂ ਜੀ ਨੇ ਕਾਲ ਦੇ ਸਮੇਂ ਆਪਣਾ ਸਭ ਕੁਝ ਵਾਰ ਕੇ ਦੁੱਖ ਹਰੇ ਸਨ। ਅੱਜ ਲਾਹੌਰ ਨਿਵਾਸੀ ਖੜੇ ਸਨ ਪਰ ਤਰਾਹ ਕਰ ਰਹੇ ਸਨ। ਉਮਦਹਤ ਤਵਾਰੀਖ ਦੇ ਲਿਖਾਰੀ ਨੇ ਇਹੀ ਲਿਖਿਆ ਹੈ ਕਿ ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾੜਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ। ਇੱਕ ਪੁਰਤਗਾਲੀ ਪਾਦਰੀ ਸੇਂਟ ਜੈਰੋਮ ਜੇਵੀਅਰ ਨੇ ਸਤੰਬਰ 25 ਸੰਨ 1606 ਈਸਵੀ ਸ਼ਹਾਦਤ ਤੋਂ ਤਕਰੀਬਨ 4 ਮਹੀਨਿਆਂ ਪਿੱਛੋਂ ਲਾਹੌਰ ਤੇ ਲਿਖਿਆ, ਰੋਜ਼ ਨਵੇਂ ਸੂਰਜ ਇਸ ਮਹਾਂਪੁਰਸ਼ ਗੁਰੂ ਅਰਜਨ ਦੇਵ ਜੀ ਨੂੰ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਫਿਰ ਹੁਕਮ ਭੇਜਿਆ ਕਿ ਹੋਰ ਜ਼ੁਲਮ ਢਾਹੋ। ਖਾਣਾ ਤੱਕ ਨਾ ਦਿੱਤਾ। ਹਜ਼ਾਰਾਂ ਹੀ ਢੰਗਾਂ ਨਾਲ ਅਨਾਦਰ ਕੀਤਾ। ਇਸ ਤਰ੍ਹਾਂ ਜ਼ੁਲਮਾਂ, ਤਸੀਹਿਆਂ ਅਤੇ ਅਨਾਦਰਾਂ ਨੂੰ ਨਾ ਸਹਾਰਦੇ ਨੇਕ ਗੁਰੂ ਜੀ ਦੀ ਸ਼ਹੀਦੀ ਹੋ ਗਈ। ਭਾਈ ਗੁਰਦਾਸ ਜੀ ਨੇ ਵੀ ਆਪਣੇ ਰਹੱਸਮਈ ਢੰਗ ਨਾਲ ਲਿਖਿਆ ਹੈ ਕਿ ਉਹ ਗੁਰੂ ਅਰਜਨ ਜੀ ਤੋਂ ਕੁਰਬਾਨ ਹਨ। ਉਹ ਤੱਤੇ ਤਵਿਆਂ ਤੇ ਬੈਠੇ ਕਸ਼ਟ ਸਹਾਰੇ ਪਰ ਇਸ ਤਰ੍ਹਾਂ ਨਿਰਵਾਣ ਰਹੇ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ, ਜਿਵੇਂ ਪਤੰਗਾ ਜਲਦੀ ਸ਼ਮਾ ਦੇਖ ਹੱਸ ਆਪਾ ਵਾਰਨ ਲਈ ਨਾ ਸੁੱਟਦਾ ਹੈ, ਜਾਂ ਜਿਵੇਂ ਹਿਰਨ ਰਤਾ ਪਰ ਪਰਵਾਹ ਨਹੀਂ ਕਰਦਾ ਪਰ ਸ਼ਬਦ ਦੀ ਧੁਨੀ ਸੁਣ ਤੀਰ ਤੱਕ ਖਾਣ ਲਈ ਉੱਠ ਖੜੋਂਦਾ ਹੈ। ਸ਼ਬਦ ਦੀ ਰੱਖਿਆ ਕਰਦੇ ਗੁਰੂ ਕੁਰਬਾਨ ਹੋ ਗਏ। ਅਕਾਲ ਚਲਾਣੇ ਤੋਂ ਪਹਿਲੀ ਰਾਤ ਬੜੀ ਹੀ ਕਸ਼ਟ ਭਰੀ ਸੀ ਪਰ ਉਹ ਰਾਤ ਵੀ ਗੁਰੂ ਜੀ ਭੰਵਰ ਵਾਂਗ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਜੁੜੇ ਰਹਿ ਕੇ ਸੁੱਖਾਂ ਦੇ ਡੱਬੇ ਵਿੱਚ ਹੀ ਬੀਤੀ। ਅੰਤਿਮ ਸਵਾਸਾਂ ਤੱਕ ਗੁਰੂ ਪੰਜਵੇਂ ਬਬੀਹੇ ਦੀ ਤਰ੍ਹਾਂ ਪੁਕਾਰ ਕੇ ਆਪਣੇ ਆਦਰਸ਼ ਦਾ ਢੰਡੋਰਾ ਦਿੰਦੇ ਰਹੇ। ਐਸੇ ਗੁਰੂ ਤੋਂ ਕਿਉਂ ਨਾ ਕੁਰਬਾਨ ਹੋਇਆ ਜਾਏ। ਸ਼ਹੀਦ ਕੀ ਜੋ ਮੌਤ ਹੈ, ਮੌਤ ਕੀ ਹਯਾਤ ਹੈ। ਕਿਸੇ ਬਹੁਤ ਸੋਹਣਾ ਲਿਖਿਆ ਹੈ ਕਿ ਸ਼ਹੀਦ ਕੀ ਜੋ ਮੌਤ ਹੈ ਵह ਕੌਮ ਕੀ ਹਯਾਤ ਹੈ। ਹਯਾਤ ਤੋਂ ਹਯਾਤ ਹੈ, ਮੌਤ ਵੀ ਹਯਾਤ ਹੈ। ਗੁਰੂ ਅਰਜਨ ਦੇਵ ਜੀ ਦਾ ਸਾਰਾ ਜੀਵਨ ਕੌਮ ਲਈ ਜ਼ਿੰਦਗੀ ਦਾਤਾ ਸੀ ਅਤੇ ਇਹ ਸ਼ਹੀਦੀ ਤਾਂ ਸਦਾ ਜੀਵਨ ਬਖਸ਼ਦੀ ਰਹੇਗੀ। ਕਹਿੰਦੇ ਹਨ ਕਿ ਖੂਨ ਨੂੰ ਬਹੁਤ ਵਿਆਜ ਲੱਗਿਆ ਕਰਦਾ ਹੈ। ਸ਼ਹੀਦ ਦੀ ਮੌਤ ਕਦੀ ਅਜਾਹੀ ਨਹੀਂ ਜਾਂਦੀ। ਇਸ ਸ਼ਹਾਦਤ ਨੇ ਇਤਨਾ ਪ੍ਰਭਾਵ ਇਸ ਸ਼ਹਾਦਤ ਨੇ ਛੱਡਿਆ ਹੈ ਕਿ ਲਤੀਫ, ਟਰੰਪ ਅਤੇ ਹੋਰ ਸਾਰੇ ਇਤਿਹਾਸਕਾਰ ਇਸ ਨੂੰ ਸਿੱਖ ਇਤਿਹਾਸ ਵਿੱਚ ਮੋੜਵੱਤ ਕਹਿੰਦੇ ਹਨ। ਭਾਵੇਂ ਮੋੜ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਸਭ ਮਿੱਥੇ ਹੋਏ ਅਤੇ ਦਿੱਤੇ ਹੁਕਮ ਮੁਤਾਬਕ ਹੋ ਰਿਹਾ ਸੀ। ਗੁਰੂ ਅਰਜਨ ਜੀ ਨੇ ਬਹੁਤ ਪਹਿਲਾਂ ਹੀ ਹੁਕਮ ਕਰ ਦਿੱਤੇ ਸਨ ਕਿ ਉਹਨਾਂ ਕਿਰਪਾਨਾਂ ਪਹਿਨਣੀਆਂ ਹਨ ਪਰ ਹਰਗੋਬਿੰਦ ਦਾ ਰੂਪ ਧਾਰ ਕੇ ਪਹਿਨਣੀਆਂ ਹਨ। ਸ਼ਬਦ ਦੀ ਪ੍ਰੀਤੀ ਕਰ ਪੀਰ ਦੀ ਪੀਰੀ ਖਿੱਚ ਲੈਣੀ ਹੈ। ਸਿਰਫ ਹੁਣ ਇਤਨਾ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਯੁੱਗ ਦੇ ਨਾਲ ਹੁਣ ਕੁਰਬਾਨੀ ਯੁੱਗ ਸ਼ੁਰੂ ਹੋ ਗਿਆ ਸੀ। ਡਾਕਟਰ ਗੋਕਲ ਚੰਦ ਨਾਰੰਗ ਨੇ ਠੀਕ ਲਿਖਿਆ ਹੈ ਕਿ ਸਿੱਖਾਂ ਉੱਤੇ ਤਸੀਹਿਆਂ ਦਾ ਕਾਂਡ ਗੁਰੂ ਅਰਜਨ ਜੀ ਦੀ ਸ਼ਹੀਦੀ ਨਾਲ ਹੀ ਸ਼ੁਰੂ ਹੋਇਆ। ਗੁਰੂ ਜੀ ਦੀ ਸ਼ਹਾਦਤ ਉਪਰੰਤ ਅਸੀਂ ਸਿੱਖ ਇਤਿਹਾਸ ਵਿੱਚ ਹਕੂਮਤ ਵੱਲੋਂ ਦਿੱਤੇ ਡਰਾਵਿਆਂ, ਜੁਰਮਾਨਿਆਂ, ਗ੍ਰਿਫਤਾਰੀਆਂ, ਘਰ ਘਾਟ ਜ਼ਬਤ ਕਰਨ, ਤਸੀਹੇ ਦੇਣ, ਸੂਲੀ ਚਾੜ੍ਹਨ, ਕਤਲੇਆਮ ਕਰਨ, ਬੰਦ ਕੱਟਣ, ਆਰੇ ਨਾਲ ਚੀਰਨ, ਚਰਖੜੀਆਂ ਤੇ ਚਾੜ੍ਹਨ ਦਾ ਵਰਣਨ ਨਿੱਤ ਪੜ੍ਹਦੇ ਹਾਂ। ਜਜ਼ਬਾ ਇਤਨਾ ਭਰ ਦਿੱਤਾ ਗਿਆ ਸੀ ਕਿ ਸਿੱਖ ਹੱਸ ਤਸੀਹੇ ਚੱਲਦੇ। ਗੁਰੂ ਅਰਜਨ ਜੀ ਦੇ ਪਾਵਾਂ ਚ ਨਾ ਖੂਨ ਦੀਆਂ ਬੂੰਦਾਂ ਜੋ ਲਾਹੌਰ ਦੇ ਰੇਤਲੇ ਥਲਾਂ ਵਿੱਚ ਰਾਵੀ ਕਿਨਾਰੇ ਡਿੱਗੀਆਂ ਸਨ। ਸਿੱਖੀ ਦਾ ਸਿਰੜੀ ਬੂਟਾ ਉਸੇ ਦੀ ਉਪਜ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਸ਼ਾਦਾਸ ਸਿੱਖੀ ਵਿੱਚ ਦਾਖਲ ਹੋਣ ਲਈ ਪਹਿਲਾ ਕਦਮ ਬਣ ਗਿਆ। ਸੈਂਕੜੇ ਨਹੀਂ ਲੱਖਾਂ ਛਲਾਂਗਾ ਮਾਰ ਇਸ ਸਿੱਖੀ ਦੇ ਦਾਇਰੇ ਵਿੱਚ ਦਾਖਲ ਹੁੰਦੇ ਰਹੇ। ਇਹ ਕਰਾਮਾਤ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈ। ਪਰਜਾ ਦਾ ਰੰਗ ਹੀ ਬਦਲ ਗਿਆ। ਇਸ ਸ਼ਹਾਦਤ ਨੇ ਕੌਮ ਵਿੱਚ ਭਾਣਾ ਮਿੱਠਾ ਮੰਨਣ ਦਾ ਜਜ਼ਬਾ ਇਤਨਾ ਭਰਿਆ ਕਿ ਕਦੇ ਸਿੱਖ ਨੇ ਤਸੀਹੇ ਝੱਲਦੇ ਸ਼ਿਕਵੇ, ਸ਼ਿਕਾਇਤਾਂ ਜਾਂ ਉਲਾਮੇ ਨਾ ਦਿੱਤੇ। ਆਪ ਜੀ ਦੇ ਪੂਰਨੇ ਸਨ ਕਿ ਜੋ ਕੁਝ ਆਵੇ ਸਹੋ ਸਹਾਰੋ, ਕਸ਼ਟ ਝੱਲੋ ਪਰ ਆਦਰਸ਼ ਦਾ ਪੱਲਾ ਨਾ ਛੱਡੋ। ਬੇਅਣਖੇ ਜੀਵਨ ਨਾਲੋਂ ਅਣਖ ਭਰੀ ਮੌਤ ਨੂੰ ਤਰਜੀਹ ਦਿਓ। ਸੱਚ ਪਹਿਲੀ ਵਾਰ ਜਥੇਬੰਦ ਹੋਣਾ ਸ਼ੁਰੂ ਹੋਇਆ ਅਤੇ ਸੱਚ ਤੇ ਖੜੀ ਸੰਗਤ ਅਤੇ ਫਿਰ ਪੰਥ ਨੇ ਬੁਰਾਈਆਂ ਦਾ ਟਾਕਰਾ ਕੀਤਾ। ਕਮਜ਼ੋਰਾਂ ਨੂੰ ਲਤਾੜਿਆ ਜਾਂਦਾ ਦੇਖ ਕੇ
ਸਿੱਖਾਂ ਦੇ ਜਜ਼ਬੇ ਜਾਗ ਪੈਂਦੇ ਸਨ ਅਤੇ ਸਿੱਖ ਨਿਆਸਰਿਆਂ ਨੂੰ ਆਸਰਾ ਅਤੇ ਨਿਥਾਵਿਆਂ ਨੂੰ ਥਾਂ ਦੇਣ ਲਈ ਬਲਦੀ ਅੱਗ ਵਿੱਚ ਵੀ ਕੁੱਦ ਪੈਂਦੇ ਸਨ। ਜਿਸ ਵੇਲੇ ਗੁਰੂ ਅਰਜਨ ਜੀ ਦੀ ਸ਼ਹੀਦੀ ਦੀ ਯਾਦ ਪੱਕਿਆ ਕਰਨ ਲਈ ਲਾਹੌਰ ਰਾਵੀ ਕਿਨਾਰੇ ਕਿਲੇ ਸਾਹਮਣੇ ਦੇਹੂਰਾ ਸਾਹਿਬ ਭਾਵ ਡੇਰਾ ਸਾਹਿਬ ਉਸਾਰਿਆ ਗਿਆ ਤਾਂ ਕਿਸੇ ਵਿਦਵਾਨ ਨੇ ਉਸ ਥਾਂ ਗੁਰੂ ਮਹਾਰਾਜ ਦੀ ਹੀ ਉਚਾਰੀ ਹੋਈ ਬਾਣੀ ਸੋਰਠ ਰਾਗ ਦਾ ਸ਼ਬਦ ਲਿਖਿਆ, ਜੋ ਗੁਰੂ ਮਹਾਰਾਜ ਦੀ ਦਿੱਤੀ ਕੁਰਬਾਨੀ ਉਹਨਾਂ ਦੇ ਇਸਤਕਲਾਲ ਦੀ ਦਾਸਤਾਨ ਤਾਂ ਦੱਸਦਾ ਹੀ ਹੈ, ਪਰ ਨਾਲ ਇਹ ਵੀ ਦਰਸਾ ਰਿਹਾ ਹੈ ਕਿ ਇਸੇ ਸ਼ਹਾਦਤ ਦਾ ਸਦਕਾ ਗੁਰੂ ਨਾਨਕ ਦੇ ਉਪਦੇਸ਼ਾਂ ਦਾ ਝੰਡਾ ਸਾਰੇ ਸੰਸਾਰ ਤੇ ਝੁੱਲਿਆ ਅਤੇ ਗੁਰੂ ਨਾਨਕ ਦੀ ਵਡਿਆਈ ਜੋ ਕਿਹਾ ਉਹ ਕਰ ਦਿਖਾਇਆ ਸਾਰੇ ਜਗਤ ਪ੍ਰਗਟ ਹੋਈ। ਸੁਣ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗੰਤਰ ਗੁਰੂ ਨਾਨਕ ਕੀ ਵਡਿਆਈ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦੇ 195 ਪੰਨੇ ਪੜ੍ਹ ਚੁੱਕੇ ਹਾਂ। ਅਖੀਰਲਾ ਭਾਗ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।